ਕੂਲਰਾਂ ਦੇ ਕੁੱਤਿਆਂ ਦੀ ਸਕਿਨ ਮੋਟੀ ਹੁੰਦੀ ਤੇ ਉਹਨਾਂ ਜਾਨਵਰ ਸ਼ਾਇਦ ਗਰਮੀ ਨਹੀਂ ਉਹ ਆਪਣੀ ਖਲ ਤਾਂ ਕਰਕੇ ਫਿਰਨ ਡਿਆ ਕੈਮਰੇ 'ਚ ਅਸੀਂ ਐਡੀਟਿੰਗ ਕਰਦੇ ਨਾ ਇਹ ਉਰੇ ਕਰ ਉਹ ਫਲਾਈ ਯਾਰ ਕਰਾ ਫਲਾਈ ਮੇਰਾ ਯਾਰ ਨਾ ਉਸਤਾਦ ਜੀ ਲਾ ਦੇ ਫੜਾ ਮਿੱਠੇ ਦਾ ਸਾਜੀ ਕਾਲਰ ਕੋ ਲੱਗੇ ਮਤਲਬ ਤਾਂ ਹਾਂ ਬਾਰ ਪੈਸੇ ਫੜਨ ਵਾਲੇ ਇੱਥੋਂ ਫੜਦੇ ਕਾਲਰ ਹੀ ਲਵਾ ਨਹੀਂ ਅੱਛਾ ਉਰੇ ਆ ਜ਼ਰਾ ਮਿੱਠੂ ਚੁੱਪ ਕਰਾਈ ਇਹ ਹਰਾਮ ਹੈ ਉਸ ਵਿੱਚ ਹੀ ਆ अस्सलाम वालेकुम जी यारो रजा ने चैनल बना लिया बेचारे ने यूके वाले ने उन्होंने सबसक्राइब तो कर दियो 1000 सबसक्राइबर नहीं होंगे वो तो कर दियो वो मैनू कहना उस्ताद जी वीडियो भी पा रहा उत्ते उहदे नाल गलबात करो अपने मसाइल हुण शेयर करो ਉਹਦਾ चैनल सबसक्राइब करो सब तो पहले यार होने ही होर शुक्र अल्हम्दुलिल्लाह ठीक ठाक अल्लाह ਦਾ ਸ਼ੁਕਰ ਉਸਤਾਦ किदों सुता राती ਉਸਤਾਦ ਜੀ ਮੈਂ ਰਾਤੀ ਟਾਈਮ ਨਹੀਂ ਸੋ ਗਿਆ ਸੀਗਾ ਰਾਤੀ ਮੈਂ 10 ਵਜੇ ਨਾਲ ਸੁਤਾ ਵਾਂ ਤੇ 1:30 ਵਜੇ ਨਾਲ ਮੇਰੀ ਅੱਖ ਖੁੱਲੀ ਫਿਰ ਮੈਂ ਉੱਠ ਕੇ ਉਸਤਾਦ ਜੀ पे ਬਹਿ ਗਏ ਲਾਈਵ ਫਿਰ ਮੈਂ 3-4 ਵਜੇ ਤੱਕ ਫਿਰ ਮੈਂ ਨਮਾਜ਼ ਪੜ੍ਹ ਕੇ ਫਿਰ ਮੈਂ ਸੋ ਗਿਆ ਉਸਤਾਦ ਜੀ ਫਿਰ ਮੈਂ 2 ਵਜੇ ਨਾਲ ਐਗਜ਼ੈਕਟ ਐਕੂਰੇਟ ਦਫ਼ਤਰ ਆ ਗਿਆ ਕਿੰਨੇ ਵਜੇ 2 ਵਜੇ 2:10 ਮਿੰਟ ਤੇ 2:10 ਮਿੰਟ ਦੇ ਬਾਅਦ ਵਾਹ ਐਸ ਉਮਰੇ ਤੇ ਹਰ ਆਈਟਮ 'ਚ ਫਰਿਸ਼ਤਾ ਨਜ਼ਰ ਆਉਣ ਲੱਗਦਾ ਤੁਹਾਨੂੰ ਕੋਈ ਨਹੀਂ ਡਰ ਪਿਆ ਕਿਸੇ ਜ਼ਿਆਦਾ ਬੇਟੇ ਮੈਨੂੰ ਸਿਰਫ ਉਸਤਾਦ ਜੀ ਗੱਲ ਕਰਿਆ ਕਰਨ ਨਾ ਤੁਸੀਂ ਕਰਿਆ ਕਰੋ ਮੇਰਾ ਵੀ ਆਪਣੀ ਇੱਜ਼ਤ ਆਪਣੇ ਉੱਠ ਜਾਓ ਇੱਥੇ 4 ਬੰਦੇ ਬਹਿਣੇ ਗੱਲ ਤੇ ਹੋਣੀ 4 ਬੰਦੇ ਕਿਹੜੇ ਬਹਿਣੇ ਉਸਤਾਦ ਜੀ ਮੇਰੇ ਲਈ ਸਾਰਾ पसीना साफ कर ਸਿਰਫ ਤੁਸੀਂ ਮੇਰੇ ਕੋ ਆਪਣੀ ਹੈ ਮੂੰਹ ਤੇ ਉਸਤਾਦ ਜੀ ਉਹ ਕੀ ਕੱਢ ਲੈ ਟੂਬ ਜਿਹੀ ਕੱਢ ਲਈ ਨਹੀਂ ਟੂਬ ਆਪਣੀਆਂ ਕਰਾ ਲਓ ਇਹਦੇ ਚ ਹੀ ਬਰਫ਼ ਵੀ ਕੁੱਟ ਲੈਂਦੇ ਇਹ ਹੀ ਮੂੰਹ ਤੇ ਮਾਰੀ ਜਾਂਦੇ यार नाइस शर्ट यार बहुत अच्छी है कितों ली ਇਹ ਤੇ ਚੌਥੇ ਪੰਜਵੇਂ ਸ਼ੋਅ ਚ ਮੈਂ है ਚੌਥੀ थोड़ा उच्ची है ਚੌਥੀ ਪੰਜਵੀਂ ਵਾਰੀ ਪਾ ਕੇ ਮੈਂ चौथी पंजवीं बारी लेकिन मैं आज देखा जरा अच्छी माशाल्लाह और महंगी शर्ट आ ਇਹ ਪਤਾ ਕਿੱਥੋਂ ਲਈ ਹੈ ਇਹ ਸਾਡੇ ਉਸਤਾਦ ਜੀ ਸਾਨੂੰ ਲੈ ਕੇ ਗਏ ਸੀਗੇ ਆਪਣੀ ਆਪਣੀ ਮਰਜ਼ੀ ਦੀ ਸ਼ਾਪਿੰਗ ਕਰ वो आ नहीं नहीं ਨਹੀਂ ਉਹ ਨਹੀਂ नहीं वो नहीं हैगी है ਮਿੱਠੇ ਦਾ ਸਾਜੀ ਕਾਲਰ ਕੋ ਲੱਗੇ ਮਤਲਬ ਤਾਂ हाँ ਬਾਰ ਪੈਸੇ ਫੜਨ ਵਾਲੇ ਇੱਥੋਂ ਫੜਦੇ ਕਾਲਰ ਹੀ ਲਵਾ ਨਹੀਂ अच्छा उरे आ जरा ਮੈਂ ਕਾਲਰ ਹੀ ਰਾਤ ਮੈਂ ਉਹਨਾਂ ਕੋ ਕਾਲਰ ਪਿਆ ਮੇਰਾ ਹੁਣ ਉਸਤਾਦ ਜੀ ਨੇ ਕਲਰ ਲਵਾਇਆ ਉਹਨਾਂ ਨੇ ਟਿਸ਼ੂ ਸਮੇਤ ਕਲਰ ਵੀ ਲਾ ਲਿਆ नहीं नहीं किसी ने पैसे पूए देने सी उन्हें इंज करके खिंचे नस्या वो कलर ਉਹਦੇ ਹੱਥ ਰਹਿ ਗਈ ਤਾਂ ਅੱਜ ਮੈਂ ਇਹਦੀ ਬੈਠ 'ਚ ਬੈਠਾ ਤਾਂ ਘਰ ਵਾਲੇ ਪੱਖੇ ਨਹੀਂ ਉਹ ਪਰ ਬਿੰਗੇ ਹੋਏ ਹਰ ਕਮਰੇ ਦੇ ਮੈਂ ਕਿਹਾ ਆ ਕੀ ਯਾਰ ਮਿੱਠੇ ਕਹਿੰਦੇ ਨੇ ਤੇ ਬਟਨ ਨਹੀਂ ਆਇਆ ਸੀ ਬਾਂਸ ਦੇ ਕੇ ਰੋਕਦੇ ਤੇ ਪਰ ਵਿੰਗੇ ਹੋਏ ਤੇ ਪਰ ਬਿੰਗੇ ਬੇਸਿਕਲੀ ਜਦੋਂ ਮੈਂ ਕਮੀਜ਼ ਲਾਉਂਦਾ ਸੀ ਨਾ ਫਸਦਾ ਸੀ ਕਾਲਰ ਪਟਾ ਲੱਗਾ ਸੀ 2-3 ਬੰਦੇ ਉਸਤਾਦ ਜੀ ਘਰ ਜਿਹੜਾ ਤਨਾਜ਼ਾ ਚੱਲ ਰਿਹਾ ਨਾ ਉਹ ਇਹਦਾ ਗਿਰੇਬੰਦ ਫੜ ਕੇ ਬੈਠੇ ਆ ਗਿਆ ਮੈਨੂੰ ਹਰ ਬੰਦੇ ਉਹ ਉੱਥੇ ਫੜ ਕੇ ਬੈਠੇ ਉਹਨਾਂ ਨੇ ਗੇਰੇਪਾਨ ਫੜਿਆ ਕਹਿੰਦਾ ਤੁਸੀਂ ਫੜ ਕੇ ਰੱਖੋ 1 ਮਿੰਟ ਮੈਂ ਗੱਲ ਨਿਕਾ ਨਹੀਂ ਮੈਨੂੰ ਘੁੱਟਣ ਦੇ ਅੰਦਰ ਹਾਂਜੀ ਲੱਤਾਂ ਦਬਾਉਂਦੇ ਆ ਨਾ ਤੇ ਦਬਾਉਂਦਾ ਮੈਂ ਬਾਹਰ ਆ ਗਿਆ ਤੇ ਉਹ ਮੇਰੇ ਮਗਰ ਹੀ ਆ ਗਏ ਮੈਂ ਕਿਹਾ ਤੂੰ ਕਿੱਧਰ ਆ ਗਿਆ ਤੂੰ ਘੁੱਟ ਜਾ ਕੇ ਮੈਂ ਤੂੰ ਤੇ ਮੈਂ ਕਿਹਾ ਘੁੱਟੀ ਜਾ ਕੇ ਤੂੰ ਵੀ ਮਗਰ ਆ ਗਏ ਨਹੀਂ ਬੈਠੇ ਵੈਸੇ ਯਾਰ ਤੈਨੂੰ ਸ਼ਰਮ ਤੇ ਨਹੀਂ ਆਉਂਦੀ ਸ਼ਰਮ ਕਾਦੀ ਗੋਲ ਬੜਾ ਜਿੰਨੀ ਗਰਮੀ ਪੈਣ ਦੀ ਸ਼ਰਮ ਕਾਦੀ ਸ਼ਰਮ ਤਾਂ ਹੋਣੀ ਚਾਹੀਦੀ ਆ ਉਹ ਮਰੀਜ਼ਾਂ ਵਾਲਾ ਸੂਟ ਪਾਇਆ ਤੂੰ ਮਰੇ ਮਰੀਜ਼ ਬੰਦੇ ਆ ਜਿਹਦੇ ਮਰੀਜ਼ ਕਿਹੜਾ ਪਾਉਂਦੇ ਗੋਲ ਗਲੇ ਦਾ ਬਾਬੇ ਦਾ ਸ਼ੌਕ ਸੀਗਾ ਤੁਸੀਂ ਇਹ ਦੇਖੋ ਸਾਫਾਈ ਕਿੱਡਾ ਮਾੜਾ ਲਿਆ ਹੁਣ ਕੀ ਚਾਹੁੰਦੇ ਹੋ ਆ ਟਿਸ਼ੂ ਦੇਖੋ ਮਾਲਕ ਟਿਸ਼ੂ ਦੇਣੇ ਤੁਸੀਂ ਟਿਸ਼ੂ ਲੈਣੇ ਕੋਈ ਆਪਣਾ ਹੈਗਾ ਸਾਫਾ ਜੀ ਹਾਂਜੀ ਭਾਈ ਯਾਰ ਸਾਫਾ ਮੇਰੇ ਕੋਲ ਆ ਇਹ ਗੋਲ ਗਲਾ ਸ਼ੌਕ ਹੈਗਾ ਵਾ ਕਿਹੜਾ ਸ਼ੌਕ ਹਰ ਬੰਦੇ ਕਹਿੰਦੇ ਆਪਣੇ ਗਿਰਵਾਨ ਝਾਤੀ ਮਾਰ ਅੱਛਾ ਉਸਤਾਦ ਜੀ ਗਰਮੀ ਤੇ ਇੰਜ ਦੀ ਪੈਣ ਡਈ ਏ ਕਿ ਅੱਲਾ ਮਾਫੀ ਦੇਵੇ ਕਹਿਣਾ ਨਹੀਂ ਚਾਹੀਦਾ ਬਰਫ਼ ਤੇ ਵੀ ਪਿੱਤ ਨਿਕਲੀ ਹੋਈ ਤੇ ਇੱਕ ਬੰਦਾ ਬੂਟ ਪਾ ਕੇ ਜਾਣ ਡਿਆ ਤੇ ਬੂਟ ਪਿਘਲ ਗਏ ਉਹਦੇ ਹਾਂਜੀ ਸਾਰੇ ਮੈਲਟ ਹੋ ਗਏ ਮੈਂ ਤੁਸੀਂ ਅਸਲ ਸਾਹਿਬ ਜਦੋਂ ਕੋਈ ਬੰਦਾ ਕੋਈ ਗੱਲ ਕਰੇ ਨਾ ਉਦੋਂ ਮੰਨ ਲੈਣੀ ਚਾਹੀਦੀ ਕੈਮਰੇ 'ਚ ਅਸੀਂ ਐਡੀਟਿੰਗ ਕਰਦੇ ਨਾ ਇਹ ਉਰੇ ਕਰ ਉਹ ਫਲਾਈ ਯਾਰ ਕਰਾ ਫਲਾਈ ਮੇਰਾ ਯਾਰ ਨਾ ਉਸਤਾਦ ਜੀ ਲਾ ਦੇ ਫੜਾ ਉਸਤਾਦ ਜੀ ਤੇ ਫਿਰ ਮੈਂ ਕੀ ਕਰਾਂ ਭਾਈ ਫੈਸਲੇ ਬੰਦੇ ਤਬੇ ਬੈਠੇ ਆ ਹੱਥ ਚਲਾਕੀ ਨਾ ਕਰਿਆ ਕਰੋ ਮਾਫ ਹੱਥ ਚਲਾਕੀ ਨਾ ਕਰਿਆ ਕਰੋ ਯਾਰ ਬਸ ਭਾਈ ਫੈਸਲਾ ਹੈ ਬਦਤਮੀਜ਼ੀ ਇੱਧਰ ਫੜਾ ਦਿਓ ਯਾਰ ਉਹ ਨਵੀਂ ਮਾਸਟਰ ਨੂੰ ਲਾਤੇ ਰਹਿੰਦੇ ਉਹ ਮੇਰਾ ਉਸਤਾਦ ਤੇਰਾ ਮਾਲੂਮ ਮੇਰਾ ਜਾਨੂ ਉਸਤਾਦੀ ਮੈਨੂੰ ਮਾਫ ਕਰ ਦਿਓ ਸੱਚੀ ਲੱਗਾ ਅੱਲਾ ਦੀ ਉਸਤਾਦ ਜੀ ਮੈਂ ਮਾਫ ਅਗਰ ਫੀ ਪਿਆਰ ਤੇ ਕੱਟੇ ਜਾਣਾ ਉਸਤਾਦ ਜੀ ਨੇ ਭਾਈ ਫਸਲ ਸਾਰੇ ਕੱਟ ਲਏ ਉਸਤਾਦ ਜੀ ਨਾਲ ਅੱਲਾ ਦੀ ਕਸਮ ਹੈ ਉਸਤਾਦ ਜੀ ਬਸ ਇਹ ਉਹ ਡਰਾਮੇ ਉਹ ਯਾਰ ਇਹ ਜਿੰਨੀ ਮਰਜ਼ੀ ਮੈਨੂੰ ਮਾਰ ਦੋ ਨਹੀਂ ਬਚੀ ਤਾਂ ਹਲਕੀ ਕਿਤੇ ਫੋੜ ਦੇ ਬਚ ਗਈ ਨਹੀਂ ਲੇਕਿਨ ਹੱਥ ਚੁੱਕਣਾ ਬਣਦਾ ਹੀ ਨਹੀਂ ਯਾਰ ਨਹੀਂ ਕਿਤੇ ਚੁੱਕਣਾ ਪੈ ਜਾਂਦਾ ਇਸਲਾਮ ਵਾਸਤੇ
ਸਾਰੀ ਜ਼ਿੰਦਗੀ ਨਹੀਂ ਰੋਵੇ ਸਾਜ ਜੀ ਰਵਾਤੇ ਦੇਖੋ ਨਾ ਇਹ ਫੜਾ ਦੇ ਪਰ ਲੋਹੇ ਵਾਲੀ ਉਹ ਅੱਜ ਵੀ ਨਹੀਂ ਹੈਗੇ, ਅੱਜ ਵੀ ਐਕਟਿਵ ਆ। ਨਹੀਂ ਐਕਟ ਨਹੀਂ ਯਾਰ ਸਹੀ ਵੱਜੀ ਸਾਜ ਉਸਤਾਦ ਜੀ ਨਾ ਕਸਮ ਵਾਲੀ ਗੱਲ ਹੈ, ਬੇੜਾ ਗਰਕ ਕਰ ਦੇਣਾ ਥੱਲੇ ਕਮੈਂਟਾਂ ਵਾਲਿਆਂ ਨੇ। ਹਾਏ ਹਾਏ ਦੱਸ ਯਾਰ। ਓਏ ਉਸ ਉਸਤਾਦ ਨੂੰ ਮਾਰਨੇ ਜਿਨ੍ਹਾਂ ਨੇ ਪਿਓ ਤਰ੍ਹਾਂ ਹੱਥ ਰੱਖਿਆ ਸਾਰਿਆਂ ਤੇ। ਤੇ ਮੈਂ ਖੈਰ ਜਾਂ ਹੁਣ ਉਹ ਨਾ ਕਹਦੇ ਵੀ ਆਪਣੇ ਮੂੰਹ ਚੋਂ ਕੱਢ ਕੇ ਤੁਹਾਡੇ ਮੈਂ ਕਦੋਂ ਮੁਕਰਿਆ? ਤੈਨੂੰ ਪਤਾ ਮੇਰੇ ਨੱਕ ਦੀ ਕੀ ਹੱਡੀ ਅੱਗੇ ਵਧੀ ਹੋਈ ਆ, ਡਾਕਟਰਾਂ ਨੇ ਵਧੀ ਆਪਰੇਟ ਆ। ਦੱਸਿਆ ਵਾ। ਅੱਛਾ ਜਿੱਥੇ ਬੱਚੀ ਉੱਥੇ ਇੱਕ ਵਾਰੀ ਹੱਥ ਲਾ ਐ ਬੰਦਾ ਕਰਦਾ ਨਾ, ਲੇਕਿਨ ਅਥਰੂ ਨਹੀਂ ਰੁਕਣ ਦੇ ਫਿਰ ਵੀ। सुबह मंडी टाइम हो जाती ਯਾਰ ਦਾਣੇ ਹਿਸਾਬ ਲਾ। जुल्म उस्ताद जी जिन ओ यार। पत्थरों को आपने तराशा वो आप पर ही बरसने लगे वो साहब हो गया ਨਾ ਯਾਰ नहीं है ਮੈਂ थोड़ी ਕਿਸੇ ਦੇ ਮੂੰਹ ਚੋਂ ਕੱਢ ਕੇ ਇਹਦੇ ਮੂੰਹ ਚ ਪਾਉਂਦਾ ਰਿਹਾ। ਓਏ ਓਏ ਉਸਤਾਦ ਜੀ ਉਹਦੇ ਮੂੰਹ 'ਚ ਰਹਿਣ ਦਿਓ, ਜਾਣ ਦੋ ਗੁੱਸੇ ਨੂੰ। नहीं है बहुत बड़ा जुल्म ਸਾਨੂੰ ਗੋਡੇ ਤੇ ਭਾਗੇ ਝਾੜੂ ਦਿੰਦੇ ਰਹੇ यार अपने हाथ वड के देते उस्ताद जी ने ਇਹੀ ਗੱਲ ਹੈ। ਅੱਗੇ ਹੁਣ ਤੁਹਾਨੂੰ ਕੀ ਚਾਹੀਦਾ ਤੂੰ ਹੱਥ ਵੱਢ ਕੇ ਸਿੱਟਦੇ ਨੇ ਉਹ ਵੀ ਲੈ ਜਾਣਾ। ਆ ਸ਼ਰਮਾਉਣ ਲੱਗੇ। ਉਸਤਾਦ ਜੀ ਮੈਨੂੰ ਮਾਫ ਕਰ ਦੇਣਾ। ਕਿੰਨੀ ਕੁਮਾਰੀ ਯਾਰ ਇਹ ਹੁਣ ਅਦਾਲਤ ਜਨਤਾ ਦੀ ਅਦਾਲਤ ਉਹ ਹੈ। ਨਾ ਯਾਰ, ਉਹ ਕਸਮ ਹੈ ਇਹਦੀ ਬਿਲਕੁਲ ਲਾਈਟ ਵੇਟ ਸੱਟ ਹੈ। ਯਾਰ ਭਾਵੇਂ ਨਹੀਂ ਆ ਲੇਕਿਨ ਉਸਤਾਦ ਤੇ ਹੱਥ ਚੁੱਕਿਆ ਖੁਦਾ ਦੀ ਕਸਮ ਹੈ ਲਾਈਟ ਵੇਟ ਸੈੱਟ ਆ। ਉਹ ਲਾਲ ਹੋ ਗਏ ਓਏ ਲਾਸ਼ ਪੈ ਗਈ ਤੁਸੀਂ ਸਿਰਫ ਵੇਖਣਾ ਕਿ ਆ ਲਾਈਟ ਵੇਟ ਸੈੱਟ ਆ। ਉਹ ਕਿਹੜਾ ਮਾਰਤਾ ਉਸਤਾਦ ਜੀ? ਉਹ ਲਾਸ਼ ਇੱਥੇ ਓਏ ਆ ਤੇ ਮੈਂ ਮਾਰਿਆ ਨਹੀਂ, ਮਾਰਿਆ ਮੈਂ ਉੱਥੇ ਵੇ। ਓਏ ਅੱਲਾ ਦੀ ਕਸਮ ਇਹਦੇ ਵਜਨ ਨਾ ਹੈ। ਕਸਮ। ਅੱਲਾ ਦੀ ਕਸਮ ਬਸ। ਠੀਕ ਹੈ ਜੀ। ਕੱਟ ਦੇਣਾ ਉਸਤਾਦ ਜੀ। ਕੱਟਣਾ ਨਹੀਂ ਕੱਟਣਾ ਸਾਰੀ ਮਾੜਾ ਬੰਦਾ ਸਾਰੇ ਨਹੀਂ ਚਲੋ ਫਿਰ ਉਸਤਾਦ ਜੀ, ਫਿਰ ਮੈਂ ਇੱਕੋ ਵਾਰੀ ਮੈਂ ਫਿਰ ਜਾਣ ਦਿਓ ਗੁੱਸੇ ਨੂੰ। ਬਾਜੀ ਇਲਜ਼ਾਮ ਕਿਉਂ ਲੱਗੀ ਗਿਆ? ਬੋਲੋ। ਐ ਵੀ ਨਾ ਗੱਲ ਕਰੋ ਫਿਰ। ਸਿਰ ਖੋਲ ਦੋ ਫਿਰ ਇਸ ਹਿਸਾਬ ਨਾਲ ਨਾ ਕਰਿਆ ਕਰੋ ਭਾਈ। ਐ ਵੀ ਖਿੱਚ ਲਓ ਫਿਰ, ਐ ਵੀ ਖਿੱਚੋ ਜਿਹੜੀ ਚੁੰਡੀ ਵੱਡੀ ਜੇ ਮੇਰੇ। ਤੁਸੀਂ ਆਪਣੇ ਮੋਬਾਈਲ ਤੋਂ ਹਾਂ, ਖਿੱਚੋ। ਐ ਵੀ ਖਿੱਚੋ ਫਿਰ। ਚਲੋ ਜੀ ਜਿੱਦਾਂ ਮੈਂ ਕਸਮ ਖਾਈ ਤੁਸੀਂ ਵੀ ਖਾਓ ਅੱਲਾ ਦੀ ਕਿ ਮੈਂ ਵੱਡੀ ਚੁੰਡੀ ਉਹ ਖਾ ਲਓ ਨਾ। ਮੈਂ ਖਾਈ ਨਾ ਕਸਮ, ਤੁਸੀਂ ਵੀ ਖਾ ਲਓ। ਉਸਤਾਦ ਜੀ ਨਾ ਕਰਿਆ ਕਰੋ ਤੁਸੀਂ। ਤੇ ਫਿਰ ਕੀ ਨਾ- ਗੱਲ? ਨਾ ਕਰਿਆ ਤੁਸੀਂ ਕਰੋ। ਯਕਦਮ ਹੀ ਯਾਨੀ ਕਿ ਸੀਰੀਅਸ ਫਿਰ ਆਪਣੀ ਵਾਰੀ ਹੋ ਜਾਂਦੇ ਹੋ ਫਿਰ ਤੁਸੀਂ। ਹਾਂਜੀ ਆ ਲੱਗਣਾ ਨਹੀਂ ਚਾਹੀਦਾ, ਮੈਂ ਤੁਹਾਨੂੰ ਕਹਿਣ ਡਿਆ। ਇਹ ਲੱਗੇਗਾ ਫਿਰ, ਐਵੇਂ ਹੀ ਲੱਗੇਗਾ ਇਹ ਲੱਗੇਗਾ, ਉਸਤਾਦ ਜੀ ਕਸਮ ਵਾਲੀ ਗੱਲ ਜੇ। ਇਹ ਲੱਗੇਗਾ, ਫਿਰ ਨਸਦਿਆਂ ਨੂੰ ਗਾਣ ਸਾਸ਼ ਹੋ ਜਾਂਦੇ ਲੜ ਨੇ। ਪਏ ਅੱਜ ਮਜ਼ਾ ਆਉਣਾ ਸਮਝ ਆਈ ਹੈ ਨਾ? ਹੱਥੋਂ ਪੱਖੀ ਹੋ ਗਈ ਲੱਗੇਗਾ ਭਾਜੀ। ਹੋਣਗੇ ਉਹ ਪਰ ਹਾਲੇ 60 ਮਿੰਟ ਦਾ ਸ਼ੋਅ ਦੇਖੀ ਗਿਰਵਾਨ ਫੜਨ ਕੇ ਤੂੰ ਥੋੜਾ ਜਿਹਾ ਕੰਮ ਉਹ ਯਾਰ ਜਾਣਦੇ ਯਾਰ ਮਿੱਠੇ ਨੂੰ। ਨਹੀਂ ਉਹ ਫਿਰ ਯਾਰ ਸਾਨੂੰ ਮਾਰਦੇ ਰਹਿੰਦੇ, ਮੇਰੇ ਨੱਕ ਨੂੰ ਮੇਰਾ ਤੈਨੂੰ ਪਤਾ ਮੇਰੀ ਰਿਪੋਰਟਾਂ ਤੂੰ ਵੇਖੀਆਂ ਹਾਂ ਮਿੱਠੇ। ਯਾਰ ਉਹਨੇ ਨੇ ਵੇਦ ਆਈਆਂ ਠੀਕ ਹੈ ਨਾ? ਤੈਨੂੰ ਪਤਾ ਮੈਨੂੰ ਕਿਡਨੀ ਦਾ ਮੈਨੂੰ ਮਸਲਾ ਹੈਗਾ ਵਾ, ਮੈਨੂੰ ਚਰਬੀ ਦਾ ਮਸਲਾ ਹੈਗਾ ਵਾ। ਸਪੰਤੀ ਲੈਣ ਦੇ। ਮੇਰੇ ਇਹ ਨੱਕ ਦੇ ਡਾਕਟਰ ਨੇ ਓਏ ਹਰਾਮ ਦਿਓ, ਜਦੋਂ ਤੁਹਾਨੂੰ ਪਤਾ ਨਹੀਂ ਹੁੰਦਾ ਉਸਤਾਦ ਹੁੰਦਾ ਕੀ ਆ ਤੇ ਸ਼ਾਗਿਰਦੀ ਨੂੰ ਕਰ ਲੈਂਦੇ। ਹਾਂ ਹਾਏ 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 ਜਦੋਂ ਤੁਹਾਨੂੰ ਇੰਨੀ ਅਕਲ ਹੀ ਨਹੀਂ ਕਿ ਉਸਤਾਦ ਹੁੰਦਾ ਕੀ ਆ, ਉਸਤਾਦ ਦਾ ਮਤਲਬ ਕੀ ਆ, ਉਸਤਾਦ ਦੇ ਪਰਹੇਜ਼ ਕੀ ਆ, ਉਸਤਾਦ ਦਾ ਹੱਕ ਕੀ ਆ। ਹੱਥ ਤੇ ਆ ਕੇ ਧਾਗਾ ਬਣਵਾਉਣ ਤੋਂ ਬਾਅਦ ਸਾਡੇ ਤੇ ਕਿਹੜੀ ਕਿਹੜੀ ਜ਼ਿੰਮੇਵਾਰੀ ਲੱਗਦੀ ਹੈ ਤੇ ਮੂੰਹ ਚੁੱਕ ਕੇ ਕਾਹਤੋਂ ਆ ਜਾਂਦੇ ਸ਼ਾਗਿਰਦੀ ਕਰਨ ਜਦੋਂ ਤੁਹਾਨੂੰ ਇਸ ਗੱਲ ਦਾ ਪਤਾ ਹੀ ਨਹੀਂ। ਪਤਾ ਹੀ ਨਹੀਂ। ਵਾਹ ਕਿਉਂ ਨਹੀਂ ਪਤਾ? ਜਦੋਂ ਤੁਹਾਨੂੰ ਖੇਡ ਸਮਝਿਆ ਤੁਸੀਂ ਕਿਉਂ ਨਹੀਂ ਮਾੜੀ ਜੀ ਉਸਤਾਦ ਨੂੰ ਤੁਹਾਨੂੰ ਤਕਲੀਫ ਹੋਵੇ ਤੁਸੀਂ ਰਿਸ਼ਤੇ ਲੈ ਉਹਨੇ ਸਾਰੇ ਕੱਢ ਕੇ ਸਾਜੀ ਆ ਅਸੀਂ ਪੇਸ਼ ਕਰ ਰਹੇ, ਲੈ ਲਓ। ਕਿਹੜਾ ਰਿਸ਼ਤਾ ਪੇਸ਼ ਕੀਤਾ? ਮੇਰੀ ਅਣਾ ਨੂੰ ਨਾ ਮਾੜੀ ਪੇਸ਼ ਜੀ- ਕਰਨਾ। ਨਹੀਂ। ਹਾਂਜੀ ਨਹੀਂ ਅਣਾ ਲਓ ਮੈਂ ਨਾ ਫੈਸਲਾ ਸਾਹਿਬ, ਜਦੋਂ ਤੁਸੀਂ ਉਸਤਾਦ ਕਿਸੇ ਨੂੰ ਫੜ ਲੈਂਦੇ ਹੋ, ਉਸਤਾਦ ਕਹਿ ਦਿੰਦੇ ਹੋ, ਉਹਦੇ ਕੋਲੋਂ ਤੁਸੀਂ ਬਣਵਾ ਲਿਆ ਧੱਕੇ ਨਾਲ ਪੈਰਾਂ 'ਚ ਬਹਿ ਕੇ ਕਿੰਨੇ ਉਦੋਂ ਕਹਿ ਕੇ ਹੈ ਕਿੰਨੇ ਗਿਆ ਸੀ? ਤੇ ਮੈਂ ਕਹਿ ਰਿਹਾ ਨਹੀਂ ਕਰਨਾ ਤੇ ਧੱਕੇ ਨਾਲ ਤੇ ਉਸਤਾਦ ਦੀ ਮਾੜੀ ਜੀ ਯਾਨੀ ਤੁਸੀਂ ਕਹਿੰਦੇ ਆ ਕਿ ਉਸਤਾਦ ਸਾਡਾ ਅੱਲਾ ਮਾਫੀ ਦੇਵੇ ਪਾਲਣਹਾਰ ਰਵੇ, ਸਾਡਾ ਮੁਹੱਬਤ ਕਰੇ, ਸ਼ਬੀਲੇ ਦੇਵੇ, ਸਾਡਾ ਰੱਬ ਕੋਲੋਂ ਇੱਜ਼ਤ ਲੈ ਕੇ ਸਾਨੂੰ ਦਵੇ, ਸ਼ੋਹਰਤ ਲੈ ਕੇ ਦਵੇ ਤੇ ਉਸਤਾਦ ਆ ਮਾੜੀ ਜੀ ਉਹ ਖਾਈ ਉਸਤਾਦ ਵੱਲੋਂ ਆ ਜੇ ਤੇ ਮਿੱਟੀ ਆ। ਯਾਨੀ ਉਸਤਾਦ ਵੱਲੋਂ ਫਾਇਦੇ ਸਾਰੇ ਲੈ ਲਈ ਅਸੀਂ ਕਿ ਅਸੀਂ ਉਸ ਤੋਂ ਬਾਅਦ ਉਹ ਫਾਇਦੇ ਜਿਹੜੇ ਚੁੱਕਦੇ ਰਹੀਏ ਲਾਈਫ ਟਾਈਮ ਪੂਰੇ। ਠੀਕ ਹੈ, ਜਿੱਥੇ ਜਾਈਏ ਕੰਡ ਤੇ ਉਹਦੀ ਮੋਹਰ ਵੀ ਲੱਗੀ ਹੋਵੇ ਤੇ ਉਹਦੇ ਨਾਲ ਗੱਦਾਰੀ ਵੀ ਕਰੀਏ ਤੇ ਮੋਹਰ ਵੀ ਉਹਦੀ ਦੋਵਾਂ ਸਾਈਡਾਂ ਤੇ ਲਵਾ ਕੇ ਤੁਰੇ ਫਿਰੀਏ ਹਾਂਜੀ ਤੇ ਗੱਦਾਰੀ ਵੀ ਕਰੀਏ ਤੇ ਨਾਲ ਕਹੀਏ ਉਸਤਾਦ ਵੀ ਆ। ਹੱਦ ਹੁੰਦੀ ਹੈ ਯਾਰ, ਤੁਸੀਂ ਤੁਹਾਨੂੰ ਪਤਾ ਹੀ ਨਹੀਂ ਉਸਤਾਦ ਹੁੰਦਾ ਕਿ ਉਸਤਾਦ ਤੇ ਵੜ ਦੇਵੇ ਭਾਵੇਂ। ਹਾਏ ਨਹੀਂ ਉਸਤਾਦ ਜੀ ਜੇ ਫਿਰ ਤੁਸੀਂ ਉਸਤਾਦ ਦੇ ਅੱਗੇ ਬੋਲਦੇ ਤੁਸੀਂ ਪਿਓ ਅੱਗੇ ਵੀ ਬੋਲਦੇ ਹੋਵੋਗੇ ਬਿਲਕੁਲ ਹਨਾ। ਮੇਰਾ ਪਿਓ ਨੱਕ ਨੂੰ ਵੀ ਨਹੀਂ ਸੀ ਇੰਜ ਕਰਦਾ। ਪਰ ਫੈਸਲਾ 2026 ਆ ਉਸਤਾਦ ਜੀ ਸਿਗਿਰਦਾਂ ਤੋਂ ਤੁਸੀਂ ਮਾੜੀ ਮੋਟੀ ਕੁੱਟ ਉਮੀਦ ਰੱਖੋ, ਹਾਂਜੀ ਮਾੜੀ ਮੋਟੀ ਓਏ। ਗੱਦਾਰੀ ਉਹਨਾਂ ਨੂੰ ਕਰਨ ਦਾ ਐਡਵਾਂਟੇਜ ਦਿਓ। ਓ ਯਾਰ ਹੱਥ ਨਾ ਟੁੱਟ ਜਾਣ ਯਾਰ ਸ਼ਾਗਿਰਦਾਂ ਦੇ ਇਹੋ ਯਾਰ ਜਿਹੇ। ਇਹ ਨਾ ਗੱਲ ਕਰਿਆ ਕਰੋ, ਹੁਣ ਮੈਂ ਇਜਾਜ਼ਤ ਲੈ ਕੇ ਦਿੰਦੇ ਆ ਅੱਗੇ ਤੋਂ ਫਿਰ ਹਾਂ ਯਾਰ ਬਲਕਿ 2027 ਦੇ ਸ਼ੁਰੂ ਤੱਕ
ਹੋ ਸਕਦਾ ਵੀ ਇੱਥੇ ਇੱਕ ਦੋ ਉਸਤਾਦ ਦੀਆਂ ਡੈਥਾਂ ਹੋਈਆਂ ਹੋਣ, ਤੁਸੀਂ ਕਿਤੇ ਇੱਥੇ ਬੈਠੇ ਹੋਣ। ਓਏ ਆਹੋ ਯਾਰ, ਤੁਹਾਨੂੰ ਪਤਾ ਹੀ ਨਹੀਂ ਐਵੇਂ ਮੂੰਹ ਚੁੱਕ ਕੇ ਤੁਸੀਂ ਗਾਣੇ ਬਣਵਾ ਕੇ ਮਠਿਆਈ ਦੇ ਕੇ 4 ਬੰਦੇ ਇਕੱਠੇ ਕਰਕੇ, ਤੁਹਾਨੂੰ ਪਤਾ ਹੀ ਨਹੀਂ ਉਸਤਾਦ ਹੁੰਦਾ ਕੀ ਹੈ। ਦਿਮਾਗ ਖਰਾਬ ਤੁਹਾਡਾ। ਨਹੀਂ ਤੇ ਮੇਰੇ ਤੋਂ ਬਹੁਤਾ ਜਾਣਦੇ ਹੋ, ਤੁਹਾਨੂੰ ਪਤਾ ਮੇਰੇ ਦਿਲ 'ਚ ਤੁਹਾਡਾ ਕੀ ਰੁਤਬਾ ਹੈ। ਨਹੀਂ ਜਿੱਦਾਂ ਤੁਸੀਂ ਪੈਰ ਮਾਰਿਆ ਮੈਨੂੰ ਲੱਗ ਗਿਆ ਪਤਾ ਮਕਾਮ ਕੀ ਆ। ਉਹ ਮੇਰੇ ਆ ਮਾਲਕਾ ਯਾਰ, ਦੱਸੀ ਯਾਰ, ਗੱਲ ਕਰਨਾ ਨਹੀਂ ਕਰਿਆ ਕਰੋ। ਸੋਹਣਾ ਨੀਲ ਪਾਇਆ ਵਾ ਤੁਸੀਂ। ਫੈਸਲ ਇੱਕ ਓ ਯਾਰ ਮੈਂ ਆਪਣੀਆਂ ਨਜ਼ਰਾਂ 'ਚ ਮਿੱਠੇ ਡੇਗੇ ਆਵਾਂ ਇਹ ਯਾਰ। ਪਹਿਲੇ ਬਚਪਨ ਹੀ ਡਿੱਗੇ ਸੀਗੇ, ਹੁਣ ਤਾਂ ਗੈਰਤ ਮਾਰ, ਗੈਰਤ ਨਹੀਂ ਸਿੱਖ ਲੋਕਾਂ ਕੋਲੋਂ, ਸ਼ਾਗਿਰਦਾਂ ਕੋਲੋਂ ਸਿੱਖ ਕੀ ਸਿੱਖਾਂ ਮੈਂ, ਕਿ ਫਿਰਨਾ ਵੀ ਆਕੜ ਕੇ ਆ। ਦੱਸੋ ਨਾ ਮੈਂ ਕਿੱਥੇ ਤੁਹਾਡੀ ਕੰਡ ਲਵਾਈ ਹੈ ਮੈਂ। ਇਹਦਾ ਮਤਲਬ ਤੂੰ ਹਾਲੇ ਥੋੜਾ ਜਿਹਾ ਤੇਰੇ 'ਚ ਗੈਰਤ ਹੈ, ਨਹੀਂ ਜਿਹੜਾ ਤੇਰੇ ਤੋਂ ਆਪਣੀਆਂ ਨਜ਼ਰਾਂ ਤੋਂ ਡਿੱਗ ਗਿਆ। ਨਹੀਂ ਮੈਨੂੰ ਤੁਸੀਂ ਇਹਨਾਂ ਤੇ ਦੱਸੋ ਨਾ ਮੈਂ ਕਿੱਥੇ ਕੰਡ ਲਵਾਈ। ਮੈਂ ਮੋਢੇ ਨਾਲ ਮੋਢਾ ਲਾ ਕੇ ਨਹੀਂ ਟੁਰਿਆ, ਜਿੱਥੇ ਤੁਸੀਂ ਆਵਾਜ਼ ਮਾਰੀ ਮੈਂ ਨਹੀਂ ਆਇਆ ਹੈ। ਉਹ ਮਾਰਤਾ ਮੁੰਡਾ, ਉਹ ਮੁੰਡਾ ਮਾਰਤਾ ਮੇਰੇ ਮੂੰਹ ਮਿੱਠੀ ਚੁੱਪ ਕਰਾਈ। ਇਹ ਹਰਾਮ ਹੈ ਉਸ ਵਿੱਚ ਹੀ ਆ। ਓਕੇ ਘੋੜੇ ਤੇ ਮਾਰਤੀ ਹੈ ਤੁਸੀਂ ਵਿਚਾਰੇ ਤੇ, ਹੁਣ ਅੱਖ 'ਚ ਮਾਰਤੀ ਆ। ਬਸ ਸਾਬ ਬਰਾਬਰ ਹੋ ਗਿਆ ਨਾ, ਇੰਜ ਦਾ ਮਾਰਦੇ ਰਹੋ, ਕੋਈ ਟੈਨਸ਼ਨ ਵਾਲੀ ਗੱਲ ਨਹੀਂ ਹੈ। ਐ ਨਾ ਕਰ, ਅੱਛਾ, ਉਹ ਜਿਹੜਾ ਪਹਿਲੇ ਮੈਡੀ ਜ਼ੋਰ ਦੀ ਐ ਮਾਰਿਆ ਨਾ ਕਰ ਉਸਤਾਦ। ਪਹਿਲੇ ਤਾਂ ਪਟਾਕਾ ਵੀ ਬਹੁਤ ਪਿਆ ਸੀ। ਮੇਰਾ ਰੁਮਾਲ ਕਿੱਥੇ? ਉਹ ਮੈਂ ਉਹ ਭਾਈ ਰਮਾਲ ਲੈ ਲਓ, ਉਹ ਪਿਆ, ਰਮਾਲ ਚੈੱਕ ਕਰੋ। ਉਹ ਪਿਆ ਜੀ। ਐ ਲੱਗਦਾ ਗਰਮਾ ਲਾਇਆ ਟੀ ਟਾਈਮ 'ਚ। ਅੱਛਾ ਜਲਸੇ ਜੁਲਸੇ ਦੇ ਬਾਹਰ ਇਹੋ ਜਿਹੇ ਬੰਦੇ ਦੀ ਰੇੜੀ ਹੁੰਦੀ। ਆਹੋ ਵੀ ਗਰਮਾ ਹੀ ਲਾ ਕੇ ਖਲੋਤੇ ਨੂੰ ਥੋੜਾ ਜਿਹਾ। ਉਸਤਾਦ ਜੀ ਮੈਂ ਹੁਣ ਨਾ, ਓਏ ਤੁਸੀਂ ਵੀ ਕੰਨ ਖੋਲ ਕੇ ਸੁਣੋ ਤੇ ਉਹ ਤੁਸੀਂ ਮੈਨੂੰ ਨਹੀਂ, ਮੇਰੇ ਨਾਲ ਨਹੀਂ ਰੰਗਬਾਜ਼ੀ ਇੰਨਾ ਤੱਕ। ਹਾਂ ਉਹ ਹੱਥ ਥੱਲੇ, ਹੱਥ ਥੱਲੇ। ਜਾਣਦੇ ਯਾਰ, ਜੀ ਕੀ ਜੀਓ ਗੁਜਰਾ ਤੇਰੇ ਜਾਣਦੇ ਗੁੱਸੇ ਨੂੰ ਯਾਰ। ਮੈਂ ਜਾਣ ਦਿੱਤਾ। ਉਹ ਤੂੰ ਲੈ ਲੈ ਯਾਰ ਮੇਰੇ ਤੇ ਲੱਗਾ ਆ। ਮੈਂ ਉਸਤਾਦ ਨਹੀਂ ਕਿ ਮਾਰ ਖਾ ਕੇ ਇਦਾਂ ਦੇ ਹਰ ਚੌਂਕ 'ਚ, ਮਹੱਲੇ 'ਚ, ਗਲੀ 'ਚ 45 ਮਿੰਟ ਇਦਾਂ ਹੀ ਕਰਦੇ ਰਹਿੰਦੇ, ਲੜਦੇ ਨਹੀਂ। ਐਵੇਂ ਕੀਰੇ ਮਾਰ। ਆ ਵੀ ਉਹ ਚੱਲ, ਉਹ ਤੂੰ ਜਾ, ਇਦਾਂ ਹੀ ਕਰਦੇ ਰਹਿਣਾ। ਨਹੀਂ ਕਿ ਉਹ ਬੰਦਾ ਨਿਆਣੇ ਛੱਡ ਕੇ ਵੀ ਆ ਜਾਂਦਾ। 20 ਮਿੰਟ ਬਾਅਦ ਨੁੱਕਰ ਤੇ ਦੋਸੜਾ ਬਣਾ ਕੇ ਵੀ ਪੀ ਜਾਂਦੇ ਟੋਬੇ, ਤੇ ਮੁੜ ਕੇ ਕਹਿੰਦਾ ਨਾ ਕਰਿਆ ਕਰ, ਤੈਨੂੰ ਮੈਂ ਕਿੰਨੀ ਵਾਰੀ ਕਿਹਾ, ਤੇ ਕੀਤਾ ਕੱਖ ਵੀ ਨਹੀਂ 45 ਮਿੰਟ 'ਚ। ਤੇ ਜਾਣ ਲੱਗੇ ਦੱਸਦੇ ਅਰਜਨ ਮੈਂ ਫਿਰ ਨਿਕਲਦਾ ਵਾ। ਆਹੋ, ਕੋਈ ਰੌਲਾ ਹੋ ਨਹੀਂ। ਜਾਂਦੇ। ਤੇ ਉਸ ਤੋਂ ਬਾਅਦ 4 ਦਿਨ ਲੋਕੀ ਪੁੱਛਦੇ ਰੋ ਖੈਰ ਸੀ ਉੱਥੇ, ਤੁਸੀਂ ਉਧਰ ਬੈਸਨ ਦੇ ਸੀ। ਇਹ ਯਾਨੀ ਉਹ ਪੂਰੀ ਲੜਾਈ ਵਾਲਾ ਮਾਹੌਲ ਬਣ ਜਾਂਦਾ, ਤੇ ਕਿਹਾ ਕਿਸੇ ਨੇ ਕੁਝ ਵੀ ਨਹੀਂ ਹੁੰਦਾ। ਔਰ ਬਕਾਇਦਾ ਉੱਥੇ ਮੋਬਾਈਲ ਵੀ ਕੱਢਦੇ ਆ। ਮਿੱਠੇ ਮੇਰੀ ਮਤੈਰ ਲੁਕਾਈ ਹੁੰਦੀ ਸੀ ਘਰ ਲਿਆਂ ਨੇ। ਹਾਂਜੀ, ਉਹ ਜਿਹੜਾ ਡੰਡਾ ਹੁੰਦਾ ਸੀ ਨਾ ਉਸਤਾਦ ਜੀ, ਰੈੱਡ ਕਲਰ ਦਾ ਡੰਡਾ ਬਣਾਇਆ ਹੁੰਦਾ ਸੀ ਮੈਂ। ਘੁੰਗਰੂ ਵਾਲਾ ਡੰਡਾ। ਇਹ ਘੁੰਗਰੂ ਵਾਲਾ ਨਹੀਂ, ਟੂਟੀ ਵਾਲਾ। ਉਹ ਨਹੀਂ ਯਾਰ, ਉਹਨੇ ਮੈਂ ਤਿਆਰ ਕਰ। ਕੋਲ ਫਲਾ ਮਤੈਰ ਹੁੰਦਾ ਸੀ ਮੇਰੇ ਕੋਲ। ਉਹ ਡੰਡੇ ਨਾਲ ਸਵੇਰੇ ਨਾ ਬਰਫ਼ ਪੁੱਟਦੇ ਸੀ ਪੂਰੀ ਟੂਸ਼ ਪਾ ਕੇ ਠਾ। ਆਟਾ ਜੀ ਮੇਰੀ ਲੜਾਈ ਹੋਈ ਸੀਗੀ ਤੇ ਮੈਂ ਮਤੈਰ ਕੱਢ ਕੇ ਲਿਆਇਆ ਸੀਗਾ ਤੇ 4 ਜਣੇ ਸੀਗੇ। ਤੇ ਔਰਤਾਂ ਕਦੀ ਨਹੀਂ ਮਤਿਆਰ ਕੱਢ ਲਿਆ ਫਿਕਰ ਮਤੈਰ ਲੈ ਕੇ। ਠੀਕ ਹੈ ਨਾ। ਤੇ ਮੇਰੀ ਫੇਰ ਉਸਤਾਦ ਜੀ ਯਾਦ ਹੈ ਮੈਨੂੰ, ਮੇਰੀ ਝਾਲ ਤੇ ਲੜਾਈ ਹੋਈ ਤੇ ਮੈਂ ਨਸ਼ਾ ਘਰ ਆਇਆ ਡੰਡਾ ਚੁੱਕਣ, ਤੇ ਅੰਮੀ ਮੇਰੇ ਡੰਡਾ ਲਗਾ ਦਿੱਤਾ ਸੀਗਾ। ਅੱਛਾ ਇਦਾਂ ਦੇ ਬੰਦੇ ਲੜਾਈ ਝਾਲਦੇ ਹੋਵੇ ਨਾ ਤਾਂ ਛਿੱਟੇ ਸਲੀਪ ਚੌਂਕ ਤੇ ਜਾਂਦੇ। ਉਹਨਾਂ ਪੁੱਛਣਾ ਐਡੀ ਨਵੀਂ ਲੜਾਈ ਡੰਡਾ ਪਹਿਲੇ ਆਪ ਲਗਾ ਕੇ ਜਾਈਦਾ ਤਾਂ ਕਿ ਅੰਮੀ ਦੇ ਹੱਥੇ ਨਾ ਲੱਗੇ। ਹਾਂ, ਜਦੋਂ ਲੜਾਈ ਹੋਣੀ ਹੋਵੇ ਉਦੋਂ ਉੱਥੋਂ ਆਪੇ ਕਰ। ਸਿੱਧੇ ਆਪੇ ਚੁੱਕੋ ਉੱਥੋਂ, ਅਖਬਾਰ 'ਚ ਲਵੇਟ ਕੇ ਰੱਖੀ ਜਾਂਦਾ। ਮੈਂ ਅੱਛਾ ਲੜਾਈ ਹੋਵੇ ਨਾ ਇਦਾਂ ਦੇ ਬੰਦੇ ਜੁੱਤੀ ਦੇ ਬੱਦਰ ਰਾਤ ਨੂੰ ਨਿਕਲਦੀ ਆ, ਵੀ ਦੌੜ ਕੇ ਜਾਣਾ ਵੀ ਦੌੜ ਕੇ ਜਾਣਾ। ਉਸਤਾਦ ਜੀ ਮੇਰੇ ਹਨਾ, ਉਸਤਾਦ ਜੀ ਮੇਰਾ ਇਸ਼ਕ ਵਾ ਭਾਈ। ਤੈਨੂੰ ਪਤਾ ਇੱਥੇ ਕੈਂਚੀ ਚੱਪਲ ਤੇ ਪਾਈ ਵੀ ਸੀ ਬੱਚੇ ਦੇ ਹੁੰਦੇ। ਇੱਥੇ ਪੂਣੀਆਂ ਤੱਕ ਲਿਆਈ ਹੁੰਦੀ। ਆਹੋ ਭਾਈ ਫੈਸਲ ਤੁਸੀਂ ਆਪਣੇ ਤੋਂ ਮਾੜੇ ਨੂੰ ਕਿੰਨਾ ਕੁ ਕੁੱਟਿਆ, ਕਿਉਂਕਿ ਤਕੜੇ ਬੰਦੇ ਦੇ ਅੱਗੇ ਤੁਸੀਂ ਖਲੋ ਨਹੀਂ ਸਕਦੇ। ਮੈਂ ਤਾਂ ਗਰੰਟੀ ਦਾ ਉੱਤੇ ਹੀ ਆਪਣੇ ਤੋਂ ਮਾੜੇ ਆ, ਜਿਸ ਇਲਾਕੇ ਦੇ ਮਕਾਨ ਹੀ ਉੱਥੇ ਲੈ, ਇੱਥੇ ਸਾਰੇ ਆਪਣੇ ਤੋਂ ਮਾੜੇ ਆ। ਯਾਰ ਮਾੜੇ ਤੇ ਹੱਥ ਚੁੱਕਦੇ, ਸੇਲ ਨੂੰ ਕੁੱਟ ਕੇ ਦਿਖਾਣ ਮੈਂ ਮੈਨੂੰ ਨੀਵੇਂ ਥਾਂ ਮਾਰੇ। ਭਾਈ ਸੇਲ ਪੈ ਨਾ ਗਿਆ ਆਪਣੇ ਪਿਓ ਦਾ ਨਹੀਂ। ਉਹਨੇ ਅੰਦਰ ਪਾ ਦੇਣੀ। ਮੇਰੀ ਗੱਲ ਸੁਣ ਲਓ, ਮੇਰੀਆਂ ਨਜ਼ਰਾਂ ਦੇ ਸਾਹਮਣੇ ਅੱਜ ਤੋਂ ਬਾਅਦ ਉਸਤਾਦ ਜੀ ਨਾਲ ਤੁਸੀਂ ਬਦਤਮੀਜ਼ੀ ਨਹੀਂ ਕਰਨੀ। ਉਹ ਮੇਰਾ ਇਸ਼ਕ ਵਾ ਉਸਤਾਦ ਜੀ ਆ। ਲੈ ਇਸ਼ਕ ਮੇਰੀ ਦੀ ਮਸ਼ਹੂਰ ਪਾਤਾ ਵਾ। ਇਹ ਕਿਹੜੀ ਗੱਲ ਆ? ਇਸ਼ਕ ਦੇ ਬਾਰਾਂ ਤੁਹਾਡੇ ਤੇ ਵੀ ਬੇਸ਼ੁਮਾਰ ਆ ਬੇਟੇ, ਉਹਨੇ ਤੁਹਾਡੇ ਸਾਹਮਣੇ ਮੈਂ ਤੇ ਹੱਥ ਚੁੱਕਿਆ, ਤੇ ਤੁਸੀਂ ਤਿੰਨੇ ਬੈਠੇ ਆ। ਲਾਨਤ ਕਾਲੂ ਸਾਹਿਬ ਤੁਹਾਡੀ ਜ਼ਿੰਦਗੀ ਤੇ। ਰਿਸ਼ਤਾ ਜੀ ਗੈਰ ਤਾਂ ਜੀ ਮੇਰੀ ਗੱਲ ਸੁਣੋ। ਨਹੀਂ, ਉਦੋਂ ਪਤਾ ਕੀ ਗੱਲ? ਮੈਂ ਇੱਕ ਮਿੰਟ, ਮੈਂ ਉਦੋਂ ਕਿਹਾ ਇਹਨਾਂ ਨੇ ਮੈਨੂੰ ਕਿਹਾ ਕਿ ਮੈਂ ਤਾਂ ਉਸਤਾਦ ਜੋ ਮਰਜ਼ੀ ਗੱਲ ਕਰੀਏ ਤੁਸੀਂ ਵਿੱਚ ਨਹੀਂ ਹੋਣਾ। ਪੁੱਛ ਲਓ। ਮੈਂ ਜੈਨੂਇਨ ਕਹਿਣ ਡਿਆ ਵਾ। ਅੱਛਾ ਉਹਨੇ ਕਹਿ, ਅੱਛਾ ਉਹ ਹੁਣ ਮੈਨੂੰ ਵੱਢ ਵੀ ਦੇਵੇ, ਮਾਰ ਵੀ ਦੇਵੇ। ਐਵੇਂ ਵੱਢ ਦਵੇ। ਉਸਤਾਦ ਜੀ ਅੱਲਾ ਦੀ ਕਸਮ ਹੈ, ਮੈਂ ਮੂੰਹ ਬਰਦਾਸ਼ਤ ਕਰਕੇ ਬੈਠਾ। ਇਹ ਗੈਰ ਦਾ ਰਿਸ਼ਤਾ ਉਹ ਤੂੰ ਕੀ ਕਰ ਲੇਗਾ ਓਏ? ਭਾਈ ਫੈਸਲ ਨਾ ਕਰੋ। ਉਹ ਤੂੰ ਕੀ ਕਰ ਕੀ ਲੇਗਾ ਯਾਰ? ਮੈਂ ਤੈਨੂੰ ਕਿਹਾ ਮੇਰੀ ਮਸ਼ੂਕ ਆ, ਮੇਰਾ ਇਸ਼ਕ ਵਾ, ਮੈਂ ਜੋ ਮਰਜ਼ੀ ਮੇਰੇ ਕਰਾਂ। ਸਾਹਮਣੇ ਨਹੀਂ ਕਰਨਾ ਫਿਰ। ਤੂੰ ਕਰ ਕਰਨ ਡਿਆ? ਚਲੋ ਕਰੋ ਮੈਂ ਕਰਾਂਗਾ। ਅੱਲਾ ਫੜ ਯਾਰ, ਅੱਲਾ ਕੀ ਗੱਲ ਆ? ਦੱਸ ਮੈਨੂੰ। ਕਾਲੂ ਐਟਮਾਂ ਕਰਨ ਡਿਆ ਤੂੰ?
ਆ ਤੈਨੂੰ ਵੱਜੀ ਉਹ ਚਪੇੜ, ਆ ਲੈ ਇੱਧਰ ਵੀ ਪਾਤਾ ਹੀ। ਉਹ ਨੀਲ ਉਧਰ ਵੀ ਪੈ ਗਈ। ਭਾਜੀ ਕਿਉਂ ਮਾਰਿਆ ਉਸਤਾਦ ਜੀ? ਓ ਯਾਰ ਜਾ ਯਾਰ ਕਾਲੂ ਬਹਿ ਜਾ। ਉਸਤਾਦ ਜੀ ਓ ਯਾਰ ਇੱਕ ਮਿੰਟ ਫਰੇਮ ਖੋਲੀ ਭਾਈ। ਤੈਨੂੰ ਕੀ ਮਸਲਾ ਵਾ? ਮੇਰੀ ਲਾਸ਼ ਤੋਂ ਲੰਘ ਕੇ ਜਾਣਾ, ਪਹਿਲਾਂ ਮੈਨੂੰ ਮਾਰੋ ਪਹਿਲੇ। ਓਏ ਇੱਕ ਮਿੰਟ ਫਰੇਮ ਖੋਲੋ ਭਾਈ, ਫਸਲ ਪੈਣ ਲੱਗੀਆਂ। ਇਦਾਂ ਸਾਜੀ ਮੇਰੇ ਸਾਹ ਨੇ ਮੈਨੂੰ ਇਸ਼ਾਰਾ ਕਰਤਾ ਨਾ, ਅੱਲਾ ਦੀ ਕਦਮ ਵਿੱਚੋਂ ਲੰਘ ਜਾਣੇ ਜਿਹੜਾ ਫੈਸਲੇ ਮਰਜ਼ੀ। ਆਪਣਾ ਉਹ ਕਾਲੂ ਤੂੰ ਮੈਂ ਕਿਧਰ ਕਸਮ ਨੂੰ ਖਾਣ ਜਾਣਾ? ਦਿਆਂ, ਮੈਂ ਕਸਮ ਖਾਣ ਦਿਆਂ। ਕਾਲੂ ਤੇਰੀ ਸ਼ੋਰ ਬਾਤ ਸ਼ੂ ਤੋਂ ਹੱਥ ਕੇ ਕਹਿਣ ਤੇਰੀ ਬਾਤ ਉਹ ਬੱਸ ਕਰ ਕਾਲੂ। ਤੁਸੀਂ ਹੁਣ ਉਸਤਾਦ ਨੂੰ ਹੱਥ ਨਹੀਂ ਲਾਉਣਾ ਬਸ, ਮੈਂ ਕਹਿਤਾ ਵਾ। ਤੁਸੀਂ ਜੋ ਮਰਜ਼ੀ ਕਹਿ ਦੋ, ਤੁਸੀਂ ਉਸਤਾਦ ਨੂੰ ਹੱਥ ਨਹੀਂ ਲਾਉਣਾ ਹੁਣ। ਕਾਲੂ ਨਾ ਤੇਰਾ ਨਹੀਂ ਬਣਦਾ ਭਾਈ, ਫੈਸਲੇ ਵੱਡੇ ਆ ਸੀਨੀਅਰ ਆ। ਸਹੀ ਹੈ ਨਾ? ਹਾਂ ਹੱਥ ਨਹੀਂ ਲਾਉਣਾ ਸਾਜ, ਠੀਕ ਆ। ਹੱਥ ਛਡਾ ਜੋ ਨਾ, ਤੁਸੀਂ ਸਾਜ ਨੂੰ ਹੱਥ ਲਾ ਲਓ। ਐਸਾ ਹੱਥ ਲਾਇਆ ਸੀ ਨਾ, ਹੱਥ ਛਡਾ ਦੋ। ਨਹੀਂ ਸੁਣਾਉਂਦਾ ਛਡਾਓ ਨਾ ਫਿਰ, ਕਿਉਂ? ਤੁਸੀਂ ਛਡਾਓ ਫਿਰ, ਫੜਾਓ ਹੁਣ, ਕੀ ਲਾਓ ਨਾ ਹੱਥ ਹੁਣ। ਲਾਉ ਨਾ ਧੋਣਾ। ਚੱਲ ਜਾ ਆਪਣਾ ਕੰਮ ਕਰ। ਉੱਠ ਕੇ ਆਇਆ ਜੀ। ਵੱਡਾ ਹਮਲਾ ਆਇਆ, ਚੱਲ ਤਵਾ ਜਾ। ਤੈਨੂੰ ਇੱਕ ਕਾਮੇਡੀਅਨ ਕੁੱਟਣਾ ਵੀ ਨਹੀਂ ਆਉਂਦਾ। ਅੱਗੇ ਹਾਸਾ ਨਿਕਲ ਗਿਆ ਤੇਰਾ। ਇਹਨੇ ਚੰਗਾ ਹਾਣੀਆਂ ਮੇਰੇ ਕੋਲ। ਚੱਲ ਨੱਕ ਵੇਖ ਕੇ ਹਲੇ ਕਲੀਨ ਸ਼ੇਪ ਕਰਾਉਣ ਲੱਗਾ ਸੀ। ਕੀ ਉਸਤਾਦ ਜੀ? ਤੈਨੂੰ ਸੋਰੀ ਉਸਤਾਦ ਜੀ। ਉਹਨਾਂ ਦਾ ਪਿਓ ਪੁੱਤ ਦਾ ਮਾਮਲਾ ਵਾ, ਤੂੰ ਵਿੱਚ ਐਵੇਂ ਘਸੀਟੇ ਜਾਣਾ। ਈਜ਼ੀ ਸਾਜੀ ਈਜ਼ੀ। ਯਾਰ ਲਾਗੇ ਜਾ ਕੇ ਬੰਦਾ ਕੋਈ ਬਹਿ ਕੇ ਗੁੱਸੇ ਮੇਰਾ ਜਾ। ਕੁਛ ਨਹੀਂ ਲੱਗਦਾ। ਉਹ ਮੇਰਾ ਕੁਛ ਨਹੀਂ ਲੱਗਦਾ। ਭਾਈ ਤੁਸੀਂ ਵੀ ਕਿਹੜਾ ਹਟਣਾ ਹੈ? ਚਲੋ ਮੈਂ ਤੇ ਉੱਠ ਕੇ ਲਾਗੇ ਵੀ ਚਲਾ ਗਿਆ। ਮੈਂ ਗੈਰ ਦਾਨਸਤਾਨਾ ਬਚੀ, ਮੈਨੂੰ ਕੋਈ ਪਤਾ ਹੁੰਦਾ ਨਾ ਫੇਰ ਸੀਗਾ। ਮੈਨੂੰ ਹੁਣ ਪਤਾ ਹੀ ਨਹੀਂ ਸੀ ਕਿਉਂ ਹੀ ਮਾੜਾ ਮੋਟਾ ਮਿਲ ਜਾਂਦਾ ਨਾ, ਕਿ ਭਾਈ ਦਾ ਪਲੈਨਿੰਗ ਸੀਗੀ। ਸਾਡੇ ਸ਼ੁਰੂ ਚ ਭਾਈ ਨੇ ਕੋਈ ਸਟੈਚੂ ਨਹੀਂ ਬਣਾਈ, ਕੋਈ ਪਲੈਨਿੰਗ ਨਹੀਂ ਬਣਾਈ। ਟਿਕਟੌਕ ਤੇ ਬੈਨ ਤੋਂ ਪਹਿਲੇ ਚਬਾਰਾ ਪਾਇਆ ਸੀ, ਉਦੋਂ ਤੈਨੂੰ ਲੋੜ ਸੀ ਪੈਸਿਆਂ ਦੀ। ਹੁਣ ਚਲੋ ਮੰਨਿਆ ਵੀ, ਹੁਣ ਚਲੋ ਮੰਨ ਲਿਆ। ਜ਼ਰੂਰਤਾਂ ਪੂਰੀਆਂ ਹੋ ਗਈਆਂ ਨੇ। ਲੱਖਾਂ ਰੁਪਈਆ ਮੈਂ ਦਿੱਤਾ। ਰੁਪਈਆ ਹੁਣ ਤੇਰੇ ਕੋ ਆ ਗਏ ਸਾਲਿਆ, ਤੂੰ ਵਾਪਸ ਵੀ ਨਹੀਂ ਕਰਨ। ਜਿਹੜਾ ਉਹ ਪਟਾ ਵੱਜਿਆ ਉਹਦੇ ਕੀ ਤਲ ਜਿਹੜਾ ਤਾਂ ਪਟਾ ਦੇਖਣਾ ਭਾਵੇਂ ਉਸਤਾਦ ਵਾ। ਤੁਸੀਂ ਵੀ ਤਾਂ ਉਸਤਾਦ ਜੀ ਦੇ ਹਜਾਮਾ ਜਾਂ ਕਰਤਾ ਉਸਤਾਦ ਦਾ ਮਾਰ ਕੇ। ਇਹ ਪੂਰਾ ਕੀ ਬਣਾਤਾ? ਟੈਟੂ ਬਣਾਤਾ ਉਹੀ ਪੂਰਾ। ਮੈਂ ਕਿਹਾ ਗੋਲ ਪੂਰਾ ਬਿੱਲਾ ਜਿਹਾ ਬਣਾਤਾ ਉੱਤੇ। ਔਰ ਤੁਸੀਂ ਦੇਖੋ ਉਸਤਾਦ ਜੀ ਕਿਹੜੇ ਦੂਧ ਦੀ ਜਿਸਮ ਆ ਕਿ ਫੋਮ ਵਜਾ ਲਾਸ਼ ਪੈ ਗਈ। ਅਸੀਂ ਤਾਂ ਹੁਣ ਅੱਗੋਂ ਤੋਂ ਤਸ਼ੱਦਦ ਤੋਂ ਪਰਹੇਜ਼ ਕਰੋ, ਤਸ਼ੱਦਦ ਨਾ ਕਰਿਓ। ਉਸਤਾਦ ਜੀ ਨਾਜ਼ੁਕ ਨੇ, ਫੁੱਲ ਨੇ ਯਾਰ, ਨਾਜ਼ੁਕ। ਓਏ ਯਾਰ ਮੇਰੇ ਤੋਂ ਬਹੁਤੇ ਨਾਜ਼ੁਕ ਨਹੀਂ ਹੈ ਕੋਈ ਵੀ ਇੱਥੇ। ਮਾਰਨ ਭਾਈ ਫੈਸਲ ਜੋ ਵੀ ਆ। ਓਏ ਕਾਲੂ ਨਾ ਯਾਰ, ਮੈਂ ਤੈਨੂੰ ਕਹਿਣ ਡਿਆ ਤੂੰ ਚੰਨਾ ਖਾ ਲੈਣੀ ਮੇਰੇ ਕੋਲੋਂ। ਚਲੋ ਚੰਗਾ ਮਾਰ ਕੇ ਤੇ ਵਹਿਮ ਕਰ ਲਿਓ। ਕੱਲ ਮਿਹਰਬਾਨੀ ਤੁਹਾਡੀ। ਓਵਰਲੈਪ ਤੋਂ ਬਚ। ਤੇਰਾ ਬਣਦਾ ਹੀ ਆ ਭਾਈ ਫੈਸਲਾ ਨੰਬਰ। ਹਾਂ ਯਾਰ। ਤੇਰਾ ਨਹੀਂ ਬਣਦਾ। ਤੇਰਾ ਬਣਦਾ ਹੀ ਨਹੀਂਗਾ ਵਿੱਚ ਆਣ ਦਾ। ਹਾਂ ਯਾਰ ਤੂੰ ਜ਼ਿਆਦਤੀ ਕੀਤੀ ਆ, ਜਾ ਉੱਠ ਬਖਰਾਰੇ ਕਰਕੇ ਆ, ਚੱਲ ਉੱਠ ਮਾਫੀ ਮੰਗਾ ਕੇ ਭਾਜੀ ਕੋਲ। ਇਹ ਕਿਹੜੀ ਲੌਜੀਕ ਆ? ਕਿਸੇ ਦੇ ਪਿਓ ਨੂੰ ਹੁਣ ਉਹਦਾ ਕੋਈ ਯਾਰ ਉਹਦੇ ਸਾਹਮਣੇ ਮਾਰੀ ਜਾਵੇ ਤੇ ਬੰਦਾ ਕਹੇ ਤੂੰ ਪਰੇ ਹੋ ਜਾ। ਉਹ ਬੰਦਾ ਕੁੱਟ ਖਾਦਾ ਵੇਖੇ ਨਾ ਪਿਓ ਨੂੰ। ਉਸਤਾਦ ਜੀ ਗੱਲ ਹੈ, ਉਸ ਬਗੈਰ ਤੈਨੂੰ ਨਹੀਂ ਚਾਹੀਦਾ ਕਿ ਉਹਦੇ ਬੱਚੇ ਬੈਠੇ ਮੈਂ ਉਹਦੇ ਸਾਹਮਣੇ ਨਾ ਮਜ਼ਾਕ ਕਰਾਂ। ਮੈਂ ਵੱਡਾ ਪਿਓ ਆ। ਇਹੋ ਜਿਹੇ ਯਾਰ ਨੂੰ ਫੈਂਡਣਾ ਚਾਹੀਦਾ ਵਾ। ਨਹੀਂ ਤੈਨੂੰ ਇਹ ਨਹੀਂ ਪਤਾ ਕਿ ਯਾਰ ਉਹਦੇ ਬਾਕੀ ਵੀ ਬੱਚੇ ਬੈਠੇ ਆ, ਮੈਂ ਉਹਦੇ ਸਾਹਮਣੇ ਮੈਂ ਲਹਿਰਾ ਕਰ ਲਵਾਂ, ਅੰਦਰ ਜਾ ਕੇ ਲਾਡੀਆਂ ਕਰ ਲਵਾਂ। ਮੈਂ ਵੱਡਾ ਪਿਓ ਆ ਉਸਤਾਦ ਜੀ, ਇਹ ਕਿਹੜੀ ਗੱਲ ਹੋ ਗਈ? ਵੱਡਾ ਪਿਓ। ਵੱਡੇ ਭੂਤ। ਹਾਂਜੀ ਉਸਤਾਦ ਜੀ ਪਿਓ ਨੇ, ਮੈਂ ਸਭ ਤੋਂ ਵੱਡਾ ਵਾਂ। ਤੁਸੀਂ ਯਾਨੀ ਕਿ ਮੈਂ ਪੁੱਤਰ ਵੱਡਾ ਵਾਂ। ਤੁਸੀਂ ਵੱਡੇ ਪਲੇਠੀ ਪੁੱਤਰ ਦਾ, ਹੋ, ਤੁਸੀਂ ਹਾਂ। ਵੱਡੇ ਪੁੱਤਰ ਆ, ਇਹ ਛੋਟਾ ਪੁੱਤਰ ਵਾ। ਹਾਂ ਮੈਂ ਵੱਡਾ ਵਾਂ, ਮੈਂ ਵੱਡਾ ਪੁੱਤਰ ਆ। ਮੈਨੂੰ ਇੰਨਾ ਪਤਾ ਵਾ। ਤੁਸੀਂ ਯਾਰ- ਵੱਡੇ ਪੁੱਤਰ ਹੋ, ਉਹ ਛੋਟਾ ਪੁੱਤਰ ਹੈ ਤੇ ਉਹ ਕਿਸੇ ਉਹ ਦਰਮਿਆਨਾ ਵਾ। ਮੈਂ ਸਭ ਤੋਂ ਐਂਡ ਵਾਲਾ ਐਂਡ ਵਾਲਾ ਹਾਂਜੀ ਦਰਮਿਆਨਾ ਮੈਂ ਬੰਦਾ ਇਸ ਹਿਸਾਬ ਨਾਲ ਯਾਰ। ਨਾ ਉਸਤਾਦ, ਕੀ ਗੱਲ ਕੀਤੀ ਭਾਈ ਤੁਸੀਂ ਪਹਿਲਾਂ? ਮੈਂ ਸਹਿਜ ਦੱਸੀ ਸਾਰੇ। ਨਾਲੇ ਟ੍ਰੇਲਰ ਤੇ ਤੁਸੀਂ ਦੇਖਣਾ ਵਾ ਨਾ, ਮੈਂ- ਦੇਖ ਲਿਓ, ਕੋਈ ਡਰ ਹੋਣਾ ਇੱਥੇ ਮੇਰੀ ਜਗ੍ਹਾ ਕੋਈ ਗੈਰਤ ਬੰਦਾ ਲੜਾਈ ਸੀਗੀ। ਕੱਲ ਨੂੰ ਨਾ ਵੇਰ ਇੱਧਰ ਮੁਗਲ ਬੈਠਾ ਹੈ। ਕੋਈ ਰੋਲਾ ਨਹੀਂ ਯਾਰ। ਮੁਗਲ ਸੁਝਿਆ ਪਿਆ, ਮੁਗਲ ਕਈ ਇੰਜ ਵੱਡੇ ਹਲਕਾ ਪੁਲਗਲ ਜਿਹਾ ਜਿਹਾ ਨਾ ਪਹੁੰਚਾ ਚੁੱਕਣਾ ਤੇ ਤੈਨੂੰ ਗਰਾਰੀਆਂ ਵਾਲਾ ਖੰਜਰ ਦਿਖਣਾ। ਕੱਲ ਉਹ ਹੋਰ ਕਿੱਥੇ ਆ ਉਹ? ਕਿੱਥੇ ਨਾ ਕਰ ਨਾ ਕਰ, ਉਹਨਾਂ ਦਾ ਇਹ ਹੀ ਕੰਮ ਹੈ, ਨਾ ਕਰ। ਮੈਂ ਇਸ ਮੁਗਲ ਨੂੰ ਜਾਣਦਾ, ਜਦੋਂ ਵੀ ਲੜ ਕੇ ਆ ਸਾਰੇ ਪਿਛਲੇ ਪੱਲੇ ਤੇ ਨਿਸ਼ਾਨ ਹੋਇਆ। ਇਸ ਗੁੱਜੋ ਨੇ ਫਰੰਟ ਤੇ ਕਦੀ ਨਿਸ਼ਾਨ ਸੱਟ ਨਹੀਂ ਖਾਦੀ। ਤੂੰ ਕਹਿੰਦਾ ਬਦਮਾਸ਼ ਆ, ਐਡੀਟਿੰਗ 'ਚ ਤੇਰੀ ਆਵਾਜ਼ ਚੁੱਕਣੀ ਪੈਂਦੀ ਤਾਂ। ਮੈਂ ਮੱਧਮ ਬਦਮਾਸ਼ ਹਾਂ। ਨਹੀਂ, ਮੈਂ ਮੁਗਲ ਦੀ ਗੱਲ ਕਰ ਰਿਹਾ ਉਸਤਾਦ ਜੀ। ਮੁਗਲ ਨੂੰ ਦੋ ਰੈਪਟੇ ਵਜੇ, ਮੁਗਲ ਦੀਆਂ ਅੱਖਾਂ ਦੇ ਕੈਸੀਆਂ ਹੋ ਗਈਆਂ ਨੇ ਕਿ ਮੁਗਲ ਅਗਰ ਬਦਮਾਸ਼ ਹੈ, ਨੀਤ ਵੀ ਗੰਦੀ ਆ। ਸਲਾਤ ਨੂੰ ਡੇਲਾ ਨਹੀਂ ਚੁੱਕਣ ਡਿਆ। ਓਏ ਬੱਸ ਕਰ ਮਿੱਠੇ। ਖਾਣ ਪੀਣ ਵਾਲੀਆਂ ਚੀਜ਼ਾਂ ਆ ਗਈਆਂ, ਹੁਣ ਮੁਗਲ ਕੀ ਕਰੇ ਇੱਥੇ? ਮੁਗਲ ਕੀ ਕਰੇ? ਮੈਂ ਤੁਹਾਨੂੰ ਸਭ ਮੁਗਲ ਨੂੰ ਸਟਿੰਗ ਲੈ ਤੇ ਕਤਲ ਮਾਫ ਕਰ ਦੇਗਾ। ਐਸਾ ਮਾੜਾ ਬਦਮਾਸ਼ ਹੈ, ਦੇਖ ਤਾਂ ਸਹੀ। ਭਾਈ ਫੈਸਲ ਨਾ ਯਾਰ ਮੈਂ ਰਾਤੀ ਮੈਂ ਇੱਕ ਹੁਣੇ ਰੀਲ ਦੇਖ ਰਿਹਾ ਸੀ, ਉਹ ਬੰਦੇ ਨੇ ਗਾਣੇ ਤੇ ਰੀਲ ਬਣਾਈ। ਮਤਲਬ ਕਿ ਸੀਰੀਅਸ ਕੁੜੀ ਵੀ ਨਾਲ ਤੇ ਉਹ ਇੰਝ ਯਾਨੀ ਕਿ ਲਾਈਕ ਆ ਕੋਈ ਚੀਜ਼ ਖਾ ਰਿਹਾ ਨਾ, ਮਤਲਬ ਕੋਈ ਚੀਜ਼ ਉਹ ਕੁੜੀ ਨੂੰ ਇੰਝ ਖਵਾ ਰਹੀ ਹੈ ਤੇ ਉਹ ਕਹਿ ਰਿਹਾ ਕਿਤਨਾ ਹਸੀਨ ਚਿਹਰਾ, ਤੇ ਉਹਨੇ ਕੁੜੀ ਨੇ ਨਾ ਇੰਝ ਕਰਕੇ ਆ ਦੇਖਣਾ ਨਾ ਸੇਮ, ਕਿਤਨੀ ਪਿਆਰੀ ਆਂखें ਕਿਤਨੀ ਪਿਆਰੀ ਆਂखें ਐਂਜੀ ਤੂੰ ਬੁਰਕੀ ਦਾ ਦਿਖਾਦਾ। ਉਹ ਗਨ ਚ ਪੌਜ਼ ਆਇਆ, ਉਹਨੇ ਚ ਮੂੰਹ ਪਾਈ ਤੇ
ਉਹ ਖਾਂਦਾ ਕਹਿੰਦਾ ਵੀ ਗਾਈ ਜਾ ਰਿਹਾ, ਐਕਟ ਕਰੀ ਜਾ ਰਿਹਾ। ਬਾਕੀ ਮੁਗਲ ਜੀ ਮਾਫੀ ਮੰਗੋ ਸਾਰਿਆਂ ਕੋਲ। ਬਿਲਕੁਲ ਭਾਈ ਬਣਦਾ ਮੈਂ ਸਾਰਿਆਂ ਕੋਲ ਤੇ ਨਹੀਂ, ਮੈਂ ਆਪਣੇ ਉਸਤਾਦ ਕੋ ਮਾਫੀ ਨਹੀਂ, ਪਤਾ ਕੀ ਅਗਰ ਗੱਲ ਹੈ? ਜ਼ਿੰਦਗੀ ਦੇ ਵਿੱਚ ਮੈਂ ਕਹਿੰਦਾ ਕਿ ਮੈਂ ਉਸਤਾਦ ਨੂੰ ਤੈਨੂੰ ਪਤਾ ਲਿਖ ਕੇ ਦਿੱਤਾ ਹੋਇਆ ਹੈ ਕੀ ਕਿ ਮੈਂ ਅਗਰ ਅੱਲਾ ਨਾ ਕਰੇ ਉਸਤਾਦ ਜੀ ਜਿਸ ਦਿਨ ਤੁਸੀਂ ਮੇਰੇ ਤੋਂ ਬਦਜ਼ਨ ਹੋਗੇ ਮੈਨੂੰ ਮਾਰ ਦੇਣਾ, ਮੇਰਾ ਕਤਲ ਮਾਫ ਹੈ ਤੁਹਾਨੂੰ। ਮਾਰਨ ਦਾ ਇੱਕ ਬੜਾ ਨੁਕਸਾਨ ਹੈ, ਤੁਹਾਡੀ ਪੂਛਲ ਬੜੀ ਦੇਰ ਤੋਂ ਰੁਕਦੀ ਰਹਿੰਦੀ। ਤੁਸੀਂ ਭਾਈ ਉਹਦਾ ਤੈਨੂੰ ਕੀ ਨੁਕਸਾਨ? ਤੁਸੀਂ ਮਾਰਨਾ ਨਾ, ਤੁਸੀਂ ਮਸਲ ਦਿਓ। ਨਹੀਂ ਮਾਫੀ ਮੰਗੋ, ਮਦਦ ਕਰੋ, ਆਡੀਅנס को माफी ਮੰਗੋ। ਇਹਦੀ ਤਾਂ ਪੁੱਛੋ ਤੋੜ ਤੇ ਫੇਰ ਨਿਕਲ ਆਉਂਦੀ। ਹਾਂਜੀ ਫੇਰ ਪੁੰਗਰ ਦਿੰਦੀ। ਅਜੇ ਹੀ ਹਾਂਜੀ ਪਹਿਲੇ ਆਏ ਹੁੰਦੇ ਜੋ ਉਹਦਾ ਟੈਪ ਸਿਸਟਮ। ਮਾਰ ਕੇ ਘਸੀਟਣਾ ਬਹੁਤ ਔਖਾ ਇਹਨਾਂ ਨੂੰ, ਖਿੱਚ ਕੇ ਲਿਜਾਣਾ। ਮਾਰ ਕੇ ਘਸੀਟਣਾ ਸਾਜੀ ਭਾਰੇ ਬਹੁਤ ਨੇ, ਵਜਨ ਬਹੁਤ ਨੇ। ਪਰ ਫੈਸਲਾ ਬਜਰੀ ਟੈਪ ਦਾ ਸੌਰੀ ਕਰੋ। ਕਰੋ ਸੋਰੀ। ਉਸਤਾਦ ਜੀ ਮਾਜ਼ਰਤ, ਉਸਤਾਦ ਜੀ ਅਗਰ ਕੋਈ ਦਿਲਦਾਰੀ ਹੋਈ ਤਾਂ ਮੈਂ ਮਾਜ਼ਰਤ ਚਾਹਨਾ। ਇਹ ਨਾਲ ਹੱਥ ਦਾ ਇਸ਼ਾਰਾ ਕਰਨ ਦੇ ਨਹੀਂ। ਨਹੀਂ ਆ ਤੇ ਮੈਂ ਮਾਫ਼ੀ ਟੁੱਟੇ ਮੂੰਹ ਨਾਲ ਮਦਦ ਕੀਤੀ ਹੈ। ਉਹ ਯਾਰ ਮੈਂ ਹੱਥ ਜੋੜ ਕੇ ਮਾਫੀ ਮੰਗਣਾ ਯਾਰ, ਲੇਕਿਨ ਨੈਕਸਟ ਟਾਈਮ ਥੋੜਾ ਖਿਆਲ ਕਰ। ਮੈਂ ਸਾਰੀ ਜ਼ਿੰਦਗੀ ਖਿਆਲ ਕਰਾਂਗਾ ਭਰਾਵਾ। ਤੇਰਾ ਨਹੀਂ ਬੰਦਾ ਗੱਲ, ਤੂੰ ਨਾ ਕਿਹਾ ਕਰ। ਨਹੀਂ ਕੈਸੀ ਗੱਲ ਆ ਵੀ ਤੂੰ ਉੱਠ ਕੇ ਇੰਜ ਗਿਆ ਵਾ, ਤੂੰ ਉੱਥੇ ਜਾ ਕੇ ਸੱਲਾ ਪਿਆ ਉਹ ਤੇ ਮੈਂ ਥੋਮੜ ਵੇਖ ਮੇਰਾ ਹੱਥ ਇੱਕ ਤੇ ਇਹ ਬੜਾ ਰੌਲਾ, ਜਾ ਕੇ ਦੁਸ਼ਮਣਾਂ ਨਾਲ ਬਹੁਤ ਰਲਦੇ, ਉਹ ਤਾਂ ਜਾ ਕੇ ਰਲ ਜਾਂਦਾ ਬੰਦਾ। ਇਹੀ ਦੁੱਖ ਲੈ ਗਿਆ ਸਾਜੀ ਨੂੰ। ਮੁਗਲ ਜੀ ਸਹੀ ਤਰ੍ਹਾਂ ਮਾਫੀ ਨਹੀਂ ਮੰਗੀ। ਉਹ ਭਰਾਵਾ ਹੁਣ ਅੱਬੂ ਕਿੱਧਰ ਗਏ? ਨੱਕ ਲਵਾਦੀ ਮੁਗਲ ਨਾਲ ਕਟਾਈ, ਉਹ ਕਿੱਥੇ ਅੱਬੂ ਗਏ? ਉਹ ਮੁਗਲ ਨਾਲ ਕਟਾਈ ਨਹੀਂ ਯਾਰ, ਨੱਕ ਨਾਲ ਕਟਾਈ, ਸਿੱਧਾ ਅੰਦਰ ਆਈ। ਸ਼ਾਬਾਸ਼ ਹਾਂ। ਸ਼ਾਬਾਸ਼, ਚਲੋ ਮਾਫੀ ਮੰਗੋ। ਉਸਤਾਦ ਜੀ ਮਾਫ ਕਰ ਦਿਓ। ਮੈਂ ਨਹੀਂ ਕਰਨਾ ਲੈ ਬਸ ਦਰਿਆ ਦੇ ਸਾਰਾ ਇੰਜੋਏ ਕਰ, ਜਿੱਦਾਂ ਮਾਫੀ ਚਾਹੋ ਹੈ। ਕਰੋ ਇੰਜੋਏ, ਫਿਰੋ ਤੁਰੋ। ਉਹਦਾ ਫਰਜ਼ ਸੀਗਾ, ਉਹਨੇ ਮਾਫੀ ਮੰਗ ਲਈ, ਉਹਨਾਂ ਨੇ ਨਹੀਂ ਦਿੱਤੀ। ਉਹ ਉਸਤਾਦ ਲੋਕ ਨੇ ਉਹਨਾਂ ਦੀ। ਤੁਸੀਂ ਯਾਰ ਮੈਨੂੰ ਕਿਉਂ ਖਿਜਾਉਂਦੇ ਰਹਿੰਦੇ ਨੇ ਸਾਰੇ ਹੀ? ਮੈਂ ਕੋਈ ਯਾਰ ਯਾਰ ਖਲੋਣਾ ਤੂੰ ਵਾ, ਬਾਹਰ ਨੂੰ ਇੰਜ ਕਰਕੇ ਕਿਉਂ ਨਹੀਂ ਵਾ ਕੇ ਅੱਜ? ਨਹੀਂ ਮੈਂ ਖਲੋਣਾ ਵਾ ਤੁਹਾਡੇ ਸਾਰਿਆਂ ਦਾ। ਯਾਰ ਭਾਈ ਇੰਜ ਫੈਸਲਾ ਹੋ ਜਾਂਦਾ, ਇਹਦੇ ਚ ਕੀ ਹੋਏਗਾ? ਹੈਲੋ ਬਸ ਇਹਦੇ ਨਾਲ ਕੀ ਹੋ ਗਿਆ? ਤੈਨੂੰ ਪਤਾ ਇੱਕ ਦਿਨ ਬਾਅਦ ਹੀ ਤੇਰੀ ਕਾਪੀ ਇੱਥੇ ਇੱਕ ਬੰਦਾ ਕਰਕੇ ਆ ਗਿਆ ਸੀ, ਉਹਦੀ ਕਟਿੰਗ ਕਰਾ ਔਰ ਕੋ ਹੋਈ ਨਹੀਂ। ਗਿਰੀਆ ਕਾਪੀ। ਘਟੀਆ ਕਾਪੀ, 3rd ਕਲਾਸ ਕਾਪੀ ਕਰਕੇ ਆ ਗਏ। ਬਲਕਿ ਉਹ ਜਿਹੜੀ ਨਹੀਂ ਹੁੰਦੀ, ਉਹ ਜਿੱਦਾਂ ਕਿਹੜੀ ਕਾਪੀ ਹੁੰਦੀ ਆ, ਇੱਕ ਹੁੰਦਾ ਨਾ ਫਸਟ ਕਾਪੀ, ਹਾਂਜੀ 2nd 3rd ਕਾਪੀ, ਫਿਰ ਇਹ ਕਾਰਬਨ ਵਾਲੀ ਕਾਪੀ। ਆਹ ਸਹੀ ਗੱਲ। ਨਹੀਂ ਭਾਈ ਫੈਸਲਾ ਦੇਖੋ ਨਾ, ਅੱਖਾਂ ਐ ਜੋ ਪਿੱਛੇ ਨੂੰ ਨਹੀਂ ਉਦੋਂ ਕੋਈ ਨਿਜ਼ਾਮ ਹੋਰ ਸੀ, ਉਦੋਂ ਬਿਲਕੁਲ ਸਿੱਧੇ ਸੀ ਐ ਕਰਕੇ। ਹਾਂ ਉਦੋਂ ਤਾਜ਼ੀ ਕਟਿੰਗ ਕਰਾਈ ਸੀ ਤੇ ਪਾਣੀ ਲਾ ਕੇ ਵਾਏ ਹੋਏ ਸੀ ਰਹਿੰਦੇ। ਯਾਰ ਉਹ ਨਹੀਂ ਗੱਲ ਹੈ, ਮੈਂ ਗੱਲ ਕਰਨ ਡਿਆ, ਮੈਨੂੰ ਖਿਜਾਉਂਦੇ ਕਿਉਂ ਨੇ ਸਾਰੇ ਯਾਰ? ਮੈਂ ਖਲੋਣਾ ਵਾ ਤੁਹਾਡਾ ਸਾਰਿਆਂ ਦਾ ਯਾਰ। ਇਹ ਵੀ ਇੱਕ ਮੁਹੱਬਤ ਦਾ ਰੂਲ ਆ। ਖਿਲਾਉਣਾ ਖਲੋਣਾ ਯਾਰ ਨਹੀਂ। ਯਾਰ ਮੈਨੂੰ ਕੁਛ ਵੀ ਹੋ ਗਿਆ ਨਾ, ਉਹਦੇ ਜ਼ਿੰਮੇਦਾਰ ਉਸਤਾਦ ਆ, ਮੈਂ ਉਸਤਾਦ ਜੀ ਦੀ ਬਹੁਤ ਟੈਨਸ਼ਨ ਲੈਣਾ ਯਾਰ। ਅੱਗੇ ਕਹਿ ਰਹੇ ਮੈਂ ਲਿਖ ਕੇ ਦਿੱਤਾ ਵਾ ਕਿ ਮੈਨੂੰ ਕੁਝ ਹੋ ਜਾਏ ਤੇ ਉਸਤਾਦ ਜੀ ਤੁਸੀਂ ਮੈਨੂੰ ਗੋਲੀ ਮਾਰ ਦਿਓ। ਗੁੱਜਰ ਜੀ ਆ ਲਫ਼ਜ਼ ਸੁਣਦੇ 8 ਸਾਲ ਤੇ ਮੈਨੂੰ ਹੋ ਗਏ, ਮੈਨੂੰ ਕੁਝ ਵੀ ਹੋ ਜੇ ਨਾ ਉਸਤਾਦ ਜੀ ਜ਼ਿੰਮੇਦਾਰ। ਇਹ 8 ਸਾਲ ਤੇ ਮੈਨੂੰ ਹੋ ਗਏ। ਦਿਲ ਕਰ ਸਾਡੀਆਂ ਬਾਜ਼ੀਆਂ ਪੈ ਜਾਣ, ਭਾਈ ਫੇਰ ਇੱਥੇ ਬੈਠਾ ਹੋਵੇ, ਕੁਝ ਨਹੀਂ ਹੋਣਾ ਤੁਹਾਨੂੰ। ਹੁਣ ਉਹਨਾਂ ਨੇ ਨਹੀਂ ਨਾ ਮਾਫ ਕੀਤਾ, ਹੁਣ ਤੁਹਾਡੇ ਤੇ ਬੋਝ ਹੀ ਕੋਈ ਨਹੀਂ। ਇਜ਼ੀ ਰਹੋ। ਇਹਨੇ ਮੇਰੇ ਤੋਂ ਬਾਅਦ ਵੀ ਇਦਾਂ ਹੀ ਕਹਿਣਾ ਵਾ ਕਿ ਜੇ ਮੈਨੂੰ ਕੁਝ ਹੋ ਗਿਆ ਨਾ ਤੇ ਉਸਤਾਦ ਦੀ ਵਜ੍ਹਾ ਤੋਂ ਹੋਣਾ ਜੇ। ਉਸਤਾਦ ਜੀ ਨਾ ਇਹੋ ਜੀ ਗੱਲ ਕਰਿਆ ਕਰੋ, ਨਾ ਕਰਿਆ ਕਰੋ। ਅੱਲਾ ਨਾ ਕਰੇ ਤੁਹਾਡੇ ਦੁਸ਼ਮਣ ਮਰਨ, ਤੁਸੀਂ ਕਾਹਤੋਂ ਮਰੋ? ਹਾਂ ਉਹ ਸੱਜਣ ਨੇ ਵੀ ਮਰ ਜਾਣਾ, ਦੁਸ਼ਮਣਾਂ ਨੇ ਵੀ ਮਰ ਜਾਣਾ, ਚੰਗਿਆਂ ਨੇ ਵੀ ਮਰ ਜਾਣਾ, ਨਸਲੀਆਂ ਨੇ ਵੀ ਮਰ ਜਾਣਾ, ਬੇਨਸਲਿਆਂ ਨੇ ਵੀ ਮਰ ਜਾਣਾ, ਸ਼ਰੀਫਾਂ ਨੇ ਵੀ ਮਰ ਜਾਣਾ, ਦੂਜਿਆਂ ਨੇ ਵੀ ਮਰ ਜਾਣਾ, ਸਾਰਿਆਂ ਨੇ ਸਾਰਿਆਂ ਨੇ ਜਾਣਾ। ਹਾਏ ਹਾਏ ਹਾਏ। ਤੇ ਭਾਈ ਫੈਸਲ ਨੇ ਮੈਨੂੰ ਇਹਨੇ ਨਹੀਂ ਲੱਗਦਾ ਮਰਨਾ। ਇਹਨੇ ਨਹੀਂ ਮਰਨਾ। ਨਹੀਂ ਇਸ ਪੈਪ ਨਾ ਕਿਤੇ ਹੋਰ ਜਗ੍ਹਾ ਜਿਹੜੀ ਗੱਲ, ਜਿਹੜਾ ਪੁਰਜ਼ਾ ਹੁੰਦਾ ਨਾ, ਜਿਹੜਾ ਪੁਰਜ਼ਾ ਦੱਸਦਾ ਹੋਏ ਆਹ ਕੀ ਕਰ ਲਿਆ ਈ, ਤੇ ਉਹ ਬੰਦਾ ਮਰ ਜਾਂਦਾ। ਉਹ ਪੁਰਜ਼ਾ ਹੀ ਖਰਾਬ ਆ, ਇਹਨੇ ਮਰਨਾ ਹੀ ਨਹੀਂ। ਯਾਨੀ ਕਿ ਤੁਹਾਡੇ ਤੁਹਾਡੇ ਸਿਰਫ ਅੱਖਾਂ ਬੰਦ ਕਰਨੀਆਂ ਬਸ। ਤੁਹਾਡੇ ਕਹਿਣਾ ਮਤਲਬ ਗੈਰਤ ਲਈ ਨਸ਼ਾ ਬੰਦਾ, ਹਾਂ ਉਹ ਬੰਦ, ਜ਼ਮੀਰ। ਜ਼ਮੀਰ ਮਲਾਮਤ ਨਹੀਂ ਕਰਦਾ। ਉਹਨੂੰ ਮਾਦਾ ਵੀ ਕਹਿੰਦੇ ਆ ਸਾਜੀ, ਪੁਰਦਾ ਨਹੀਂ ਕਹਿੰਦੇ। ਉਹ ਚ ਮਾਦਾ ਹਾਂ ਉਹ ਮਾਦਾ ਨਹੀਂ ਹੈਗਾ ਉਹਦੇ ਚ। ਮਾਦਾ ਜ਼ਮੀਰ ਦੀ ਜਿਹੜੀ ਨਲਕੀ ਹੈ ਨਾ, ਜ਼ਮੀਰ ਦੀ ਘੁਰੀ ਕਢਾਉਣ ਵਾਲੀ ਹੋਈ ਹੈ। ਜ਼ਮੀਰ ਢਿੱਲਾ ਹੋਇਆ ਵਾ। ਲੇਕਿਨ ਫੈਸਲ ਸਾਹਿਬ ਨੇ ਵਫਾ ਦਾ ਉਸਤਾਦ ਜੀ ਤੁਹਾਡੇ ਨਾਲ ਕੋਈ ਨਿਭਾ ਵੱਡਾ ਹੀ ਕਰਤਾ ਵਾ। ਹਾਂ ਕੰਡ ਪਿੱਛੇ ਪਤਾ ਚੱਲਦਾ ਵਾ ਕਿ ਸ਼ਾਗਿਰਦ ਕੀ ਹੈ, ਜਿੱਥੇ ਵੀ ਮਾਰੇ ਤੁਹਾਡੇ ਨਾਰੇ ਮਾਰੇ ਇਸ ਭਾਈ ਨੇ ਯਾਰ। ਹਾਂ ਇਸ ਗੱਲੋਂ ਬਾਤ ਨਹੀਂ ਇਸ ਗੱਲੋਂ ਤੇ ਵਾਕਈ ਹੈ, ਮੈਂ ਆਪਣੀ ਜ਼ਮੀਰ ਅਗੇ ਮੁਤਮਈਨ ਆ ਮਿੱਠੇ। ਲੇਕਿਨ ਜ਼ਮੀਰ ਤੁਹਾਡੇ ਕੋਲ ਮੁਤਮਿਨ ਨਹੀਂ। ਉਹ ਕੋਲੋਂ ਪੈਸੇ ਦੇਣੇ ਕਿਸੇ ਹੋਰ ਬੰਦੇ ਚ ਪਵਾ ਦਿਓ, ਕਹਿੰਦਾ ਮੈਨੂੰ ਭਾਜੀ। ਅੱਛਾ ਉਸਤਾਦ ਜੀ ਦੇ ਲਾਫੇ ਕਰਾ ਕੇ ਵੀ ਜ਼ਮੀਰ ਅਗੇ ਮੁਤਮਿਨ ਆ ਕਹਦੀ ਆ ਚੈੱਕ ਕਰ। ਕੈਸੀ ਗੱਲ ਹੈ? ਉਸਤਾਦ ਜੀ ਤੋਂ ਕੋਲਾ ਪਾਤਾ। ਐਵੇਂ ਨਾ ਯਾਰ ਤੂੰ ਗੱਲ ਨੂੰ ਚੁੱਕ ਨਹੀਂ ਲਾਵੇ ਯਾਰ ਮੈਂ ਇਦਾਂ ਦੀ ਲੜਾਈ ਤੋਂ ਮੈਂ ਵੈਸੇ ਜਾਂ ਤਾਂ ਅੱਛੇ ਤਰੀਕੇ ਨਾਲ ਹਦਾਇਤ ਯਾਫਤਾ ਕੰਮ ਕਰਦੇ ਹੋ, ਜਾਂ ਇੱਕ ਪੁੱਲ ਭਰਿਆ ਪੂਰਾ ਹੋ ਹੀ ਜਾਵੇ, ਜਾਂ ਫਿਰ ਛੇੜੋ ਹੀ ਨਾ। ਛੇੜ ਹੋਈ। ਇਹ ਮਾੜਾ ਲੋ ਬੋਲਾ ਜਾਂ ਪਾ ਕੇ ਤੁਸੀਂ ਗੰਦੇ ਹੋ ਗਏ। ਆਪ ਤਾਂ ਕਿਸੇ ਨਾਲ ਲੜਦਾ ਨਹੀਂ, ਭੁੰਨ ਭਣੀਆਂ ਤੂੰ ਤਾਂ ਕਰਕੇ ਦਿਖਾ ਆਲੂ ਲਓ। ਲੜਨਾ ਚਾਹੀਦਾ ਨਹੀਂ। ਇਹ ਦੁਨੀਆ ਇਹ ਛੇੜੇ ਲੜਨ ਵਾਲੇ ਆ। ਦੱਸੀ
ਇਹਨਾਂ ਨਾਲ ਲੜ ਪਈਏ ਯਾਰ ਜਿਹਨਾਂ ਨੇ ਸਾਨੂੰ ਬਣਾਇਆ, ਇਹ ਤੇ ਚਿਹਰੇ ਰਲ ਮਿਲ ਕੇ ਬਹਿ ਕੇ ਖਾ ਓਏ ਆ ਰਹੇ ਜਿਹੜੀ ਤੂੰ ਸਟਾਈਲ ਪਾਇਆ ਨਾ ਕਮੀਜ਼ ਦਾ, ਇਹ ਸਾਲਿਆ ਉਹਨਾਂ ਦਾ ਹੁੰਦਾ ਜਿਹੜੇ ਗੱਲ ਬਾਅਦ ਚ ਕਰਦੇ ਆ, ਉਹ ਇਹ ਨਹੀਂ ਵੇਖਦੇ ਲੜਨਾ ਲੜ ਪੈਂਦੇ। ਤੂੰ ਲਿਬਾਸ ਦੂਜਾ ਪਾਇਆ ਵਾ, ਬਕਵਾਸ ਦੂਜੀ ਕਰੇ। ਬਕਵਾਸ ਤੂੰ ਕਰਨ ਲਿਆ ਵੱਡੀ ਕਾਲਰ ਵਾਲੇ ਇਹ ਦੇਖੋ ਨਾ, ਇਹ ਦੇਖੋ ਜਰਾ ਨਹੀਂ ਆ ਦੇਖੋ ਆਹੋ ਅੱਜ ਤਾਂ ਲੜਨਾ ਪਾਉਂਦਾ ਨਹੀਂ ਸੱਚ, ਇਹ ਲਿਬਾਸ ਹੋਰ ਵੀ ਹੁੰਦਾ, ਹੋਰ ਹਾਂ, ਇਹ ਹੋਰ ਕੈਟਾਗਰੀ ਦਾ ਵੀ ਹੁੰਦਾ। ਹੋਰ ਫੀਲ ਨਾਲ ਪਾਇਆ। ਆਹੋ। ਤਾਈ ਸਿਰੇ ਉੱਠ ਕੇ ਨਾ ਖਾਸਾ ਯਕੀਨ ਹੁਣ ਮੰਡੀ ਕੁਆਟਰ में देखो इतना लिबास पा के कहने अरे दुलारा जी तो पान तो लगाइएगा ਨਹੀਂ ਨਹੀਂ, ਉਹ ਹੋਰ ਵੀ ਹੁੰਦੇ, ਮੈਂ ਸਮਝ ਗਿਆ। ਸਮਝ ਗਿਆ ਨਾ? ਆਹੋ ਮੈਨੂੰ ਪਤਾ, ਮੈਂ ਅੰਗੂ ਤੇ ਜੱਗੂ ਪਹਿਲਵਾਨ ਬੈਠ ਨਹੀਂ ਨਾ, ਉਹ ਨਹੀਂ, ਕਾਲਾ ਉਸਤਾਦ ਜੀ ਨੇ ਕਿਹਾ ਤੁਸੀਂ ਸਮਝ ਗਏ। ਉਹ ਯਾਰ ਉਹ ਸਮਝ ਗਏ, ਉਹਦੀ ਗੱਲ, ਉਹਦੀ ਫੈਮਿਲੀ ਦੀ ਗੱਲ ਹੋਈ ਹੈ। ਸਹੀ ਹੋਇਆ। ਮਾਂ ਕਿਹਾ ਨਹੀਂ ਆਪੂ ਜੀ ਕਿੱਥੇ ਗਏ ਵੀ ਨੱਕ ਸਲਾਦ ਚ ਪਾ ਲਈ, ਮੈਂ ਨਾ ਕੱਟਿਆ ਜਾਵਾਂ, ਮੈਂ ਵੱਡਿਆ ਨਾ ਜਾਵਾਂ। ਉਹ ਮਿੱਠੇ, ਉਹ ਲੱਗ ਗੱਲ ਛੱਡ ਦਿਓ, ਹੁਣ ਛੱਡ ਦਿਓ। ਹੁਣ ਕੰਮ ਦੀ ਯਾਰ ਜਦੋਂ ਲਲਕਾਰ ਪੈ ਜਾਵੇ ਨਾ, ਮੈਂ ਤੇ ਇੱਕ ਗੱਲ ਜਾਣਦਾ ਸੀ ਜੱਟਮਾਂ ਜੀ, ਜਦੋਂ ਲਲਕਾਰ ਪੈ ਜਾਵੇ ਅੱਗੇ, ਭਾਵੇਂ ਤੁਹਾਡਾ ਸ਼ਰੀਕ ਦੁਸ਼ਮਣ ਤੁਹਾਡਾ ਕੋਈ ਵੀ ਆ, ਕੋਈ ਲੜ ਪਓ। ਫੁੱਲ ਗਰਮੀ ਪੈਣ ਨਹੀਂ ਤੇ ਇੱਕ ਖੋਤੇ ਦੀ ਛਾਜ ਖਲੋਤੇ। ਅੱਛਾ ਏਦਾਂ ਤਾਂ ਪਤਾ ਲੜਾਈ ਦੇ ਵਿੱਚ ਫੁੱਲ ਕੁੱਟ ਪੈਂਦੀ, ਉੱਥੇ ਲੱਗੂ ਕੜਾ ਲੱਗੂਗਾ ਰਸ਼ੀਦ ਪਾ ਲਾ ਦੀ ਓਏ, ਪਾਣ ਲਾ ਦੀ ਪਾ ਲਾ ਮਿੱਟਾ ਖੋਤੇ ਤੇ ਕੋਈ ਕਹਿੰਦਾ ਕੀ ਪਿਟਾ ਤੁਮ ਕਰ ਸਕਤੇ लगना ये भी टप तुम कर सकते हो, तुम चढ़ सकते हो जिथे ਉਹਦੇ ਵਿਚਾਰੇ ਕੋ ਉਹਦੇ ਤੇ ਨਹੀਂ ਚੜਿਆ ਜਾ ਰਿਹਾ ਚੜਾਈ ਤੇ ਉੱਥੇ ਨੂੰ ਕਹਿ ਰਿਹਾ ਕੀ ਟਪ ਤੁਮ ਚੜ ਸਕते हो, चढ़ सकते ਖੋਤੇ ਤੇ ਆਉਂਦੇ ਤੇ ਭਰਜਾਈ ਉੱਥੋਂ ਕਹਿੰਦੀ ਰੂਪਾ पुष्पा ਰੂਪਾ ਖੋਤੇ ਨੂੰ ਮੰਡੀ ਵੱਲ ਨੂੰ ਮੋੜ ਕੇ ਉਹਨੂੰ ਕਹਿੰਦੇ ਆ ਅੱਜ ਸੇ ਤੁਹਾਡੇ ਔਰ ਮੇਰੇ ਰਸਤੇ ਜੁਦਾ ਹੈ। ਲੈ ਯਾਰ ਏਦਾਂ ਦੇ ਬੰਦੇ ਨਾ ਲੜਾਈ ਦੇ ਵਿੱਚ ਆਪਣਾ ਨਾਮ ਬਚਾਉਣੇ ਦੋ, ਇੱਧਰ ਤਾਂ ਮਾਰੇ ਹੋਏ ਯਾਰ ਖੋਤਾ ਇੱਕ ਲੀਵੀ ਪਾ ਕੇ ਬੈਠਾ ਕਹਿੰਦਾ ਉਹ ਚੱਲ ਛੱਡ, ਵੱਡੇ ਕਹਿ ਦਿੰਦੇ ਹੁੰਦੇ ਆ, ਕੋਈ ਨਹੀਂ ਛੱਡ। ਅਰੇ ਤੈਨੂੰ ਗੱਲ ਆਈ ਕਹਿੰਦਾ ਕਰ ਨਹੀਂ, ਮੈਨੂੰ ਨਹੀਂ ਲੱਗੀ। ਉਹਨੇ ਤੈਨੂੰ ਕਿਹਾ ਕਿ ਚੱਲ ਕੋਈ ਗੱਲ ਨਹੀਂ ਵੱਡੇ ਕਹਿ ਦਿੰਦੇ ਹੁੰਦੇ ਆ। ਲੈ ਦੱਸ ਯਾਰ ਕੈਸਾ ਜਾਹਲ ਆਦਮੀ। ਉਹ ਤਾਂ ਮੂੰਹ ਨੀਵਾ ਕਰਕੇ ਬੈਠਾ, ਉਹਨੂੰ ਕਹੀ ਜੇ ਇਤਨੀ ਬੇਰੁਖੀ ਕਿਉਂ? ਆਹੋ ਉਹ ਤੇਨੇ ਦਿਲਤੀ ਮਾਰੀ, ਉਹਨੂੰ ਕਹੀ ਜੇ ਮੈਨੇ ਤੁਹਾਡਾ ਕੀ ਵਿਗਾੜਾ। ਨਹੀਂ ਖੋਤੇ ਨੇ ਵਾਸੀ ਚੇਂਜ ਕਰਕੇ ਇੱਕ ਲੱਤ ਵੱਡੀ ਕੀਤੀ, ਇਹਦੇ ਅੱਗੇ ਆ ਕੇ ਕਹਿੰਦਾ ਇਹਦਾ ਟੱਕ ਲੈਂਗਾ ਸਾਨੂੰ, ਉਹਨੇ ਕੀ ਟੱਕਣਾ ਫਿਰ। नहीं आ अच्छी ਗੱਲ ਸੀ ਕਹਿੰਦਾ ਕੀਪ ਇਟ ਅਪ तुम चढ़ सकते हो, तुम चढ़ सकते ਉਹਨੂੰ ਮੋਟੀਵੇਟ ਕਰ ਰਿਹਾ। ਆਹੋ ਉਸਤਾਦ ਜੀ ਬੜੀਆਂ ਰੇਸਾਂ ਲੱਗਦੀਆਂ ਖੋਤਿਆਂ ਦੀਆਂ। ਹਾਂਜੀ ਖੋਤੇ ਦੀ ਰੇਸ ਵੇਖੀ ਕਦੇ ਤੁਸੀਂ? ਹੋਲੋ ਉਹ ਮਹਿੰਗੀ ਉਹ ਰੇੜੀਆਂ ਸਮੇਤ ਵੀ ਲੱਗਦੀਆਂ ਸੀ, ਨਿੱਕੀ ਜਿਹੜੀਆਂ ਸਮੇਤ ਟਾਂਗਿਆਂ ਦੀਆਂ ਵੀ ਲੱਗਦੀਆਂ ਹੁੰਦੀਆਂ ਸੀ। ਇੱਥੇ ਲੱਗਦੇ ਸੀ ਗੱਲ ਦੌੜ ਵਾਲੇ ਟਾਂਗੇ ਤੇ ਨਾ ਪਿੱਛੇ ਟਾਂਗਾ ਛੋਟਾ ਹੁੰਦਾ, ਉਹ ਦੂਜਾ ਹੁੰਦਾ, ਉਹਨੂੰ ਪਤਾ ਨਹੀਂ ਕੀ ਕਹਿੰਦੇ ਆ। ਦੋਧੀ ਟਾਂਗਾ। ਉਹ ਨਹੀਂ ਉਹਦੇ ਤੇ ਸਿਰਫ ਇੱਕ ਬੰਦਾ ਬੈਠਾ ਹੁੰਦਾ ਗਿਆ, ਇੱਕ ਜਣਾ ਹੋਰ। ਉਹ ਟਾਂਗੇ ਹੋਰ ਉਹਦੇ, ਉਹਨਾਂ ਦੀ ਵੇਲਾ ਆ 3 ਪਹੀਆਂ ਦੇ ਰਕਸ਼ੇ, ਇਹਨਾਂ ਦੀਆਂ ਫੈਸਲਾਬਾਦ ਲਾਹੌਰ ਤੱਕ ਰੇਸਾਂ ਲੱਗਦੀਆਂ। ਸਤਾਈ ਜਿਹੜੀ ਘੋੜਿਆਂ ਦੀ ਹੁੰਦੀ ਨਾ ਰੇਸ, ਨੂੰ ਪੋਲੋ ਕਹਿੰਦੇ, ਜਿਹੜੀ ਖੋਤਿਆਂ ਦੀ ਉਹਨੂੰ ਉਹ ਪੋਲੋ। ਪੋਲੋ ਇਹਨੇ ਪੋਲੋ ਕਿਹਨੂੰ ਕਹਿੰਦੇ ਆ? ਪੋਲੋ ਹੋਰ ਖੇਲ ਹੈ ਯਾਰ। ਇਹਨੂੰ ਖੋਲੋ ਕਹਿੰਦੇ ਖੋਤਿਆਂ ਦੇ ਵਾਲੇ ਨੂੰ। ਉਹ ਲੈ ਲਈ ਉਹ ਲੋੜੀ ਕਹਿੰਦੇ। ਉਸਤਾਦ ਜੀ ਖੋਤਿਆਂ ਦੀ ਰੇਸ ਤੁਸੀਂ ਦੇਖੀ ਕਦੇ ਵੈਸੇ? ਨਹੀਂ ਹੈ ਕਿਉਂ ਨਹੀਂ ਵੇਖੀ? ਗੱਡਿਆਂ ਦੀ ਗੱਡਿਆਂ ਦੀ ਬਹੁਤ ਨੁਕਸਾਨ ਹੈ। ਗੱਡਿਆਂ ਕੋਚ ਦੀ ਨੇ। ਰੇਸ। ਕੁੱਤਿਆਂ ਦੀ ਵੇਖ ਰਿਹਾ ਮੈਂ ਕੁੱਤਿਆਂ ਦੀ ਕੀ? ਰੇਸ, ਉਸਤਾਦ ਜੀ ਉਹ ਕੁੱਤਾ ਜਿਹੜਾ ਹੁੰਦਾ ਨਾ, ਕਿ ਅਸੀਂ ਅੱਗੇ ਲੰਘ ਜਾਈਏ। ਹਾਂ ਨਾ 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 ਨਾ, ਉਹ ਕੁੱਤਾ ਭਲਾ ਕਿਸ ਤਰ੍ਹਾਂ ਦਾ ਹੁੰਦਾ ਉਸਤਾਦ ਜੀ? ਉਹ ਪਿੱਛੋਂ ਇੰਜ ਦਾ ਹੁੰਦਾ ਤੇ ਅੱਗੋਂ ਇੰਜ ਦਾ ਹੁੰਦਾ ਹੈ। ਉਹਨੂੰ ਸ਼ਿਕਾਰੀ ਕਹਿੰਦੇ ਉਹ ਅੱਗੋਂ ਖੋਲਦਾ ਜਾ ਕੇ ਲੱਤਾਂ ਖੋਲ ਕੇ ਖਲੋਤਾ ਹੁੰਦਾ। ਉਹ ਰੇਸਰ ਬੜਾ ਰੇਸਰ ਓਏ ਆਹੋ ਉਸਤਾਦ ਜੀ ਪਿੱਛੋਂ ਉਹਨੇ ਬਰੀਕ ਜਿਹਾ ਹੁੰਦਾ ਬਰੀਕ ਜਿਹਾ, ਆਹੋ, ਆਹੋ। ਅੱਗੋਂ ਉਹਨੇ ਇੰਜ ਉਹਦੀ ਬਹੁਤ ਤੇਜ਼ ਦੌੜ ਹੁੰਦੀ। ਉਸਤਾਦ ਜੀ ਉਹਦੀ ਰੇਸ ਭਲਾ ਕਿਸ ਤਰ੍ਹਾਂ ਹੁੰਦੀ ਕੁੱਤੇ ਦੀ ਤੁਹਾਨੂੰ ਮੈਂ ਪਤਾ? ਦੱਸਾਂ ਉਹਦੇ ਚ 70 ਦਾ ਕਾਰਪੇਟਰ ਪਾਇਆ। ਨਹੀਂ ਖਰਗੋਸ਼ ਛੱਡਦੇ ਸਾਜੀ ਸਾਹਾ ਛੱਡਦੇ ਹੁੰਦੇ ਆ ਉਹ ਪਿੰਡਾਂ 'ਚ ਟੈਂਡਰ ਤੋਂ। ਸਾਹਾ ਤੇ ਤੁਰਦੀ ਹੀ ਨਹੀਂ। ਉਹ ਸਾਹਾ ਖਰਗੋਸ਼ ਨੂੰ ਖਰਗੋਸ਼ ਨੂੰ ਕਹਿੰਦੇ ਆ। ਖਰਗੋਸ਼ ਤੋਂ ਥੋੜਾ ਵੱਡਾ ਹੁੰਦਾ, ਸਾਹ ਬਹੁਤ ਭਜਦਾ ਵਾ। ਅੱਛਾ ਉਹ ਕੁੱਤੇ ਉਹਨੂੰ- ਉਹਦੇ ਮਗਰ ਫਿਰ ਭੱਜਦੇ ਆ। ਕੁੱਤੇ ਉਹਦੇ ਮਗਰ ਭਜਦੇ ਫਿਰ। ਤੇ ਜਿਹਨੇ ਫੜ ਲਿਆ ਉਹ ਕੁੱਤਾ ਜਿੱਤ ਗਿਆ। ਕੁੱਤਾ ਜਿਹੜਾ ਨਾ ਖਰਗੋਸ਼ ਫੜ ਗਿਆ ਇੰਜ ਕਰ ਲੈਂਦਾ। ਭਾਈ ਫੈਸਲ ਦਾ ਕੁੱਤਾ ਗਿਆ ਸਾਹ ਫੜਨਾ, ਉੱਥੋਂ ਇੱਟ ਚੁੱਕ ਕੇ ਲਿਆ, ਕਹਿੰਦਾ ਭਾਈ ਸਾਹ ਤਾਂ ਨਿਕਲ ਗਿਆ ਇੱਟੀ ਦਾ। ਸਾਹ ਨਹੀਂ ਕੀਤਾ। ਕੁੱਤਾ ਗਿਆ ਤੇ ਘੰਟੇ ਬਾਅਦ ਵਾਪਸ ਆਇਆ, ਕਹਿੰਦਾ ਹਾਂ, ਕਹਿੰਦਾ ਕੋਈ ਲੱਭਿਆ ਹੀ ਨਹੀਂ ਮੈਨੂੰ, ਕੱਪ ਗਿਆ ਮੈਂ। ਉਸਤਾਦ ਜੀ ਲੈਣ ਗਿਆ ਆਹ ਪਾਣੀ ਪਿਆ ਉੱਥੋਂ, ਕਹਿੰਦਾ ਮਰ ਗਿਆ ਮੈਂ। ਨੇਰੇ 'ਚ ਕੁੱਤਾ ਛੱਡਿਆ ਲੱਭਣ ਲਈ, ਉਹ ਟਾਰਚ ਲੈ ਕੇ ਜਾ ਨਹੀਂ ਉਹਦੇ ਇੱਥੇ ਬੰਨੀ ਟਾਰਚ ਰਾਤ ਨੂੰ। ਭਾਈ ਫੈਸਲ ਦਾ ਕੁੱਤਾ ਗਿਆ ਸਾਹ ਲੱਭਣ, ਤੇ ਅੱਗੋਂ ਸਾਹ ਨੇ ਰੋਟੀ ਖੋਲੀ ਤੇ ਉੱਥੇ ਬਹਿ ਗਿਆ। ਮਿੱਠੇ ਦਾ ਕੁੱਤਾ ਵੀ ਸਾਹ ਲੱਭਣ ਗਿਆ, ਉਹ ਖਰਗੋਸ਼ ਲੱਭਣ ਗਿਆ ਤੇ ਉਹ ਵਾਪਸ ਆ ਕਹਿੰਦਾ ਤੂੰ ਛੱਡਿਆ ਕਿਉਂ ਸੀ ਪਹਿਲੇ ਦੱਸ। ਹੈ ਉਸਤਾਦ ਜੀ ਮਿੱਠੇ ਦਾ ਕੁੱਤਾ ਸਾਹ ਫੜਨ ਗਿਆ ਤੇ ਥੋੜੀ ਦੇਰ ਬਾਅਦ ਉਧਰੋਂ ਸਾਹ ਕੁੱਤੇ ਨੂੰ ਮੂੰਹ ਚ ਪਾ ਗਿਆ। ਭਾਈ ਫੈਸਲ ਦਾ ਕੁੱਤਾ ਇੰਜ ਕਰਕੇ ਗਿਆ ਸਾਹ ਲੱਭਣ, ਤੇ ਸਹੀ ਦਾ ਰਿਸ਼ਤਾ ਲੱਭ ਕੇ ਆ ਗਿਆ। ਮਿੱਠੇ ਦਾ ਕੁੱਤਾ ਸਾਹ ਲੱਭਣ ਗਿਆ ਤੇ ਵਾਪਸ ਆ ਕਹਿੰਦਾ ਮੈਨੂੰ ਉਹ ਖਰਗੋਸ਼ ਕਹਿ ਲੋ ਯਾਰ, ਸਾਹਾ ਕੀ। ਲੈ ਕਹਿੰਦਾ ਮੈਨੂੰ ਬਹੁਤ ਸਾਹ ਚੜ ਗਿਆ। ਖਰਗੋਸ਼ ਕਹਿ ਲੋ।
ਨਹੀਂ ਉਹਨੇ ਵਾਪਸ ਆਇਆ ਤੇ ਕੁੱਤੇ ਨੇ ਇੱਥੇ ਸਾਹਾ ਪਾਇਆ ਤੇ ਉਹਨੂੰ ਕਹਿ ਰਿਹਾ ਉਹ ਇੰਨਾ ਸਾਹਾ ਚੜਿਆ ਤੇ ਕੁੱਤਾ ਭਾਈ ਅੱਜ ਸਾਹਾ ਘੁੰਮਦਾ ਆ ਰਿਹਾ ਤੇ ਨਾਲੇ ਗਾਉਂਦਾ ਆ ਰਿਹਾ ਛੇ ਸਾਹਾ ਸਾਹਾ ਸ਼ਾਬਾਸ਼ ਨਹੀਂ ਯਾਰ ਉਹਨੂੰ ਲੱਭਾ ਨਹੀਂ, ਹਾਂਜੀ। ਉਹਨੂੰ ਖਪਾਇਆ ਬੜਾ ਉਹਨੇ ਤੇ ਵਾਪਸ ਆ ਕੇ ਬਹਾਨਾ ਲਾ ਰਿਹਾ ਮਾਲਕ ਅੱਗੇ ਹਨਾ। ਮਿੱਠੇ ਦਾ ਕੁੱਤਾ ਸਾਹ ਲੱਭਣ ਗਿਆ ਤੇ ਵਾਪਸ ਆ ਕਹਿੰਦਾ ਬੜਾ ਹੀ ਗੰਦੀ ਨਜ਼ਰ ਦਾ ਅੰਦਰ ਘੁਮਾਈ ਜਾ ਰਿਹਾ ਮੈਨੂੰ ਇੱਧਰ ਉੱਪਰ ਘੁਮਾਈ ਜਾ ਰਿਹਾ। ਕੋਈ ਫੈਲ ਦਾ ਕੁੱਤਾ ਸਾਹਾ ਲੱਭਣ ਗਿਆ ਵਾ, ਉਹਨੇ ਸਾਹਾ ਫੜਿਆ ਨਾਲੇ ਘੁਮਾਉਂਦਾ ਹੁੰਦਾ ਸੂਰਿਆ ਸਾਹਾ। ਨਹੀਂ ਭਾਈ ਫੈਸਲਾ ਕੁੱਤਾ ਗਿਆ ਸਾਹਾ ਲੱਭਣ, ਸਾਹਾ ਕੁੜੇ ਚ ਵੜ ਕੇ ਤੇ ਕੱਚਾ ਹੋ ਕੇ ਵਾਪਸ ਆ ਲੱਗਣਾ। ਉਹਦੀ ਅੰਮੀ ਲੱਗੀ ਕਹਿੰਦਾ ਭਾਈ ਉਹਦੀ ਅੰਮੀ ਆ ਗਈ ਫਿਰ ਅੱਛਾ ਸਾਹ ਲੱਗੇ ਖਰਗੋਸ਼ ਲੱਭਣ ਗਿਆ, ਅੱਧੇ ਘੰਟੇ ਬਾਅਦ ਹੱਬ ਕੇ ਵਾਪਸ ਆਇਆ ਤੇ ਉਹ ਲਾ ਰਿਹਾ ਬਹਾਨਾ ਸਾਹਿਬ। ਉਹਨੂੰ ਕਹਿੰਦਾ ਕੀ ਬੜੇ ਲੱਭਣੇ, ਕਹਿੰਦਾ ਉਸਤਾਦ ਉਹ ਇੱਕਦਮ ਹੀ ਗਿਆ ਉਹ ਵਿੱਚ ਵੜ ਪਤਾ ਨਹੀਂ ਕਿੱਧਰ ਗਿਆ। ਯਕੀਨ ਕਰ ਮੇਰੇ ਵੇਖਦੇ ਅੱਜ ਹੰਬਿਆ ਆ ਕੇ ਉਹ ਕਹਿੰਦਾ ਹਾਂ ਲੈ ਆਇਆ ਨਹੀਂ, ਕਹਿੰਦਾ ਉਹ ਕਿਸੇ ਨਾਲ ਮੋਟਰਸਾਈਕਲ ਤੇ ਬਹਿ ਕੇ ਨਿਕਲ ਗਿਆ। ਯਾਰ ਸਾਹਾ ਫੜਨ ਗਿਆ ਤਾਂ ਕੁੱਤਾ ਸਾਹੇ ਨੇ ਕੁੱਤੇ ਨੂੰ ਬੰਦੇ ਪਵਾਤੇ ਵਾਪਸ ਆ ਗਿਆ। ਕੁੱਤੇ ਨੂੰ ਕਹਿੰਦਾ ਤੂੰ ਖਰਗੋਸ਼ ਲੱਭਣ ਗਿਆ ਸਾਇਆ ਲੱਭ ਕੇ ਲੈਂਦਾ, ਕਹਿੰਦਾ ਤੂੰ ਕਦੀ ਜ਼ਿੰਦਗੀ 'ਚ ਫੜਿਆ ਖਰਗੋਸ਼, ਕਹਿੰਦਾ ਨਹੀਂ, ਕਹਿੰਦਾ ਤੂੰ ਇੱਕ ਦਿਨ ਫੜ ਗਿਆ ਤੈਨੂੰ ਸਮਝ ਆ ਜਾਊਗੀ ਸਾਡੇ ਤੇ ਕੀ ਬੀਤਦੀ। ਉਹਨਾਂ ਦੀ ਖੁਰਾਕ ਬੜੀ ਹੁੰਦੀ ਸਾਰੀ। ਨਹੀਂ ਉਸਤਾਦ ਜੀ ਉਹ ਬਹੁਤ ਮਜ਼ੇਦਾਰ ਆਟੋ ਮਸਾ ਖਰਗੋਸ਼ ਇੱਕ ਤੇ ਨੈਚੁਰਲੀ ਦੌੜਦਾ, ਇੱਕ ਦੜਾਉਂਦੇ ਵੀ ਹੁੰਦੇ ਆ। ਆਹੋ ਉਹ ਘੁਮਾਉਂਦੇ ਇੰਜ ਕਰਕੇ ਤੇ ਫਿਰ ਖਰਗੋਸ਼ ਪੂਰੀ ਤਰਤੀਬ ਚ ਦੌੜਦਾ, ਕੁੱਤੇ ਫੜਦੇ। ਉਹ ਰਬੜ ਚ ਪਾ ਕੇ ਛੱਡਦੇ ਇੰਜ ਗਲੀਲ। ਭਾਈ ਫੈਸਲਾ ਕੁੱਤਾ ਸਾਹ ਫੜ ਗਿਆ, ਇੰਨੀ ਤੇਜ਼ ਕੁੱਤਾ ਦੌੜਿਆ ਉਹਦੀ ਖੱਲ ਲੱਥ ਗਈ ਸਾਰੀ, ਕੱਲ ਪਿੱਛੇ ਰਹਿ ਕੇ ਵਿੱਚੋਂ ਨਿਕਲ ਕੇ ਦੌੜ ਗਈ। ਗੁੱਲੀ ਜਿਹੀ ਨਿਕਲੀ। ਮਿੱਠੇ ਦਾ ਕੁੱਤਾ ਖਰਗੋਸ਼ ਫੜਨ ਗਿਆ ਤੇ ਉਹ ਖਰਗੋਸ਼ ਚੇਦਾ ਕਰਨ ਡਿਆ ਆ ਜਾ ਹਾਂ ਇੱਧਰ ਆ ਤੇ ਉਹ ਗੋਲ ਕੱਪੜਾ ਜਿਹਾ ਬੜ ਗਿਆ ਜਿੱਦ ਕਰਕੇ ਐਜੋ ਜੇ ਕਿਤੇ ਐਜੋ ਜੇ ਲਾਲ ਕੱਪੜਾ ਫੜਿਆ ਖਰਗੋਸ਼ ਨੇ। ਭਾਈ ਫੈਸਲਾ ਕੁੱਤਾ ਖਰਗੋਸ਼ ਫੜਨ ਗਿਆ ਤਾਂ ਕੋਈ ਪਾਸੋਂ ਧਾਰਾ ਫੜ ਕੇ ਆ ਗਿਆ। ਭਾਈ ਅੱਜ ਰੋਟੀ ਤੇ ਖਾਈ ਗਿਆ। ਉਸਤਾਦ ਜੀ ਬੜੀ ਖਤਰਨਾਕ ਰੇਸ ਲੇਕਿਨ ਉਹ ਨਹੀਂ ਇਹ ਚ ਕਾਦੀ ਖਤਰਨਾਕ ਆ। ਉਸ ਤੋਂ ਬਾਅਦ ਇੱਕ ਹੋਰ ਕਰ ਜਾ ਕੇ ਅੱਛਾ ਉਸਤਾਦ ਜੀ ਇਹ ਵੀ ਕੋਈ ਦਿਮਾਗੀ ਕੋਈ ਫੋਬੀਆ ਹੁੰਦਾ ਕਿ ਜਾਨਵਰਾਂ ਨੂੰ ਲੜਦਿਆਂ ਵੇਖ ਕੇ ਤੇ ਖੁਸ਼ ਹੋਣਾ। ਉਸਤਾਦ ਜੀ ਸਭ ਤੋਂ ਖਤਰਨਾਕ ਕੁੱਤਿਆਂ ਦੀ ਲੜਾਈ ਹੁੰਦੀ ਹੈ। ਹਾਂਜੀ। ਬੰਦਾ ਬੈਠਾ ਬਾਹਰ ਲੜਦਾ ਰਹਿੰਦਾ, ਲੋਕੀ ਇੰਜੋਏ ਕਰਦੇ। ਉਹ ਯਾਰ ਮੈਂ ਉਹ ਜਿਹੜਾ ਨਾ ਕੁੱਤਿਆਂ ਦਾ ਜਿਹੜਾ ਹੁੰਦਾ ਹੈ ਉਹ ਜਿਹੜਾ ਉਹਨੂੰ ਟ੍ਰੇਨਿੰਗ ਕੋਚ ਉਹਨਾਂ ਦਾ ਉਹ ਉਸਤਾਦ ਜੀ ਜਿਹੜਾ ਹੁੰਦਾ ਨਾ ਅੱਲਾ ਮਾਫੀ ਕਹਿਣਾ ਨਹੀਂ ਚਾਹੀਦਾ ਯਾਰ ਮੇਰਾ ਰੂਮ ਦੇ ਉਸਤਾਦ ਜੀ ਉਹ ਕੁੱਤਾ ਚੈੱਕ ਭਲਾ ਕਿਦਾਂ ਕਰਦੇ ਤੁਹਾਨੂੰ ਪਤਾ ਹੈ? ਨਹੀਂ ਪਤਾ ਉਹ ਤਾਂ ਕਦੇ ਨਹੀਂ ਚੈੱਕ ਕੀਤਾ ਤੁਸੀਂ ਇੰਜ ਉਸਤਾਦ ਕਰਦੇ। ਮੁਹਤਰਮ ਮੈਂ ਕੀਤੇ 10-12 ਕੀਤੇ। ਨਹੀਂ ਉਸਤਾਦ ਜੀ ਮੁਖਾਲਫ ਦਾ ਕੁੱਤਾ ਤੁਸੀਂ ਫੜਨਾ ਹੈ। ਜਿਹੜਾ ਕੋਚ ਹੈ ਨਾ ਉਹਨਾਂ ਦਾ ਜਿਹੜਾ ਉਹਨਾਂ ਨੇ ਰੱਖਿਆ ਹੁੰਦਾ ਉਹਨੇ ਟ੍ਰੇਨਿੰਗ ਉਹਦੀ ਤਨਖਾਹ ਬੜੀ ਹੁੰਦੀ ਉਹ ਕੁੱਤਾ ਚੈੱਕ ਕਰਨ ਦੀ ਫੀਸ ਹੁੰਦੀ ਉਹਨਾਂ ਦੀ ਕਾਫੀ ਕੋਸਟਲੀ ਤਨਖਾਹ। ਉਹ ਕੁੱਤੇ ਨੂੰ ਹੋਣਾ ਉਸਤਾਦ ਜੀ ਐਂ ਕਰਕੇ ਲਾਉਂਦੇ ਨੇ ਕਿ ਕੋਈ ਜ਼ਹਿਰੀਲੀ ਚੀਜ਼ ਤੇ ਨਹੀਂ ਲੱਗੀ ਹਾਂਜੀ ਤਾਂ ਕਿ ਕੁੱਤੇ ਨੇ ਚੱਕ ਪਾਣਾ ਹੈ ਖੁਦਾ ਨਾ ਖਾਸਤਾ ਉਹਨਾਂ ਦਾ ਕੁੱਤਾ ਮਰ ਨਾ ਜਾਏ ਤੇ ਉਹ ਲਾ ਕੇ ਚੈੱਕ ਕਰਦੇ ਹੈਗੇ ਨੇ ਕਿਉਂਕਿ ਇੱਥੇ ਇੱਕ ਬੰਦੇ ਦੀ ਨਾ ਉਹਨਾਂ ਨੇ ਨੀਲਾ ਕੁੱਤਾ ਹਾਂਜੀ ਭਾਈ ਨਾ ਹਕੀਕਤ ਬਾਤ ਆ ਕੁੱਤੇ ਨੂੰ ਕੋ ਵਿਚਾਰ ਨੂੰ ਕੀ ਲੱਗਣਾ ਹੋਣਾ। ਪਤਾ ਕੀ ਗੱਲ, ਇੱਕ ਜਗ੍ਹਾ ਤੇ 3-4 ਬੰਦੇ ਬੈਠੇ ਬਹਿਸ ਕਰਨ ਦੇ ਯਾਰ ਇਹ ਹਰਾਮ ਹੁੰਦਾ ਕਿ ਇੰਜ ਦਾ ਵਾ, ਤੇ ਦੂਰੋਂ ਬੈਠੇ ਕਹਿੰਦੇ ਨਮਕੀਨ ਜਿਹਾ ਹੁੰਦਾ ਜੀ। ਨਹੀਂ ਆਹ ਤਾਂ ਗੱਲ ਸਮਝ ਨਹੀਂ ਆਈ ਇੰਜ ਲਾ ਕੇ ਇੰਜ ਕਰਦੇ ਕੋਈ। ਨਹੀਂ ਇਹ ਨਹੀਂ ਹੈ ਲੋਜੀ। ਉਸਤਾਦ ਜੀ ਜਿਹੜਾ ਬੁਲਡੋਗ ਹੈ ਨਾ ਉਹ ਜਦੋਂ ਦੰਦੀ ਵੜਦਾ ਹੈ ਆ ਦੇਖ ਤੇ ਲਿਆ। ਹਾਏ ਬੜਾ ਕੀਤਾ। ਪੈਪ ਦੀ ਵਿਸ ਚੜ ਗਈ ਉਹਦੀ ਬੈਲਟ ਦੀ। ਅੱਲਾ ਮਾਫ ਕਰ ਉਸਤਾਦ ਜੀ ਮੈਨੂੰ ਮਾਫ ਕਰ ਦੇਣਾ ਯਾਰ ਜਿਹੜਾ ਉਸਤਾਦ ਕੁੱਤੇ- ਜੀ ਦੂਸਰੇ ਨੰਬਰ ਤੇ ਜਿਹੜਾ ਕੁੱਤਾ ਹੈ, ਉਹ ਦੰਦੀ ਵੜ ਦੇਵੇ ਤੇ ਕਾਵੀਆ ਲਾਣਾ ਪੈਂਦਾ ਉਹਨੂੰ ਗਰਮ ਫਿਰ ਉਹ ਦੰਦੀ ਛੱਡਦਾ ਆਪਣੀ। ਐਡਾ ਡੇਂਜਰਸ ਕੁੱਤਾ ਹੈ। ਕਿਉਂਕਿ ਪਿੱਛੋਂ ਟਾਂਕਾ ਟੁੱਟ ਜਾਂਦਾ ਨਾ। ਯਾਨੀ ਇੰਨੀ ਦੇਰ ਚ ਹੁਣ ਕਾਵੀਆ ਬੰਦਾ ਸੋਚ ਲੱਗ ਪਿਆ ਗਰਮ ਕਰੇ ਕਾਵੀਆ ਤੇ ਗਰਮ 12-14 ਮਿੰਟ ਬਾਅਦ ਹੁੰਦਾ। ਗਰਮ ਕਰਕੇ ਰੱਖੇ ਹੁੰਦੇ ਜਦੋਂ ਲੜਾਈ ਪਹਿਲੇ ਹੀ ਲਾ ਕੇ ਰੱਖੇ ਹਾਂਜੀ ਲਾ ਕੇ ਰੱਖੇ ਹੁੰਦੇ ਤੇ ਜਿਹੜਾ ਕੁੱਤਾ ਨਾਲ ਕਾਵੀਏ ਦੀ ਉਹ ਪੇਸਟ ਵੀ ਲਾਉਣੀ ਹੈ ਜਾਂ ਖਾਲੀ ਕਾਵੀਏ ਲਾ ਦੇਣਾ ਦਿੱਤਾ ਗਿਆ ਛੋਟੀ ਡੱਬੀ ਬਾਹਰ ਵੀ ਨਾਲ ਉਸਤਾਦ ਜੀ ਐਂਡ ਲਾ ਕੇ। ਉਸਤਾਦ ਜੀ ਉਹ ਜਿਹੜਾ ਕੁੱਤਿਆਂ ਦੀ ਲੜਾਈ ਹੁੰਦੀ ਨਾ ਤੁਸੀਂ ਇਹਨਾਂ ਦਾ ਸਿਰਫ ਪੋਸਟਰ ਪੜ੍ਹਨਾ ਹਾਂ ਬੜਾ ਮਜ਼ਾ ਆਉਂਦਾ ਉਸਤਾਦ ਜੀ। ਪੜ੍ਹੇ ਲਿਖੇ ਕੁੱਤਿਆਂ ਦਾ ਪੋਸਟਰ ਕੁੱਤਾ ਸੀ ਭਾਈ ਲੜਾਈ। ਤੁਸੀਂ ਰਹੇ ਆ। ਉਹਨੇ ਕਿਹਾ ਕੁੱਤਾ ਚੌਧਰੀ ਸਾਜਨ ਦਾ ਕੁੱਤਾ ਇਹਨਾਂ ਦੀ ਕਮੈਂਟਰੀ ਬੜੀ ਸਾਜੀ ਕਮੈਂਟਰੀ ਬੜੀ ਇਹਨਾਂ ਦੀ ਹਦਾਇਤ ਵਾਲੀ ਹੁੰਦੀ। ਹਾਂ ਚੌਧਰੀ ਦਾ ਕੁੱਤਾ ਉੱਤੇ ਫਲਾਣੇ ਦਾ ਥੱਲੇ ਲੈ ਚੌਧਰੀ ਦੇ ਕੁੱਤੇ ਨੇ ਫੜ ਲਿਆ ਚੌਧਰੀ ਮਠਾਈ ਚੱਕਦੇ ਫਲਾਣੇ ਚੱਕਦੇ ਲਓ ਜੀ ਚੌਧਰੀ ਬਹਾਦਰ ਦੇ ਕੁੱਤੇ ਨੇ ਡਾਈ ਮਾਰੀ ਜਿਹਦਾ ਜੌਂਟੀ ਰੋਡ ਆ ਗਿਆ ਇਹਦੇ ਚ ਲੈ ਜੌਂਟੀ ਰੋਡ ਵਿੱਚ ਫਿਕਸ ਕਰ ਦਿੰਦੇ ਉਹ ਨਹੀਂ ਇੰਜ ਨਹੀਂ ਕਰਦੇ ਯਾਰ ਕਰਦੇ ਆ ਬੁੱਢੇ ਡਾਈਆਂ ਮਾਰਦੇ ਕੁੱਤੇ ਦਾ ਸੋਚ ਆ। ਪਰ ਫੈਸਲ ਤੁਸੀਂ ਆਪਣਾ ਜਰਮਨ ਸ਼ੈਫਰਡ ਲੜਾਓ ਕਿਸੇ ਨਾਲ। ਨਹੀਂ ਭਰਾ ਪਸੰਦ ਉਹ ਮਾਰਦੇ। ਸੁਧਾ ਲਾ ਉਹ ਤਾਂ ਵੈਸੇ ਆਮ ਦੋ ਬੰਦੇ ਦੀ ਲੜਾਈ ਹੁੰਦੀ ਨਾ ਤੇ ਜਰਮਨ ਸ਼ੈਫਰਡ ਬੋਝ ਕੰਮੜਿਆ ਹੁੰਦਾ ਤੇ ਮੇਰਾ ਪੈ ਜਾਂਦਾ ਉਹਦਾ ਬਲੱਡ ਘਟ ਲੱਗ ਜਾਂਦਾ। ਉਹ ਕੁੱਤਾ ਉਸਤਾਦ ਜੀ
ਉਹਦੀ ਖੁਰਾਕ ਦੇਸੀ ਘਿਓ, ਬਦਾਮ, ਖਸਖਾਸ, ਸਾਬੂਦਾਨਾ, ਫਾਸਟ ਫੂਡ ਵੀ ਸਾਬੂਦਾਨਾ ਨਾਲ ਤੁਖਮ ਲੰਗਾ, ਗੂੰਦ ਕਤੀਰਾ। ਤੇ ਮੈਂ ਕਹਿੰਦਾ ਉਸਤਾਦ ਜੀ ਜਦੋਂ ਲੜਦਾ ਕੁੱਤਾ ਹਰਦਾ ਹੈ ਨਾ, ਜਦੋਂ ਉਹ ਚੌਧਰੀ ਦਾ, ਹਾਂ ਕੀ ਹੋਇਆ? ਯਾਰ ਇਹ ਸਾਰੀ ਜਿਹਨੂੰ ਕਿ ਮਸਾਲੇ ਦਾ ਮਸਲਾ ਹੋਵੇ ਉਹ ਨਹੀਂ ਨਹੀਂ ਵੀ ਕੁੱਤੇ ਦਾ ਜਿਗਰ ਨਹੀਂ ਕੰਮ ਕਰਨ ਡਿਆ ਯਾਰ ਗੋਦ ਕਿਤੀਰਾ ਆਵੇ ਸਾਗੂ ਦਾ ਵੀ ਕੁੱਤਾ ਰਾਤ ਨੂੰ ਪਿਆਲੇ ਭਿਉਂ ਕੇ ਰੱਖਣਾ, ਸਵੇਰੇ ਕੁੱਤਾ ਭਿਉਂ ਕੇ ਪੀਣ ਵੀ ਡਿਆ ਤੇ ਉਸਤਾਦ ਜੀ ਜਦੋਂ ਕੁੱਤਾ ਹਰਦਾ ਹੈ ਤੇ ਇੱਧਰ ਉਧਰਲੇ ਪਿੰਡ ਵਾਲੇ ਉਹ ਚੌਧਰੀ ਦੀ ਬਿਸਤੀ ਕਰਦੇ ਕੁੱਤਾ ਹਾਰ ਗਿਆ ਤੇਰਾ ਹੈ, ਉਹਦੀ ਬਿਸਤੀ ਕਰਦੇ ਆ, ਉਹ ਕੁੱਤਾ ਹਾਰ ਗਿਆ ਉਹ ਯਾਰ, ਫਿਰ ਕਹਿੰਦੇ ਆ ਚੌਰੀ ਨੂੰ ਚੰਗਾ ਆਪ ਲਾ ਲੈਂਦਾ ਕਹਿੰਦਾ ਉਹ ਕੁੱਤਾ ਹਾਰ ਗਿਆ। ਇੱਕ ਚੌਧਰੀ ਨੇ ਤਾਂ ਗੁੱਸੇ 'ਚ ਆ ਕੇ ਕੁੱਤੇ ਨੂੰ ਫੈਰ ਮਾਰਤਾ। ਆਹੋ ਕਈ ਮਾਰਦੇ ਹੁੰਦੇ ਵੀ ਸਰਵਿਸ ਕਰਾਇਆ ਨੇ, ਇਹਨੇ ਬਿਸਤ ਪਿੰਡ 'ਚ ਕੰਡ ਨਹੀਂ ਲੱਗਣ ਦਿੱਤੀ ਉਹਨੇ, ਸਾਰੀ ਤੁਸੀਂ ਇਹ ਦੇਖੋ ਕੰਡ ਹੀ ਲੱਗਣ ਦਿੱਤੀ ਆ, ਤੇ ਉਹਨੇ- ਪਿੰਡ 'ਚ ਕੰਡ ਲਵਾਤੀ, ਮਰੇ ਕੰਡ ਨਹੀਂ ਲੱਗਣ ਦਿੱਤੀ। ਉਹਨੇ ਭਾਈ ਇੱਕ ਕੁੱਤੇ ਨੂੰ ਇੰਨਾ ਪਿਆਰ ਕੀਤਾ, ਮੈਨੂੰ ਯਾਦ ਹੈ ਉਹ ਜਿਹੜਾ ਟਿੱਕੇ ਵਾਲਾ ਪਿੰਡ ਜਿਹੜਾ ਆਪਣਾ, ਉਹ ਭਾਈ ਬਾਬਰ ਦਾ ਕੁੱਤਾ ਜਿਹੜਾ ਹੋ ਰਿਹਾ ਉਸਤਾਦ ਜੀ, ਉਹਨੇ ਬਚਪਨ 'ਚ ਛੋਟਾ ਜਿਹਾ ਪਾਲਿਆ, ਦੇਸੀ ਘਿਓ ਕਰਕੇ 36 ਇੰਚ ਦਾ ਡੋਲਾ ਕਰਤਾ ਤੇ ਇੰਜ ਕਰਕੇ ਕੁੱਤੇ ਦਾ ਉਹ ਯਾਰ ਕੁੱਤਾ ਯਾਨੀ ਕਿ ਪੂਰਾ ਬਣਾਤਾ ਦੇਸੀ ਘਿਓ ਬਣਾਇਆ, ਕੁੱਤਾ ਹਰ ਗਿਆ ਹੈ ਸਾਰਾ। ਤੇ ਉਹਨੇ ਕਿਹਾ ਕੁਛ ਨਹੀਂ, ਕਹਿੰਦਾ ਯਾਰ ਇਹਨੂੰ ਬਚਪਨ ਤੋਂ ਪਾਲਿਆ ਜੀ। ਕੁੱਤੇ ਨੂੰ ਕਹਿੰਦਾ ਸਿਰਫ ਤੂੰ ਸਾਰੀ ਜ਼ਿੰਦਗੀ ਮੇਰੇ ਮੱਥੇ ਨਹੀਂ ਲੱਗਣਾ। ਓਏ ਉਸਤਾਦ ਜੀ ਜਿਹੜੇ ਹੁਣ ਚੌਧਰੀ ਹੁੰਦੇ ਨਾ ਪਿੰਡਾਂ ਦੇ ਕੁੱਤੇ ਨੂੰ ਸਹੀ ਆਈਟਮਾਂ ਬਦਾਮ ਪਿਸਤੇ ਪਾਉਂਦੇ ਆ, ਤੇ ਭਾਈ ਹੋਣੀ 20 ਰੁਪਏ ਦੀਆਂ ਚੂਪੀਆਂ ਗੜੇਰ ਕੇ ਲਿਆਤੇ ਕੁੱਤੇ ਨੂੰ, ਉਹ ਜਿਹੜਾ ਛਾਪ ਚ ਪਾ ਕੇ ਸਾਰੇ ਦਿਨ ਫਿਰਦਾ ਰਿਹਾ, ਪਹਿਲੇ ਗਿੱਲੀਆਂ ਕਰਦਾ ਸੀ ਫਿਰ ਚੂਪ ਲੈਂਦਾ ਸੀ, ਕੀ? ਗਿੱਲੀਆਂ ਕਰ ਲੈਂਦੇ ਫਿਰ ਚੂਪ ਲੈਂਦਾ। ਹਾਂ ਉਹਦਾ ਸੁੱਕ ਜੇ ਨਹੀਂ ਨਾ, ਪਰ ਰਸ ਨਹੀਂ ਨਿਕਲਦਾ। 20 ਗਾਜਰਾਂ ਦਾ ਗੁੱਡਾ ਨਹੀਂ, ਗਾਜਰਾਂ ਦਾ ਗੁੱਡਾ ਉਹ ਲਿਆ ਤੇ 30 ਰੁਪਏ ਦਾ, ਉਹ ਜਿਹੜਾ ਪੇੜਾ ਉਹਦੇ ਚ ਭੇਂ ਕੇ ਤੇ ਉਹ ਪਿਓ ਖਾਈ ਜਾ। ਨਹੀਂ ਹੁਣ ਮੈਂ ਸਿਸਟਮ ਲਾਦਾ ਕਰਦਾ, ਮੈਂ 50 ਦੇ ਜਾਂਦਾ, ਮੈਂ ਕਹਿੰਦਾ ਜੋ ਗਾਣਾ ਹੀ ਗਾਇਆ ਹੁਣ ਤੇ ਤੇ ਫਿਰ 50 ਦੇ ਕੇ ਵੀ ਕਹਿੰਦੇ ਕੁੱਤੇ ਵੀ ਸ਼ਾਮ ਤੱਕ ਦੇਖਣੇ ਵੀ ਆ। ਹਾਂ ਸਾਡੇ ਸ਼ਾਮ ਨੂੰ ਤੇਰੇ ਕੋਲ ਦੇਖਾਂ। ਸਾਡੇ ਪਿੰਡ ਸਾਜੀ 216 ਚੱਕ ਆ, ਉੱਥੇ ਨਾ ਕੁੱਤਿਆਂ ਦੀ ਲੜਾਈ ਹੁੰਦੀ ਹੈ। ਇੱਕ ਉੱਥੇ ਕੁੱਤਾ ਦੀ ਸਾਜੀ ਉਹ ਪਾਪੇ ਚੁਲੋ ਗਾਣੇ ਤੇ ਲੱਗਾ ਸੀ। ਜਦੋਂ ਪਾਪੇ ਚੁਲੋ ਗਾਣਾ ਚੱਲਦਾ ਸੀ ਉਹਨੂੰ ਸੀ ਹਾਰਦਾ ਕਿਤੇ ਹੀ ਉਸਤਾਦ ਜੀ ਉਹ ਜਦੋਂ ਨੇ ਲੜਨਾ ਪਿੱਛੇ ਗਾਣਾ ਚਲਾ ਗਾਣਾ ਪਾਪੀ 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 ਜ਼ੈਨ ਹੋਣਾ ਵਾਲਾ ਤੇ ਲੜ ਰਿਹਾ ਜ਼ੈਨ ਹੁੰਦਾ ਉਹ ਹੈਗਾ ਤੇ ਫਿਰ ਲੜ ਰਿਹਾ, ਸਾਜੀ ਉਹ ਹਰਦੇ ਨਹੀਂ ਸੀ, ਉਹਨੂੰ ਜੋਸ਼ ਹੁੰਦਾ ਤੇ ਜੇ ਕੋਈ ਕੇਸੜ ਫਸ ਗਈ ਜਾਂ ਸੀਡੀ ਬੰਦ ਹੋ ਗਈ, ਉਹ ਹਰ ਕੁੱਤਾ ਗਿਆ। ਜਾਂਦਾ ਹਰ ਜਾਂਦਾ। ਇੱਕ ਵਾਰੀ ਡੈਕ ਚੱਲਣ ਦੇ ਬਿਜਲੀ ਚਲੇਗੀ, ਕੁੱਤਾ ਹਰ ਗਿਆ। ਨਹੀਂ ਤੇ ਉਹ ਬੰਦਾ ਮਾਲਕ ਆਪ ਕਹਿਣ ਲੱਗ ਪਿਆ ਵੀ ਪਾਪੀ ਪਾਪੀ। ਨਹੀਂ ਉਹ 뮤직 ਤੇ ਸਾਈ ਜ਼ੈਨ ਦਾ ਕੁੱਤਾ 200 ਬੜਾ ਅੱਛਾ ਉਹ ਜਿਹੜਾ ਵਿੱਚ 뮤직 ਵੱਜਦਾ। ਹਾਂਜੀ 뮤직 ਉਸਤਾਦ ਤੇ ਜੀ ਇੱਕ ਮੈਂ ਯਾਰਾ ਕਿਹੜਾ ਯਾਰਾ ਮਕਵਾਣੇ ਤੋਂ ਪਿੱਛੇ ਥੋੜਾ ਜਿਹਾ ਜਿਹੜਾ ਪਿੰਡ ਹੈ। ਨੇਠਰੀ ਹਾਂਜੀ ਉਸਤਾਦ ਜੀ, ਉੱਥੇ ਮੈਂ ਲੜਾਈ ਵੇਖੀ ਅੱਲਾ। ਤੋਬਾ ਉਸਤਾਦ ਜੀ ਦੋ ਕੁੱਤਿਆਂ ਦੀ ਲੜਾਈ, ਇੱਕ ਫੀਮੇਲ, ਉਹਨੂੰ ਕੀ ਕਹਿੰਦੇ ਨੇ ਵਿੱਚ ਉਹ ਜਦੋਂ ਉਹਨੂੰ ਕੁੱਤਾ ਕਹੀ ਜਾਂਦਾ ਤੇ ਉਹਨੂੰ ਕੁੱਤੀ ਕਹਿੰਦਾ। ਉਹਨੂੰ ਫੀਮੇਲ ਇੰਗਲਿਸ਼ ਕੈਸਾ ਤੂੰ ਇੱਕਦਮ ਮਤਲਬ ਠੀਕ ਹੋਇਆ। ਉਸਤਾਦ ਜੀ ਉਹ ਨਾ ਸਹੀ ਗੱਲ ਆ। ਉਹਦਾ ਕਦੋਂ ਯਾਦ ਉਹਨੂੰ ਵੀ ਡੌਗ ਕਹਿ, ਉਹਨੂੰ ਕੁੱਤਾ ਕੁੱਤਾ ਕਹੀ ਜਾਂਦਾ ਤੇ ਉਹ ਨਾਲ ਉਹ ਹੈ ਜੀ ਉਹਨੂੰ ਕੀ ਕਹਿੰਦੇ ਆ ਜਿਹੜੀ ਫੀਮੇਲ, ਉਹਨੂੰ ਕੁੱਤੀ ਕਹਿੰਦੇ। ਦੇ ਬਾਕੀ ਉਹਦੇ ਲੇਡੀ ਨਾਲ ਦੀ ਸੀ ਨਾ ਜਿਹੜੀ ਉਸਤਾਦ ਜੀ, ਉਹ ਇੱਕ ਦੂਸਰੇ ਨਾਲ ਬੜੀ ਮੁਹੱਬਤ ਕਰਦੇ ਸੀ, ਸੱਚੀ ਮੁਹੱਬਤ ਕਰਦੇ ਸੀ। ਉਹ ਨਾਲ ਦੇ ਪਿੰਡ ਦਾ ਕੁੱਤਾ ਉਹਨਾਂ ਨੇ ਕਿਹਾ ਜੀ ਲੜ ਲਓ, ਜਿਹੜਾ ਲੜ ਗਿਆ ਉਹ ਆਪਣੇ ਪਿੰਡ 'ਚ ਲੈ ਜਾਏਗਾ। ਮੈਂ ਲੜਾਈ ਵੇਖੀ ਉਸਤਾਦ ਜੀ, ਕੁੱਤੇ ਨੂੰ ਇੰਨੀ ਮਾਰ ਪਈ ਨਾ, ਉਹ ਕੁੱਤਾ ਡਿੱਗ ਗਿਆ। ਉਹਨੇ ਉਧਰੋਂ ਫੀਮੇਲ ਲਿਜਾ ਰਿਹਾ ਤੇ ਉਹ ਕੁੱਤੇ ਨੇ ਸਾਹ ਲਿਆ, ਮਿੱਟੀ ਉੱਟੀ ਮਾਰੀ। ਹਾਂ ਕੁੱਤੀ ਛੁਡਾ ਕੇ ਹੀ ਮਾਲਕ ਕੋ ਆਪਣਾ ਆਪ ਭੱਜ ਉਹ ਗਿਆ। ਫਿਰ ਇੰਜ ਕਰਕੇ ਉਹਨੇ ਅੱਖਾਂ ਖੋਲੀਆਂ, ਉਸਤਾਦ ਜੀ ਉਹਨੇ ਕੁੱਤਾ ਭਰਾਤਾ। ਹੋਰ ਕਰਤਾ ਮੈਂ ਪੁਰ ਨਹੀਂ ਕੀਤਾ, ਹਰਾ। ਇਹ ਕੁੱਤਾ ਮੈਨੂੰ ਰੋਹਿਤ ਸ਼ੈਟੀ ਦਾ ਲੱਗਦਾ। ਇਹ ਕਿਹੜੇ ਪਿੰਡ ਚ ਪਾਈਏ ਤੇ ਕਰ ਨੇਟਰੀ ਤੇ ਪਾਈਪ। ਦੱਸ ਯਾਰ। ਲੇਕਿਨ ਤੁਸੀਂ ਆਪਣੇ ਕੁੱਤੇ ਦਾ ਵੀ ਕੋਈ ਕਮਾਲ ਦੱਸੋ ਨਾ, ਕਿ ਸਾਡੇ ਕੁੱਤੇ ਦਾ ਕੀ ਕਮਾਲ ਆ। ਯਾਰ ਉਹ ਖਲੋਤਾ ਹੀ ਬੈਠਾ ਲੱਗਦਾ ਵਾ, ਇਸ ਤੋਂ ਵੱਡਾ ਕੀ ਕਮਾਲ ਹੈ ਯਾਰ। ਜਰਮਨ ਸ਼ੈਫਰਡ ਮਾੜਾ ਜਿਹਾ ਪਿੱਛੋਂ ਨੀਵਾ ਹੁੰਦਾ ਨਾ, ਉਹਦਾ ਸਤਾਦੀ ਇੰਨਾ ਨੀਵਾ ਹੋ ਗਿਆ, ਐਂ ਲੱਗਦਾ ਬੈਠ ਲੱਗਾ। ਸੱਚੀ ਸਾਜ ਬਿਲਕੁਲ ਹੀ ਇੰਜ ਹੋ ਗਿਆ। ਹਾਂਜੀ ਉਸਤਾਦ ਜੀ ਸਲਾਈਡ ਵਾਲਾ ਹੁੰਦਾ, ਜਰਮਨ ਸ਼ੈਫਰਡ ਜਿਹੜਾ ਨਸਲੀ ਹੁੰਦਾ ਹੀ ਸਲਾਈਡ ਵਾਲਾ, ਇੰਜ ਹੋਏਗਾ ਕੁੱਤਾ। ਉਹ ਇੰਨਾ ਵੀ ਨਾ ਜਦੋਂ ਤੁਹਾਡਾ ਹੋ ਗਿਆ ਵਾ, ਕੀ ਹੋ ਗਿਆ? ਉਹ ਤਾਂ ਬਿਲਕੁਲ ਹੀ ਇੰਜ ਹੋ ਗਿਆ ਸਾਜੀ। ਸਾਜੀ ਇਹਨੇ ਰੱਖਿਆ ਮੂੜਾ ਜਿਹਾ ਬਣਾ ਲਿਆ ਉਹਦਾ। ਕੋਈ ਮਹਿਮਾਨ ਹੁੰਦਾ ਤੇ ਵਾਲਦਾ ਕਹਿੰਦੀ ਹੈ ਮਹਿਮਾਨ ਆ ਕੁੱਤਾ ਕੱਢੋ ਪੁੱਤ, ਉਹਨੇ ਬਹਿਣਾ ਵਾ ਕੁੱਤਾ ਡਾ ਕੁੱਤਾ ਦਾ ਉਹ ਐ ਵਜੀਕੇ ਹੋ ਓਏ ਹੋਏ ਜਿਹੜਾ ਓਏ ਕੁੱਤਾ ਡਾ ਕੇ ਉਹਨੂੰ ਚੱਕਣ ਵਾਲੇ ਥਰਮੋਸ ਵਾਲੇ ਆਹੋ ਕੁੱਤਾ ਡਾਓ। ਫਾਇਦਾ ਹੋ ਗਿਆ ਨਾ। ਹੁਣ ਉਹ 3 ਕੁੱਤੇ ਹੋ ਲੈਣੇ, ਸੈੱਟ ਪੂਰਾ ਕਰਨਾ। ਮੂੜਾ ਕੋਠੇ ਤੋਂ ਦੇਖਣਾ ਅਮੀ ਕਹਿੰਦੀ ਕੋਠੇ ਤੋਂ ਕੁੱਤਾ ਲਾ ਲਿਆਓ। ਬਾਰਿਸ਼ ਹੁੰਦੀ ਵੀ ਜਦੋਂ ਵੀ ਇਸਤੇਮਾਲ ਕਰ ਪੱਤੀ ਚਾਹ ਦੀ, ਉਹ ਵਿਚਾਰੇ ਮੂੰਹ ਚ ਪਾ ਲੈਣ ਤੁੰਨ ਕੇ ਆਣ ਐਂ ਸਾਰੇ ਦਿਨ ਕੁੱਤਾ ਕਰਦਾ। ਤੈਨੂੰ ਇਹੀ ਤੇ ਪਤਾ ਨਹੀਂ। ਇੱਕ ਹੁੰਦਾ ਇਹ ਹੈਗਾ ਡਬਲ ਕੋਡ, ਇਹ ਡਬਲ ਕੋਡ ਹੁੰਦਾ, ਸਲਾਈਡ ਵਾਲਾ ਹੁੰਦਾ। ਜਿਹੜਾ ਸਿੰਗਲ ਕੋਡ ਹੁੰਦਾ ਨਾ, ਉਹਦਾ ਪਿੱਛਾ ਭਾਰਾ ਹੁੰਦਾ ਤੇ ਅੱਗਾ ਛੋਟਾ ਹੁੰਦਾ। ਜਿਹੜਾ ਹੁੰਦਾ ਟ੍ਰਿਪਲ ਕੋਡ, ਉਹ ਇੰਜ ਹੁੰਦਾ। ਤੁਹਾਡਾ ਕੁੱਤਾ ਕੋਈ ਮਾਫੀਆ ਦਾ ਹੋ ਜਾਂਦਾ। ਉਹ ਇਹਨਾਂ ਨੇ ਉਹ ਆਪਣੇ ਸਿੰਗਲ ਕੋਡ ਆ ਨਾ। ਉਹ ਇਹਨਾਂ ਨੇ ਤਾਂ ਆਪਣੇ ਕੁੱਤੇ ਨੂੰ ਥਰਮੋਸ ਵਾਲੀ ਮੋਟਰ ਲਵਾਈ ਲੱਕ ਚ ਸਾਜੀ।
ਐਂ ਚੱਕ ਰੱਖ ਦਿੰਦੇ ਕਦੀ ਇੱਧਰ ਕਦੀ ਇੱਧਰ। ਮੈਂ ਤਾਂ ਬਹੁਤ ਸਾਰੀ ਮੋਟਰ ਲਵਾਈ ਗਿਆ। ਹਾਂਜੀ ਨਾਲ ਕੁੱਤਾ ਜਾਣ ਕੇ ਆਲਾ ਤੈਚੀ ਲੈ ਕੇ ਜਾਂਦੇ ਆ। ਹਾਂਜੀ ਔਰ ਕੁੱਤਾ ਪਿੱਛੇ ਵੀ ਪਾ ਦਿੰਦੇ ਮੇਰੀ ਜਾਨ ਵਾਸਤੇ ਕਹਿੰਦੇ ਕੋਈ ਬੰਨ ਕੇ ਦਿਆਂ। ਬੇਟਾ ਜੀ ਕੁੱਤਾ ਫੀਲ ਕਰਦਾ ਹੁੰਦਾ ਹੈ। ਤੁਹਾਡੇ ਨਾਲ ਫੀਲ ਕਰਦਾ ਬਗੈਰ ਜਿਹਾ ਵਾ ਉਹਦੇ ਕਰਦਾ ਫੀਲ। ਨਹੀਂ ਉਹਦੀ ਫੀਲ ਮਾਰਦੀ ਤੁਸੀਂ ਯਾਰ ਤੂੰ ਸਿਰਫ ਜਿਹੜਾ ਕੁੱਤਾ ਨਾ ਤੇਰੀ ਗੱਲ ਮੰਨਦਾ ਹੋਵੇ, ਤੂੰ ਸਿਰਫ ਔਰ ਸਿਰਫ ਨਾ ਇਹ ਚੀਜ਼ ਰੱਖ ਦੇ, ਉਹਨੂੰ ਬੁਲਾ ਕੇ ਨਾ ਐਨ ਕਰਕੇ ਕਰ ਦੇ ਤੇ ਉਹਨੂੰ ਕਹਿ ਲੈ, ਜਾਂ ਕਿ ਐਨ ਕਰਕੇ ਨਾ ਸਿਰਫ ਰੱਖ ਦੇ, ਉਹਨੂੰ ਕਹਿ ਲੈ ਜਾ, ਤੇ ਉਹਨੇ ਇਹ ਫੀਲ ਕਰਨਾ ਕਿ ਇਹ ਮੇਰੇ ਉੱਤੇ ਵੇ। ਪਰ ਫੈਸਲ ਗੈਰਤਮੰਦ ਕੁੱਤੇ ਫੀਲ ਕਰਦੇ। ਤੁਹਾਡਾ ਕੁੱਤਾ ਤਾਂ ਹਸਾਨ ਕਹੂਗਾ ਬਾਜੀ ਸਾਲਨ ਛੁੱਟੀ ਨਾ ਬੰਦੇ ਦੀ ਮੈਂ ਨਾਲ ਪਾ ਲਿਆ ਬਾਜੀ ਸਾਲਨ ਛੁੱਟੀ ਨਾ ਮੈਨੂੰ ਦੇ, ਮੈਂ ਨਾਲ ਪਾ ਲਿਆ। ਉਹ ਲੱਖ ਲੜਦਾ। ਅੱਛਾ ਜਿਹੜੀ ਬਾਤ ਵੀ ਨਹੀਂ ਨਿਕਲ ਰਹੀ, ਭੁੱਖ ਨਾ ਹੋਰ ਸਾਜੀ ਬੀੜੇ ਖਰਕ ਹੋਏ ਪਏ ਨੇ। ਸਾਜੀ ਜਰਮਨ ਸ਼ੈਫਰਡ ਬਣਦਾ ਭਾਈ ਯਾਰ ਉਹਦਾ ਗਰਮ ਪਾਣੀ ਪਾਵੇ ਵਾਲਾ ਉਹ ਚੱਲ ਭੱਜ ਜਰਮਨ ਸ਼ੈਫਰਡ ਭੱਜ ਨਾ ਤੂੰ ਆਹੋ ਨਹੀਂ ਸਹੀ ਗੱਲ ਹੈ। ਇਹ ਤਾਂ ਉਹ ਗਲੀ, ਉਹ ਮੁਹੱਲਾ, ਉਹਨੂੰ ਕੀ ਕਹਿੰਦੇ ਆ, এনवायरमेंट ਨਹੀਂ ਹੈਗੀ ਹਾਂਜੀ। ਉਹ ਕੁੱਤਾ ਰੱਖਣ ਵਾਲੀ। ਉਹ ਕੁੱਤਾ ਉਸਤਾਦ ਜੀ ਐਵੇਂ ਬਿਲਾ ਵਜੇ ਰਕਸ਼ੇ ਥੱਲੇ ਆ ਜਾਂਦਾ। ਯਾਰ ਆਪ ਜਾਣ ਕੇ ਆਪ ਹੀ- ਮੁੜ ਕੇ ਰੱਖਿਆ ਵਾਲਿਆਂ ਨੂੰ ਬੋਲ ਕੇ ਉਹਦੇ ਕੋਲ ਦਿਹਾੜੀ ਲਵਾ ਦਿੰਦੇ ਨੇ। ਸਾਜੀ ਸਾਜੀ ਜਰਮਨ ਸ਼ੈਫਰਡ ਰੱਖਿਆ ਹੁੰਦਾ ਕੋਠੀ ਵਾਲੀ ਦਾ ਪੂਲ ਵੀ ਬਣਿਆ ਵਾ, ਬੱਚਿਆਂ ਕੋਲ ਹਲਕਾ ਹਲਕਾ ਬੱਚਿਆਂ ਨੂੰ ਕਰਨਾ, ਮੰਮੀ ਡੈਡੀ ਬੱਚੇ ਉਹਦੇ ਚੱਲ ਜਾਣੇ। ਭਾਈ ਦਾ ਘਰ ਕੁੱਤਾ ਆਪ ਨਿਕਲੇ ਨਾ ਆ ਉੱਤੇ ਮਾਰ ਵੱਜਦੀ ਉਸ ਤੇ ਉਹਦੇ ਆਪਣੇ ਬੂਆ ਵੱਜਦਾ ਵਾ ਸੰਪਤੀਆਂ ਲੈਣ ਵਾਲਾ ਕੁੱਤਾ ਵਾ ਉਹ। ਹਰ ਤੇ ਵੀ ਹੁਣ ਬੰਦੇ ਕੋਲ ਸੰਪਤੀ। ਅੰਦਰ ਹਾਂ। ਉਹ ਅੰਦਰ ਕਿਤੇ ਮਾਜੀ ਨੂੰ ਪਿਆਰ ਕਰੂਗਾ, ਮਾਜ ਉਹ ਕੁੱਤਾ ਨਹੀਂ ਕਰਦਾ ਤਾਂ ਮਾਜੀ ਇੰਜ ਕਰਕੇ ਥੋੜਾ ਦਫਾ ਹੋ ਜਾਂਦਾ ਮਟਰ ਕੱਢਣਾ ਨਹੀਂ। ਔਰ ਬਾਹਰ ਕੁੱਤਾ ਕਿਸੇ ਸ਼ਾਇਦ ਨੂੰ ਹੱਥ ਲਾਉਣ ਦੀ ਉਹਨੂੰ ਇਜਾਜ਼ਤ ਨਹੀਂ ਹਮਜਰ ਨੂੰ। ਤੇ ਗਾਣਾ ਉਹਨੂੰ ਹੁਣ ਉਹਦੇ ਕੋ ਪੁੱਠੇ ਕੰਮ ਕਰਾ ਕੇ ਤੇਰੀ ਮਿਹਰਬਾਨੀ ਵਾਲਾ ਗਾਣਾ ਲਾਇਆ ਹੁੰਦਾ ਆਹੋ ਯਾਰ ਆ ਕਿ ਸੀਗਾ, ਉਹਨੂੰ ਇਮੋਸ਼ਨਲ ਵੀ ਕਰਦਾ। ਵੀ ਨਾਲ ਦੇ ਉਹਨੂੰ ਸਾਰੀ ਦਿਹਾੜੀ ਦੀ ਧੌਣ ਫੜ ਕੇ ਤੇ ਜਿੱਥੋਂ ਜੈਕੀ ਸ਼ੇਰਫ ਮਰਦਾ ਨਾ ਉਸ ਤੋਂ ਬਾਅਦ ਸਾਰੀ ਫਿਲਮ ਉਹਨੂੰ ਵਹਾਉਂਦਾ ਤੇ ਉਹਨੂੰ ਕਹਿੰਦਾ ਤੂੰ ਵੀ ਗੈਰਤ ਕਰ, ਤੂੰ ਵੀ ਗੈਰਤ ਕਰ। ਹੁਣ ਆਰਫ ਚਾਹ ਲੈ ਕੋ ਪੰਜ ਕਸਟਮਰ ਬੈਠੇ ਉਹਨੇ ਕੇਕ ਸਾਈਡ ਤੇ ਰੱਖਿਆ, ਕੁੱਤੇ ਨੂੰ ਇਸ਼ਾਰਾ ਕਰੋ ਕੇਕ ਚੁੱਕ ਲਿਆ, ਜੋ ਨਾ ਜਾਓਗੇ ਨਾ ਮੂੰਹ ਬਣਾਓ ਤੇਰੀ ਮਿਹਰਬਾਨ, ਕੁੱਤਾ ਭੱਜ ਕੇ ਰਿਐਕਸ਼ਨ ਕਰਦਾ ਵਾ। ਬਲੈਕਮੇਲ ਕਰਦੇ ਵਿਚਾਰੇ ਨੂੰ, ਰੋ ਕੇ ਤੇ ਖਾ ਮੈਂ ਤਾਂ ਮੇਰੇ ਗੱਲ ਕਰਦਾ, ਮੈਂ ਕੁੱਤੇ ਨੂੰ ਕਹਦਾ ਦੇਖ, ਮੈਂ ਤਾਂ ਗੱਲ ਕਰਨ ਡਿਆ ਉਸਤਾਦ ਜੀ। ਅੱਛਾ ਦੋਵਾਂ ਚੋਂ ਮਜ਼ੇਦਾਰ ਕੁੱਤਾ ਕਿਹੜਾ ਸੀ, ਕੇਟੂ ਜਾਂ ਇਹ? ਮਜ਼ੇਦਾਰ ਯਾਨੀ ਕੁੱਤਾ ਰੱਖਣ ਚ। ਉਸਤਾਦ ਜੀ ਕੇਟੂ ਆਪਣੀ ਜਗ੍ਹਾ ਤੇ ਸੀਗਾ, ਕੇਟੂ ਉਹਨੂੰ ਕਹਿੰਦੇ ਨੇ ਫੈਮਿਲੀ ਡੌਗ। ਉਹ ਕੇਟੂ ਬਿਲਕੁਲ ਨੂੰ family dog। ਲਾਡਲਾ, ਉਹ ਮਤਲਬ ਰਚਦਾ ਵਾ ਵਿੱਚ, ਪਿਆਰ ਵਾਲਾ ਉਹ ਸੀਗਾ। ਇੰਜਦਾਰ ਰਚਿਆ ਔਰ ਸੀਗਾ। ਸਮਝਦਾਰ ਬੜਾ, ਨਿੱਕੀ ਨਿੱਕੀ ਗੱਲ ਬਹੁਤ ਕਰਦਾ। ਜਰਮਨ ਸ਼ੈਫਰਡ ਜਿਹੜਾ ਨਾ ਥੋੜਾ ਜਿਹਾ ਅਖੜ, ਥੋੜਾ ਜਿਹਾ ਹੋਰ ਅਗਰੈਸਿਵ ਟਾਈਪ, ਥੋੜਾ ਹਾਂ ਗੁੰਡਾ ਟਾਈਪ, ਉਹ ਲਾਡੀਆਂ ਬਾਡੀਆਂ ਵੀ ਕਰਦਾ ਰਹਿੰਦਾ। ਨਾਲੇ ਸਾਰੀ ਕੁੱਤਿਆਂ ਦਾ এনवायरमेंट ਹੁੰਦਾ ਕੋ, ਮੈਂ ਅਕਸਰ ਦੇਖਿਆ ਉਹਨਾਂ ਕੁੱਤਿਆਂ ਲਾ ਕੇ ਏਸੀ ਜੇ ਕੂਲਰ ਰੱਖੇ ਹੁੰਦੇ ਆ, ਕੂਲਰਾਂ ਦੇ ਇਹਦੇ ਕੁੱਤਿਆਂ ਦੀ ਸਕਿਨ ਮੋਟੀ ਹੁੰਦੀ ਤੇ ਉਹਨਾਂ ਜਨਮ ਸ਼ੈਫਰਡ ਗਰਮੀ ਨਹੀਂ, ਉਹ ਆਪਣੀ ਖਲ ਤਾਂ ਕਰਕੇ ਫਿਰਨ ਡਿਆ। ਬਾਸੂ ਕੁੱਤਾ ਲੜ ਆਪਣੀ ਖਲ ਤਾਂ ਕਰਕੇ ਫਿਰ ਇੱਥੋਂ ਵੀ ਤਾਂ ਚੁੱਕੀ ਥੱਲੇ ਸੁਰਾਟੀਆਂ ਨਜ਼ਰ ਆ ਰਹੀਆਂ, ਖਲ ਉੱਤੇ ਤਾਂ ਕਫ ਬਣਾਇਆ। ਹੱਥੋਂ ਥੱਲੇ ਪਾ ਕੇ ਸਾੜੇ ਗਏ। ਆਹੋ ਆਹੋ ਕਿੰਨਾ ਸਾਦਾ ਬੰਦੇ ਨੇ ਏਸੀ ਲਾਇਆ ਹੁੰਦਾ, ਟੈਂਪਰੇਚਰ ਕੋਤੇ ਦਾ ਬਹਾਰ। ਆਹੋ ਇਹਨਾਂ ਦਾ ਕੁੱਤਾ ਥੋੜੀ ਦੇਰ ਬਾਅਦ ਨਹਿਰ ਚੋਂ ਸਾਫਾ ਵੀ ਹੁੰਦਾ। ਸਿਰ ਤੇ ਰੱਖਿਆ ਤੇ ਯਾਰ ਨਾ ਕਰੋ, ਜ਼ੁਲਮ ਹੈ। ਉਹ ਪੈਂਚਰਾਂ ਵਾਲੇ ਦੇ ਦਾਬੜੇ ਚੋਂ ਜਾ ਕੇ ਘੁੱਟ ਲੈਂਦਾ ਵਿਚਾਰਾ, ਇੰਨੀ ਮਾੜੇ ਹਾਲਾਤ ਜਾ ਰਹੇ ਉਹਦੇ। ਨਹੀਂ ਉਹਦਾ ਕਰਨਾ ਕੀ ਹੁਣ, ਦੁੱਕਾ ਤੋਂ ਪਾਲਿਆ ਸੀ ਉਹਨੇ। ਕਮਸਾਲ ਕਿੰਨੀ ਉਮਰ ਹੋ ਗਈ ਉਹਦੀ? ਐਂਡ ਚੱਲ ਰਿਹਾ ਵਾ। ਉਹ ਨਹੀਂ ਹੋਇਆ, ਐਂਡ ਚੱਲ ਰਿਹਾ ਯਾਰ। ਔਰ ਕੁੱਤਾ ਅੱਲਾ ਮਾਫੀ ਦੇਵੇ, ਉਹਨੂੰ ਕਿਸੇ ਕੁੱਤੀ ਨਾਲ ਇਸ਼ਕ ਹੋ ਗਿਆ, ਇੰਜ ਕਰਕੇ ਬਲੇਡ ਮਾਰ ਲਗਾ ਕਿਤੇ ਪੌਦਾ ਵੱਜ ਗਿਆ, ਬਾਹਰ ਇੰਜੋ ਕੀਤਾ। ਉਹ ਹੁਣ ਤੁਸੀਂ ਕਦੀ ਝੁਰੀਆਂ ਵਾਲਾ ਦੇਖਿਆ ਡੋਗ? ਨਹੀਂ, ਉਹਦਾ ਝੁਰੀਆਂ ਪੈ ਗਈਆਂ, ਵਿਚਾਰੇ ਦਾ ਮਾਸ ਲਮਕ ਗਿਆ ਵਾ। ਚੂਰੀਆਂ ਲਾਹੌਰ ਦੀਆਂ ਨਹੀਂ। ਤੂੰ ਲਿਆ ਤਾਂ ਤੂੰ ਫੈਸਲਾ, ਇੱਕ ਮਿਸਾਲ ਮੈਂ ਤੈਨੂੰ ਪੁੱਛ ਰਿਹਾ ਵੀਰੇ, ਕਿ ਇੱਕ ਮਿਸਾਲ ਆ, ਉਹਦਾ ਕੀ ਮਕਸਦ ਕੀ ਹੈ ਤੇਰਾ? ਉਸਤਾਦ ਜੀ ਸ਼ੌਕ ਹੁੰਦਾ। ਸ਼ੌਕ ਆ। ਤੇ ਹੁਣ ਉਹਦੀ ਉਮਰ ਕਿੰਨੀ ਹੋ ਗਈ ਹੈ, ਕਿੰਨੇ ਸਾਲ ਦਾ ਹੋ ਗਿਆ? ਉਸਤਾਦ ਜੀ ਹੋ ਗਿਆ ਹੁਣ 4 ਸਾਲ। ਇਹਦੀ ਟੋਟਲ ਉਮਰ ਕਿੰਨੀ ਹੁੰਦੀ? ਇਹ ਹੁਣ ਉਸਤਾਦ ਜੀ ਤੇ ਹੁਣ ਅੱਗੋਂ ਨੂੰ ਉਹਦੀ ਨਸਲ ਕੋਈ ਉਹਦਾ ਵਿਆਹ ਸ਼ਾਦੀ ਉਹ ਮੰਗਣੀ? ਕਹਿੰਦਾ ਮੈਂ ਹੋਰ ਕਿਸੇ ਨੂੰ ਇਸ ਫੀਲਡ ਚ ਆਉਣ ਨਹੀਂ ਦੇਣਾ। ਉਹ ਆਪਣੀ ਫੀਲਡ ਚ ਡੌਗੀ ਦਾਦਾ ਵਾ ਹੁਣ, ਯਾਨੀ ਕਿ ਤਿੰਨ ਪੀੜ੍ਹੀਆਂ ਦੇਖ ਚੁੱਕੇ ਇਹਨਾਂ ਦੀਆਂ। ਨਹੀਂ ਉਹ 4 ਸਾਲ ਹੋਏ ਹਲੇ। ਤੇ ਸਾਰੀ ਕੁੱਤਾ ਡੇਢ 2 ਸਾਲ ਦਾ ਹੁੰਦਾ ਵਾ। ਨਹੀਂ ਉਹਦਾ ਬੀਡ ਹੈ ਨਹੀਂਗਾ ਕੁੱਤੇ ਦੀ- ਮੈਂ ਪਾਉਂਗਾ ਵਿਚਾਰਾ। ਉਹ ਕੁੱਤੇ ਦੀ ਔਸਤ ਉਮਰ ਜਿਹੜੀ ਹੁੰਦੀ ਹੈ ਨਾ 15 ਤੋਂ 16 ਸਾਲ ਹੁੰਦੀ ਹੈ, ਕਈ 20 ਸਾਲ ਦੇ। ਲੇਕਿਨ ਤੁਹਾਡੇ ਕੋਲ 5 ਸਾਲ ਹੀ ਕੱਢਣੇ, ਮੇਰੇ ਕੋਲ ਖਾਲਾ ਇਹਦੀ ਡੈਥ ਹੋਣੀ ਹੈ, ਉਹ ਜਿਹਦੇ ਔਰ ਵਿਆਹ ਭੁੱਖ ਨਾ ਹੋਣੀ ਹੈ। ਉਹ ਜਿਹਦੇ ਵਿਆਹ ਕਹਿੰਦਾ ਮੈਂ ਪੈਰਾਂ ਤੇ ਜਦੋਂ ਖੜਾ ਹੋ ਗਿਆ ਮੈਂ ਆਪੇ ਕਰ ਲੈਣਾ। ਜਦੋਂ ਪੈਰਾਂ ਤੇ ਖੜਾ ਹੋ ਗਿਆ। ਹਾਂਜੀ। ਔਰ ਪੈਰਾਂ ਤੇ ਖੜਾ ਹੋਣ ਦੇ ਕੋਈ ਸ਼ੈ ਮਾਰਦੇ ਪੈਰਾਂ ਤੇ, ਫੇਰ ਬਹਿ ਜਾਂਦਾ। ਉਹ ਸ਼ੌਕ ਜਿਹੜਾ ਹੁੰਦਾ ਨਾ ਉਸਤਾਦ ਜੀ,
ਕੁੱਤੇ ਦਾ ਸ਼ੌਕ ਹੋਵੇ, ਐਨੀਮਲ ਕਿਸੇ ਵੀ ਜਾਨਵਰ ਦਾ ਸ਼ੌਕ ਹੋਵੇ ਨਾ, ਉਹ ਦਿਨ ਬ ਦਿਨ ਘਟਦਾ, ਉਸਤਾਦ ਜੀ ਵੱਧਦਾ ਨਹੀਂ ਹੈਗਾ। ਲੇਕਿਨ ਉਹਦੇ ਸ਼ੀਸ਼ੇ ਦਾ ਸ਼ੌਕ ਵਧੀ ਜਾਂਦੇ ਇਹ ਘਰ ਚ ਸਿਆਣੇ ਬਣੇ ਆ। ਜੇ ਕਿਤੇ ਕਹਿੰਦਾ ਨਾ ਗੋਸ਼ਤ ਲਿਆਂਦਾ ਕੁੱਤੇ ਨੂੰ ਪਾ ਦੇ, ਭਾਬੀ ਕੋਲ ਵੱਡਾ ਗੋਸ਼ਤ ਨਹੀਂ ਕੁੱਤੇ ਨੂੰ ਪਾਈਦਾ, ਆਪ ਤੇ ਸਿਆਣੇ ਬਣੇ। ਜੇ ਖੀਰਾ ਲਿਆ ਖੀਰਾ ਪਾ ਦੇਦਾ ਕੁੱਤੇ ਨੂੰ, ਉਹ ਵੀ ਕੁਛ ਨਾ ਖੀਰਾ ਹੀ ਉਹ ਲੈ ਨਹੀਂ ਯਾਰ, ਉਹਦਾ ਦੁੱਧ ਵੀ ਲੱਗਾ ਹੋਇਆ ਵਾ ਦੁਕਾਨ ਤੇ, ਬਕਾਇਦਾ ਤੌਰ ਤੇ ਦੁੱਧ ਦੇ ਕੇ ਜਾਂਦਾ ਉਹਦਾ, ਉਸ ਤੋਂ ਬਾਅਦ ਗੋਸ਼ਤ ਵਾਲਾ ਗੋਸ਼ਤ ਦੇ ਕੇ ਜਾਂਦਾ ਹੈ। ਨਹੀਂ ਮੈਂ ਆਪ ਵੀ ਉਹਨੂੰ 1-2 ਵਾਰੀ ਬੰਗਾਲੀ ਤੋਂ ਪੀਂਦੇ ਦੇਖਿਆ ਵਾ। ਨਹੀਂ ਸ਼ਾਹ ਖਰਚਾ ਤੁਹਾਡਾ। ਹੁਣ ਉਹ ਕੁੱਤਾ ਇਤਨਾ ਵਿਚਾਰਾ ਇੱਕ ਅੱਖ ਇੰਜ ਹੱਥ ਰੱਖ ਕੇ ਫਿਰਨੇ ਆ। ਮੈਂ ਕੀ ਹੈ ਕਹਿੰਦਾ ਮਿੱਠੇ ਬਾਚਾ ਬਸ ਹਲਕਾ ਜਿਹਾ ਰੰਜ ਕਰਕੇ ਦੁੱਧ ਦਾ ਜ਼ੁਬਾਨ ਮਾਰੀ, ਭਾਬੀ ਨੇ ਘਲਾੜੀ ਵਾਲੀ ਜੁੱਤੀ ਮਾਰੀ, ਆਖੀ ਫੇਰਦੀ ਹੋਵੇ ਆਰਮ ਕੋ ਬੈਠਾ ਜਾਵੇ। ਯਾਰ ਉਹ ਕੁੱਤਾ ਤੇਰੇ ਨਾਲ ਗੱਲਾਂ ਕਰਦਾ ਵੈਸੇ, ਤੂੰ ਕੁੱਤੇ ਦੀ ਗੱਲ ਹਰ ਸਮਝਦਾ ਹੈਂ? ਉਸਤਾਦ ਜੀ ਤੋਤੇ ਵੀ ਰੱਖ ਲਏ, ਕੁੱਤਾ ਵੀ ਰੱਖ ਲਿਆ, ਮੁਰਗੀਆਂ ਵੀ ਰੱਖ ਲਈਆਂ, ਸੱਚਾ ਬਿੱਲੀਆਂ ਵੀ ਰੱਖ ਕਿ ਜਿਹੜਾ ਲਈਆਂ। ਤੇਰਾ ਘਰ ਆ ਸਕੀ ਔਲਾਦ ਰੱਖਣ ਵਾਲਾ ਘਰ ਨਹੀਂ। ਨਹੀਂ ਸਕੀ ਔਲਾਦ ਵੀ ਯਕੀਨ ਕਰ, ਬੰਦਾ ਯਾਨੀ 30-35 ਹਜ਼ਾਰ ਵੀ ਮਹੀਨੇ ਦਾ ਕਮਾਉਂਦਾ ਹੋਵੇ, ਉਹ ਕਹੇਗਾ ਯਾਰ ਮੈਨੂੰ 30,000 ਰੁਪਏ ਮਹੀਨੇ ਦਾ ਬਾਜੇ, ਮੈਂ ਇਸ ਘਰ 'ਚ ਬੱਚੇ ਨਹੀਂ ਰੱਖਣੇ। ਨਹੀਂ ਮੈਂ ਉਸਤਾਦ ਜੀ ਤੂੰ 8 ਲੱਖ ਰੁਪਇਆ ਕਮਾ ਕੇ ਵੀ ਬੱਚੇ ਉੱਥੇ ਰੱਖੇ। ਉਹ ਨਾਲ ਚੱਲੇ ਭਲਾ। ਕਿੱਥੇ ਰੱਖੇ ਨੇ ਸੋਚ। ਉਸਤਾਦ ਜੀ? ਮੈਂ ਉੱਥੇ ਰਹਿਣ ਡਿਆ ਆਪਣੇ ਘਰ, ਅੱਛਾ ਉੱਥੇ ਚਲਾ ਗਿਆ, ਇਧਰੋਂ ਚਲਾ ਗਿਆ। ਕਾਫੀ ਦਿਨਾਂ ਦਾ ਉਸਤਾਦ ਜੀ। ਅੱਛਾ ਬੱਤੀ ਆ ਗਈ ਉੱਥੇ? ਹਾਂਜੀ ਉਸਤਾਦ ਜੀ ਬੱਤੀ ਆ ਗਈ। ਨਹੀਂ ਹੁਣ ਬਿੱਲ ਆਉਂਦਾ ਵਾ, ਵਾਪਦਾ ਦਾ ਬਿੱਲ ਆਉਂਦਾ ਜਾਂ ਵੈਸੇ ਦਿੰਦੇ? ਨਹੀਂ ਉਹ ਕਾਨੂੰਨੀ ਨੂੰ ਦੇ ਗੈਸ ਗੈਸ ਵੀ ਆ ਗਈ। ਈਦੋਂ ਬਾਅਦ ਫੌਰਨ ਹੋ ਗਏ ਸੀ, ਈਦ ਕਰਨ ਆਏ ਸੀ ਅਸੀਂ, ਫਿਰ ਅਸੀਂ ਉਧਰ ਚਲੇ ਗਏ। ਚਲੋ ਯਾਰ ਹੁਣ ਉਹ ਅਮੀਰ ਇਲਾਕੇ 'ਚ ਗਏ ਆ, ਉੱਥੇ ਅਮੀਰ ਮੈਨੂੰ ਕੁੱਤੇ ਦੇਖ ਕੇ ਨਾ ਜਰਮਨ ਸ਼ੈਫ ਜਿਹੜਾ ਆਪਣੀ ਜੁੱਤੀਆਂ ਮਾਰਦਾ ਹੋਵੇ, ਮੈਂ ਕਿਹਨਾਂ ਕੋਲ ਨਹੀਂ ਜਾਣਦਾ। ਉਹ ਆਪ ਹਿਸਾਬ ਦਾ ਉੱਥੇ ਹੋਰ ਕੁੱਤੇ ਉਹ ਦੱਸਦਾ ਹੀ ਨਹੀਂ ਕਿ ਮੈਂ ਇਹਨਾਂ ਦੇ ਘਰ ਉੱਤੇ ਐਸ ਘਰ 'ਚ ਰਹਿਣਾ। ਉਹਨੂੰ ਬਾਕੀ ਕੁੱਤੇ ਪੁੱਛਦੇ ਤੁਮ ਕਹਾਂ ਕਿਸ ਘਰ ਮੇ ਹੋਤੇ ਹੋ, ਤੇ ਉਹ ਇਹਦੇ 4 ਘਰ ਛੱਡ ਕੇ ਕੋਠੀ ਉਧਰ ਦਾ ਦੱਸਦਾ। ਇਹ ਵੀ ਹੱਥ ਐਂ ਕਰਦਾ ਵਾਂ ਭੇਜਤਾ ਭਲੇਖਾ ਜਿਹਾ ਪਾਉਂਦਾ ਐ ਕਰਕੇ। ਯਾਰ ਕੁੱਤੇ ਕੋਠੀਆਂ ਦੇ ਕੁੱਤੇ ਪੁੱਛਦੇ ਯੂ ਆਰ ਜਰਮਨ ਸ਼ੈਫ ਕੋ ਨਹੀਂ ਭਾਜੀ, ਟਰੈਕ ਸੂਟ ਹੀ ਪਾਇਆ ਇੱਕ ਦਿਨ ਉਹ ਕੁੱਤੇ ਨੇ ਇਹਨੂੰ ਇਹਦੇ ਘਰੋਂ ਨਿਕਲਦਾ ਵੇਖ ਉਹਨੇ ਕਿਹਾ ਤੂੰ ਯਹਾਂ, ਕਹਿੰਦਾ ਨਹੀਂ ਮੈਂ ਸਾਲਨ ਦੇਣਾ ਹੈ। ਕੁੱਤੇ ਨੇ ਨਾ ਟਾਰਚਰ ਕੀਤਾ, ਉਹ ਭੌਂਕਣ ਵਾਲਾ ਕੁੱਤਾ ਨਹੀਂ ਮੁੱਕੇ ਵਾਲਾ ਬਣਿਆ। ਮੁੱਕੇ ਮਾਰਦਾ ਜਿਹੜਾ ਸਾਹਮਣੇ ਹੁੰਦਾ। ਯਾਰ ਪਤਾ ਨਹੀਂ ਕੀ ਪਾਈ ਜਾਂਦੇ ਆ। ਕੁੱਤਾ ਵੈਜੀਟੇਰੀਅਨ ਕੀਤਾ, ਉਹ ਬੈਕ ਰੀਟ ਉਹਨੂੰ ਇੰਨੇ ਪੱਠੇ ਪਾਏ ਉਸੇ ਮਾੜੀ ਚੱਕੀ ਨਿਕਲਦਾ। ਉਹ ਜੱਗ ਦਾ ਵੀ ਉੱਠਦਾ ਮੀਂਗਣਾ ਨਿਕਲ ਜਾਂਦੀ ਹੋਣੀ। ਚੱਕੀ ਕੁੱਤਾ ਬਣ ਗਿਆ। ਗੱਲ ਮੈਂ ਰੇਸ ਦੀ ਕਰਨ ਡਿਆ ਸੀਗਾ ਉਸਤਾਦ ਜੀ, ਕਿੱਥੇ ਆ ਗਏ? ਊਂਠਾਂ ਦੀ ਰੇਸ ਵੇਖੀ ਕਦੇ ਉਸਤਾਦ ਜੀ? ਨਹੀਂ ਵੀਡੀਓ 'ਚ ਦੇਖੀ ਹੈ ਉਦਾਂ ਰੇਗਿਸਤਾਨ ਚ। ਰੇਗਿਸਤਾਨ 'ਚ ਹੁੰਦੀ ਉਹ। ਬੱਚੇ live ਬਿਠਾਉਂਦੇ ਦੇਖੀ ਉੱਤੇ ਛੋਟੇ ਹੈ ਉੱਤੇ ਉਸਤਾਦ ਜੀ ਜੋਕੀ ਬਿਠਾਉਂਦੇ ਆ ਛੋਟੇ ਬੱਚੇ, ਇਹਦੇ ਤੇ ਪਾਬੰਦੀ ਲੱਗ ਗਈ। ਉਹ ਹੋਰ ਗੇਮ ਸੀ ਜਿਹੜੀ ਤੂੰ ਕਹਿ ਰਿਹਾ। ਹਾਂਜੀ ਨਹੀਂ ਬੱਚੇ ਬਿਠਾਉਂਦੇ ਹੈਗੇ ਨੇ। ਹਾਂਜੀ ਉਹ ਹੋਰ ਰੌਲਾ ਸੀ, ਉਹਦੇ ਤੇ ਪਾਬੰਦੀ ਲੱਗ ਗਈ। ਅੱਲਾ ਮਾਫ ਕਰੇ ਉਸਤਾਦ ਉਹ ਜੀ। ਗੇਮਾਂ ਹੋਰ ਸੀ, ਉਹ ਤੈਨੂੰ ਪਤਾ ਨਹੀਂ ਵਿਚਲੀ ਉਹਦੀ ਗੇਮ ਕੀ ਸੀ। ਬੜੀ ਡੇਂਜਰ ਗੇਮ ਸੀ। ਮੈਂ ਨਹੀਂ ਦੇਖੀ ਹੋ ਕਿਹੜੀ ਸੀ। ਨਹੀਂ ਗੇਮ ਡੇਂਜਰ ਨਹੀਂ ਸੀ, ਉਹ ਜਿਹੜੀ ਉਹ ਗੱਲ ਕਰਦਾ ਪਿਆ ਨਾ ਉਹ ਡੇਂਜਰ ਕੰਮ ਕੋਈ ਸੀ। ਇਸ ਤਰ੍ਹਾਂ ਦਾ ਸਿਸਟਮ ਸੀ ਨਾ ਕਿ ਬੱਚਾ ਡਰ ਕੇ ਰੋਂਦਾ ਸੀ। ਪਾਇੰਡ ਨਹੀਂ, ਉਹ ਹੋਰ ਗੇਮ ਸੀ ਨਾ, ਉਹ ਮੈਂ ਤੁਹਾਨੂੰ ਦੱਸਾਂਗਾ ਬਾਅਦ 'ਚ। ਹੈ ਜੀ ਹਾਂਜੀ ਬਕਾਇਦਾ ਤੌਰ ਤੇ ਮੈਂ ਤੇ ਇੱਕ ਊਂਠ ਤੇ ਪੈਸੇ ਵੀ ਲਾਏ ਸੀ। ਅੱਛਾ ਜੀ। ਉਹ ਊਂਠ ਤੇ ਪੈਸੇ ਲਾਉਣਾ ਚੰਗਾ, ਤੁਸੀਂ 70 ਤੇ ਲਾਉਂਦੇ ਆਰਾਮ ਨਾਲ ਇੱਥੇ ਤਾਂ ਆ ਜਾਂਦੇ ਹੋ ਓਵਰ ਕਰਾ ਕੇ ਆਉਣਾ ਮੈਂ ਊਂਠ ਤੇ ਪੈਸੇ ਲਾਏ, ਊਂਠ ਹਾਰ ਗਿਆ ਉਹਦਾ। ਜਾਣ ਕੇ। ਉਹ ਨਹੀਂ ਉਹ ਯਾਰ ਇੱਕ ਗੇਮ ਸੀਗੀ, ਗੇਮ ਆਉਂਦੀ ਹੁੰਦੀ ਸੀ ਲੈਪਟਾਪ ਤੇ, ਉੱਥੇ ਰੇਸਾਂ ਲੱਗਦੀਆਂ ਹੁੰਦੀਆਂ ਸੀ। ਸਾਡੇ ਨਿੱਕੇ ਦੋਸਤ ਹੈਗੇ ਸੀਗੇ, ਉਹ ਲਾਉਂਦੇ ਹੁੰਦੇ ਸੀ ਪੈਸੇ ਉਹ ਲਾਈਵ ਲਾਉਂਦੇ ਹੁੰਦੇ ਨਾ ਲਾਈਵ। ਉਹ ਨਹੀਂ ਯਾਰ ਭਾਈ 500 ਰੁਪਏ ਲਾ ਕੇ ਅਰਬਾਂ ਦੀ ਲਾਈਨ 'ਚ ਬੈਠਾ, ਉਹ ਤਾਂ ਅਰਬ ਬੈਠੇ ਆ, ਕਰੋੜ ਲਾ ਕੇ ਉੱਥੇ 500 ਲਾ ਕੇ ਬੈਠਾ ਉਹਨਾਂ ਦੇ ਵਿੱਚ। ਹਾਂਜੀ ਉਹ ਹੁਣ ਕਹਿੰਦੇ ਕਮ ਆਨ ਨਹੀਂ ਇਹਨੂੰ ਇੱਕ ਊਂਠ ਨੇ ਕਿਹਾ ਆ ਕੇ, ਉਹ ਦਾਸ ਬੈਠਿਆ ਨੇ ਕਿਹਾ ਕੀ ਹੋਇਆ? ਉਹਨੇ ਕਿਹਾ ਯਾਰ ਮੈਂ ਦੇਖ ਲਾ ਮੈਂ ਵੀ ਭੱਜਦਾ, ਮੇਰੇ ਤੇ ਕੋਈ ਪੈਸਾ ਨਹੀਂ ਲਾਉਂਦਾ। ਇਹਨੇ ਕਿਹਾ ਮੈਂ ਲਾਵਾਂਗਾ ਤੇਰੇ ਤੇ ਪੈਸੇ। ਇਹਨੇ ਉਦੋਂ ਤੇ ਰੁਪਈਆ 2-4 ਲੱਖ ਲਾਤਾ, ਜਦੋਂ ਤੁਰਿਆ ਤੇ ਲੰਗ ਮਾਰ ਕੇ ਇਹ ਹੁਣ ਵੇਖ ਕੇ ਮੈਂ ਕੀ ਕਰਾਂ। ਨਹੀਂ ਹੁਣ ਅਮੀਰ ਉਹਨੇ ਊਂਠ ਤੇ ਪੈਸੇ ਲਾਏ ਆ, ਉਹ ਸਾਰੀ ਆਵਾਜ਼ਾਂ ਕਮ ਔਨ ਗਾਇਸ ਹੈ ਸ਼ਾਬਾ ਊਂਠ ਕੇ ਤੇਰੀ ਪਾਗ ਪਾਜਾ ਕੁੱਤਾ ਜਾ। ਉਹ ਮੁੜੀ ਗੁੱਸਾ ਕਰ ਗਿਆ ਆਹੋ ਉਹਨਾਂ ਨੇ ਅਰਬੀ ਨੇ ਕਿਹਾ ਇਹ ਕੌਣ ਹੈ? ਹਾਂ ਅਰਬੀ ਖਵਾਏ ਭਾਈ ਫਿਰ ਮੈਂ ਘਰ ਗਿਆ ਸਾਹ ਜੀ, ਇੱਕ ਊਂਠ ਨੇ ਇੰਜ ਮੂੰਹ ਦਾ ਮੈਂ ਕਿਹਾ ਆ ਕੀ? ਕਹਿੰਦੇ 30 ਸਾਲ ਹੋ ਗਏ ਏਦਾਂ ਹੀ। ਮੈਂ ਕਿਉਂ? ਕਹਿੰਦਾ ਯਾਰ ਮਸਾਲਾ ਬਣਾਇਆ ਸੀ, ਉਹਦਾ ਕੁੱਬ ਜਿਹਾ ਵਿੱਚ ਫਸ ਗਿਆ। ਲੈ ਕਹਿੰਦਾ 30 ਸਾਲ ਹੋ ਗਏ ਇੰਜੀ ਹੈ। ਮਸਾਲਾ ਦੱਸ ਯਾਰ ਐਡਾ ਕਿਤੇ ਕੱਛੂ ਕੁਮਾ ਉੱਤੇ ਪਕਾਓ ਪੁੱਠਾ ਹੋ ਗਿਆ ਤਾਂ ਸਿੱਧਾ ਨਹੀਂ ਹੋ ਰਿਹਾ ਹੁਣ, ਉੱਥੇ ਇੰਨੇ 30 ਸਾਲ ਹੋ ਗਏ ਕਹਿੰਦਾ ਇੱਥੇ ਹੀ। ਇਹ ਕੈਸੀ ਬਕਵਾਸ। ਇਹਦਾ ਕੁਝ ਜ਼ਿਆਦਾ ਹੀ ਨਹੀਂ ਹੋ ਗਿਆ। ਹਾਂ ਕੁਝ ਜ਼ਿਆਦਾ ਹੀ ਹੋ ਗਿਆ ਕੋਈ ਗੱਲ ਨਹੀਂ ਉਸਤਾਦ ਜੀ ਉਹਨੇ ਨਾ ਲੈਪਟਾਪ ਤੇ ਨਾ ਉਹਨੇ ਲਾਈਵ ਕੈਮ ਔਨ ਕੀਤਾ ਤੇ ਉਹਦੇ ਨਾਲ ਗੱਲਬਾਤ ਹੋ ਰਹੀ ਹੈ, ਤੇ ਉਸਤਾਦ ਜੀ ਉਹਨੇ ਨਾ ਬਕਾਇਦਾ ਤੌਰ ਤੇ ਘੋੜੇ ਦਿਖਾਣ ਡੇ ਨੇ ਕਿ ਇਹ ਫਲਾਣੇ ਦਾ ਸ਼ਹਜ਼ਾਦੇ ਦਾ ਘੋੜਾ, ਫਲਾਣੇ ਦਾ ਘੋੜਾ, ਫਲਾਣੇ ਦਾ ਘੋੜਾ। ਉਹਨੇ ਕਿਹਾ ਜੀ ਇਹ ਗਰਾਊਂਡ ਕਿਦਾ ਉਸਤਾਦ ਜੀ ਸਭ ਤੋਂ ਮਾੜੇ ਘੋੜੇ ਤੇ ਉਹਨੇ ਪੈਸੇ ਲਏ ਤੇ ਉਹ ਜਿੱਤਿਆ। ਹਾਂ
ਉਹਨੇ ਕਿਹਾ ਜੀ ਇਹ ਗਰਾਊਂਡ ਕਿਹਦਾ, ਉਹਨਾਂ ਨੇ ਕਿਹਾ ਜੀ ਉਹ ਮਲਕਾ ਬਰਤਾਨੀਆ ਦਾ, ਇਹ ਘੋੜਾ ਕਿਹਦਾ, ਮਲਕਾ ਬਰਤਾਨੀਆ ਦਾ। ਉਹਨੇ ਕਿਹਾ ਇੱਥੇ ਪੈਸੇ ਲਾ ਦੇ ਮੇਰੇ। ਉਹਨੇ ਪਤਾ ਨਹੀਂ ਕਿੰਨੇ ਮਿਲੀਅਨ ਯਾਨੀ ਕਿ ਨਾ ਲਾਤੇ ਉਸਤਾਦ ਜੀ। ਤੇ ਮੈਂ ਕਿਹਾ ਯਾਰ ਇਹਦੇ ਤੇ ਉਹਦੀ ਰੇਸ਼ੋ ਸਭ ਤੋਂ ਘੱਟ ਸੀ। ਮੈਂ ਕਿਹਾ ਇਹਦੇ ਤੋਂ ਕਿਉਂ ਲਾਏ ਤੂੰ? ਕਹਿੰਦਾ ਯਾਰ ਗਰਾਊਂਡ ਕਿਹਦਾ ਵਾ, ਮਲਕਾ ਦਾ। ਘੋੜਾ ਕਿਹਦਾ, ਮਲਕਾ ਦਾ। ਇਹ ਹਾਰਨਾ ਹੀ ਨਹੀਂਗਾ। ਮੈਂ ਉਹਦੀ ਲੌਜਿਕ ਸਮਝ ਗਿਆ, ਲੇਕਿਨ ਉਹ ਤੇ ਪੈਸੇ ਬਹੁਤ ਘੱਟ ਲੱਗੇ ਸੀ। ਉਹਦਾ ਜਿੱਤ ਗਿਆ ਉਸਤਾਦ ਜੀ। ਭਾਈ ਫੈਸਲ ਨੇ ਘੋੜੇ ਤੇ 1500 ਰੁਪਏ ਲਾਇਆ, ਘੋੜਾ ਹਾਰ ਗਿਆ। ਉਹਨੂੰ ਗੰਦੇ ਇੰਨਾ ਕੀਤਾ, ਇੰਨੀਆਂ ਗੱਲਾਂ ਕੀਤੀਆਂ, ਘੋੜਾ ਕੋਲੋਂ 2000 ਦੇਣਾ, ਕਹਿੰਦਾ ਭਾਈ ਮੱਟ ਦੇ। ਇੱਕ ਘੋੜਾ ਸੀਗਾ, ਉਹਦਾ ਨਾਮ ਸੀਗਾ ਉਹਦਾ ਨਾਮ ਯਾਰ 1000 ਰੁਪਇਆ ਇੱਕ ਘੋੜੇ ਤੇ ਲਾਇਆ, ਉਹ ਹਾਰ ਗਿਆ। ਅੱਧੇ ਦੀਆਂ ਚਾਰੇ ਖੁਰੀਆਂ ਪੁੱਟ ਲਈਆਂ। ਕਹਿੰਦਾ ਆਪਣੇ ਪੂਰੇ ਹੋ ਗਏ ਭਾਈ। ਉਸਤਾਦ ਜੀ ਉਹ ਯਾਰ ਘੋੜੇ ਦਾ ਘੋੜਾ ਹਾਰ ਗਿਆ, ਉਹ ਤਾਂ ਥੋੜੇ ਪੱਠੇ ਜਿਹੇ ਵੀ ਡੱਬ ਨਾਲ ਲਾ ਲਿਆ। ਉਸਤਾਦ ਜੀ ਉਹ ਘੋੜਾ ਸੀ, ਉਹਦਾ ਨਾਮ ਸੀ ਜੈਮੀ। ਉਹ ਸਿਰਫ ਸੀਟੀ ਤੇ ਰੁਕਦਾ ਸੀ, ਉਸ ਤੋਂ ਇਲਾਵਾ ਉਹਨੇ ਰੁਕਣਾ ਹੀ ਨਹੀਂਗਾ। ਸੀਟੀ ਤੇ ਮਰਾਦ ਰੇਸ ਲੱਗੀ ਨਾ, ਸੀਟੀ ਮਾਰਨੀ ਨਾ, ਉਹਨੇ ਫਿਰ ਤੇ ਉਹ ਤਾਂ ਕੋਈ ਵੀ ਰੋਕ ਦੇਵੇ ਉਹਨੂੰ। ਨਹੀਂ ਉਸਤਾਦ ਜੀ। ਉਹਦਾ ਦਿਲ ਕਰੇ ਜਿਹੜਾ ਉਹਦਾ ਦੁਸ਼ਮਣ ਸਾਈਡ ਵਾਲੇ ਘੋੜੇ ਵਾਲੇ, ਉਹਨਾਂ ਨੇ 10 ਬੰਦੇ ਸੀਟੀਆਂ ਵਾਲੇ ਬੁਲਾਏ ਹੋਣ ਕਿ ਤੁਸੀਂ ਸੀਟੀਆਂ ਮਾਰੀ ਜਾਣਗੇ। ਨਹੀਂ ਉਹ ਘੋੜਾ ਹਿੱਲਣ ਹੀ ਨਹੀਂ ਦੇ ਆਪਣੀ ਜਗ੍ਹਾ। ਸਾਰੀ ਜੱਕਦਮ ਤੇ ਉਹਨੇ 1500 ਰੁਪਏ ਲਾਇਆ। ਹੁਣ ਸਾਰੀ ਆਡੀਅנס ਬੈਠੇ, ਪਤਾ ਨਹੀਂ ਸੀ ਇਹਨੂੰ ਘੋੜਾ ਦੌੜਦਾ ਕੀ ਕਹੀ ਜਾਣਾ। ਸਾਰਿਆਂ ਨੂੰ ਨਾਮ ਰੱਖੇ, ਉੱਥੇ ਕਹੀ ਘੋੜਾ ਘੋੜਾ, ਸਾਰੇ ਘੋੜੇ। ਅੱਛਾ, ਪਤਾ ਨਹੀਂ ਵੀ ਨਾਰਾ ਕੀ ਮਾਰਨਾ। ਘੋੜਾ ਦੱਸ ਸਹੀ ਆ। ਇਹ ਨਾ ਇੰਨੀ ਨਹੀਂ ਜਾਂਚ ਵੀ ਹੁਣ ਆਵਾਜ਼ ਕੀ ਕੱਢਣੀ ਹੈ। ਘੋੜਾ ਭਾਗੋ ਭਾਗੋ ਭੱਜ। ਤਾਂ ਮਾਠਾ ਘੋੜਾ ਉੱਤੋਂ ਮਾਠਾ ਜਵਾਰੀ। ਘੋੜੇ ਤੇ 1000 ਰੁਪਏ ਲਾ ਕੇ ਮਗਰ ਬੋਤਲ ਚ ਬੱਟੇ ਯਾਰ ਲੱਕ ਟੁੱਟੀ ਦਾ ਘੋੜਾ ਨਾਲ ਪਿੱਛੇ ਆਇਆ ਸੀ, ਅੱਗੋਂ ਸਿੱਧਾ ਉਹ ਜਿਹੜਾ ਹੈ ਜਿਵੇਂ ਕਈ ਬੱਸਾਂ ਜਾਂਦੀਆਂ ਨੇ। ਉਹਨਾਂ ਦੇ ਅੱਗੋਂ ਸਹੀ ਜਾਂਦਾ, ਪਿੱਛੋਂ ਵੱਜੀ ਜਾਂਦੇ। ਮੈਂ ਕਿਹਾ ਵੈਸੇ ਤੇਰੇ ਘੋੜੇ ਨੂੰ ਇੰਗਲਿਸ਼ ਚ ਕਹਿੰਦਾ ਹਾਰਸ ਰੜਾ। ਉਹ ਸੁਣਾ ਇਹਨੂੰ ਤੇ ਡਾ ਲਾਣਾ। ਹਾਰਸ ਰੜਾ। ਉਸਤਾਦ ਜੀ ਇਹ ਘੋੜੇ ਤੇ ਬੜਾ ਜ਼ੁਲਮ ਹੁੰਦਾ ਉਸਤਾਦ ਜੀ। ਜਦੋਂ ਇਹਦੀ ਲੱਤ ਟੁੱਟ ਜਾਂਦੀ ਨਾ, ਇਨਕਾਰ ਹੋ ਜਾਂਦਾ। ਜ਼ੁਲਮ ਨਹੀਂ ਹੁੰਦਾ ਤੇ ਬੜੇ ਨਹੀਂ ਜਾਨਵਰਾਂ ਤੇ ਵੈਸੇ ਯਾਰ, ਵੈਸੇ ਦਾਨੇ ਸਾਹਿਬ ਇਹ ਮੈਂ ਇੱਕ ਵੈਸੇ ਤੈਨੂੰ ਪੁੱਛਣ ਲੱਗਾ, ਜਿੱਦਾਂ ਅਸੀਂ ਸਾਡੇ ਇੱਕ ਧਰਮ ਚ ਗੁਨਾਹ ਸਵਾਬ ਕਿਸੇ ਨੂੰ ਤਕਲੀਫ ਨਹੀਂ ਦੇਣੀ। ਲਾਈਕ ਤੁਸੀਂ ਹੁਣ ਕੁੱਕੜ ਲੜਾਉਂਦੇ ਹੋ, ਹਾਂਜੀ। ਤੇ ਇਹਦਾ ਵੀ ਗੁਨਾਹ ਵਾ ਤੇਰੇ ਸਾਹਮਣੇ। ਨਾਮ ਬਾਕਾਇਦਾ ਇਹਦੇ ਮੁਤਲਕ ਹਦੀਸ ਆ ਕਿ ਨਾ ਲੜਾਈ ਜਾਣ। ਕੁੱਤੇ ਲੜਾਉਣੇ ਹਾਂਜੀ, ਔਰ ਕੁੱਕੜ ਲੜਾਉਣੇ ਜਾਂ ਇੱਕ ਚੀਜ਼ ਨੂੰ ਮੈਨੇ ਇੱਕ ਘੋੜਾ ਵਾ, ਮੈਂ ਇੱਕ ਮਿਸਾਲ ਆ ਕਿ ਤੁਸੀਂ ਉਹਨੂੰ ਖੋਤਾ ਰੇੜੀ ਆ ਜਾਂ ਘੋੜਾ ਵਾ, ਤੇ ਤੁਹਾਨੂੰ ਪਤਾ ਵਾ ਇੱਕ ਬੰਦੇ ਨੂੰ ਐਕਸਪੀਰੀਅੰਸ ਆ ਕਿ ਯਾਰ ਇਹ ਇਸ ਟਾਈਮ ਉਹ ਥੱਕ ਗਿਆ ਵਾ, ਹਾਂਜੀ। ਇਹਦੇ ਬਾਵਜੂਦ ਉਹਨੂੰ ਹਾਈ ਜਾਣਾ, 2 ਫੇਰੇ ਵੱਧ ਲਾ ਲੈਣੇ, 4 ਪੈਸੇ ਦੀ ਖਾਤਰ ਉਹਨੂੰ ਕਹੇ ਇਹ ਜ਼ੁਲਮ। ਇਹ ਵੀ ਇਹਦੀ ਵੀ ਜ਼ਾਹਰੀ ਗੱਲ ਆ, ਮਤਲਬ ਹੋਏਗਾ ਨਾ ਕੋਈ ਸਜ਼ਾ ਵਾ, ਗੁਨਾਹ। ਜੀ ਮੈਂ ਤੇ ਇਹ ਵੀ ਸੁਣਿਆ ਵਾ, ਯਾਨੀ ਇਹਦਾ ਇਹ ਜੁਰਮ ਆ, ਜਾਨਵਰ ਜਿੰਨੇ ਦੀਨੀ ਲਿਹਾਜ਼ ਨਾਲ ਜੁਰਮ ਆ ਅੱਲਾ ਦੇ ਕਾਨੂੰਨ ਚ। ਹਾਂਜੀ। ਹਾਂ, ਜਿਹਨੇ ਜਾਨਵਰ ਰੱਖੇ ਨੇ ਉਹ ਉਹਨਾਂ ਦੀ ਪ੍ਰੋਪਰ ਦੇਖਭਾਲ ਨਹੀਂ ਕਰ ਰਿਹਾ, ਉਹਦਾ ਸਵਾਲ ਹੋਏਗਾ ਉਹਨੂੰ। ਸਰਾਣਾ ਮਾਰ ਕੇ ਬਿੱਲੀ ਨੂੰ ਥੱਲੇ ਸਿੱਟ ਦਈਏ ਤਾਂ ਫਿਰ ਤਾਂ ਨਹੀਂ ਕੁਛ ਹੁੰਦਾ। ਨਹੀਂ ਉਹ ਬਿੱਲੀ ਵੀ ਨਹੀਂ ਉਹਦਾ ਸਵਾਲ ਹੋਣਾ ਵਾ, ਉਹਨੂੰ ਪੁੱਛਣਾ ਹੈ। ਹਰ ਚੀਜ਼ ਦਾ ਉਸਤਾਦ ਜੀ ਸਵਾਲ, ਹਰ ਚੀਜ਼ ਨੂੰ ਜ਼ੁਬਾਨ ਲੱਗਣੀ ਹੈ। ਇਹ ਪੁੱਛਣਾ ਹੀ ਪੁੱਛਣਾ। ਜਿਹਨੇ ਜਾਨਵਰਾਂ ਤੇ ਜ਼ੁਲਮ ਕੀਤਾ ਅਗਲੇ ਜਹਾਨ, ਉਹਨੂੰ ਵੀ ਜ਼ੁਬਾਨ ਲੱਗੀ ਹੋਏਗੀ। ਉਹ ਕਹੇਗਾ ਕਿ ਵੀ ਇਹਨੇ ਮੇਰੇ ਤੇ ਜ਼ੁਲਮ ਕੀਤੇ ਨੇ, ਇਹਨੇ ਮੇਰੇ ਨਾਲ ਆਇਆ, ਉਹ ਸਾਰਾ ਕੁਝ ਹੀ ਹੋਣਾ। ਨਹੀਂ ਮੈਂ ਮਾਰਿਆ ਛਿੱਤਰ, ਗੁੱਸਾ ਬਹੁਤ ਚੜ ਗਿਆ ਸੀ ਹਰਕਤ ਤੇ। ਫਿਰ ਮੈਂ ਬਾਅਦ ਚ ਆ ਗਏ ਬੰਦੇ, ਮੈਨੂੰ ਉਹ ਤੋਂ ਕਈ ਵੇਖਣ ਦੇ ਸੀ, ਉਹਨਾਂ ਨੇ ਮੈਨੂੰ ਪੁੱਛ ਲਿਆ, ਉਹਨਾਂ ਨੇ ਕਿਹਾ ਤੂੰ ਜ਼ੁਲਮ ਕੀਤਾ। ਮੈਂ ਕਿਹਾ ਫਿਰ ਪੜ੍ਹਦੀ ਕਿਉਂ ਨਹੀਂ? ਨਹੀਂ ਪੜੇ, ਠੀਕ ਆ। ਨਹੀਂ ਤੇ ਕੁੱਟ ਗਏ। ਆਹੋ, ਮੈਨੂੰ ਇਹ ਵੀ ਪਤਾ ਲੱਗਾ ਸੀ, ਮੈਂ ਸੁਣਿਆ ਹੀ ਵੱਲਾ ਆਲਮ ਕਿ ਛੱਤ ਤੇ ਕਬੂਤਰ ਰੱਖਣਾ ਵੀ ਮਨਾ ਵਾ। ਮੈਂ ਸੁਣਿਆ ਹੀ ਨਹੀਂ ਕਬੂਤਰ ਤੇ ਵੈਸੇ ਪਰਿੰਦਾ ਕੋਈ ਵੀ ਕੈਦ ਕਰਨਾ। ਨਹੀਂ ਚਾਤੀ ਝੂਠੀ ਲੋਕ ਕੋ ਮਨਾ ਹੋਇਆ ਸੀ, ਮੈਨੂੰ ਇਹ ਨਹੀਂ ਪੱਕਾ ਨਹੀਂ ਪਤਾ। ਯਾਰ ਜਦੋਂ ਤੁਸੀਂ ਕਬੂਤਰ ਰੱਖਣੇ ਉਦੋਂ ਤੁਸੀਂ ਆਪ ਵੀ ਚੜ੍ਹਨਾ ਨਹੀਂ ਛੱਤ ਤੇ। ਹਾਂਜੀ। ਉਦੋਂ ਚਾਤੀ ਝੂਤੀ ਇਹ ਮਰਦਗੀ ਹੋਏਗੀ। ਉਹ ਹੋਰ ਗੱਲ ਆ ਕਿ ਤੁਸੀਂ ਪਰਿੰਦੇ ਨੂੰ ਕੈਦ ਕਰਨਾ, ਕਿ ਉਹਨੂੰ ਕੈਦ ਦੇ ਵਿੱਚ ਰੱਖਣਾ। ਨਹੀਂ ਤਾਂ ਜਿਹੜੇ ਆਬਾਦੀਆਂ ਲਾਉਂਦੇ ਉਹਨਾਂ ਨੂੰ ਗੋਲੀਆਂ ਖਵਾ ਧੁੱਪੇ ਸਾਰੀ ਦਿਹਾੜੀ ਆ। ਯਾਰ ਮੁਕਾਬਲਾਬਾਜ਼ੀ ਮੈਂ ਬੇਸਿਕਲੀ ਮੇਰਾ ਸਵਾਲ ਸੀ ਕਿ ਜਾਨਵਰ ਨੂੰ ਤਕਲੀਫ ਪਹੁੰਚਾਉਣਾ, ਇਹ ਵੀ ਤਕਲੀਫ ਹੀ ਆ ਵੀ ਤੁਸੀਂ ਕਬੂਤਰ ਦੇ ਅੰਦਰ ਉਹਨੂੰ ਉਹ ਖਵਾ ਦਿਓ ਕੁਸ਼ਤੇ, ਹਾਂਜੀ, ਤੇ ਉਹ ਵਿਚਾਰਾ ਆਪਣੀ ਅੱਗ 'ਚ ਤੜਫ ਝੋਟਦਾ ਰਵੇ, ਤੁਸੀਂ ਉਹਦਾ ਮਜ਼ਾ ਲੈਂਦੇ ਰਹੋ ਜਾਂ ਜਿੱਤ ਕੇ ਖੁਸ਼ੀ ਫੀਲ ਕਰੋ ਉਹਨੂੰ ਜਾਨਦਾਰ ਨੂੰ। ਹਾਂਜੀ। ਮੈਂ ਇਹੀ ਤੈਨੂੰ ਪੁੱਛਿਆ ਸੀ ਕਿ ਇਹ ਵੀ ਜ਼ਾਹਰੀ ਗੱਲ ਹੋਏਗਾ ਨਾ, ਇਹਦੀ ਵੀ ਪਕੜ ਹੋ ਸਕਦੀ ਹੈ ਕਿ ਆ ਜਾ ਵੀ ਇੱਧਰ। ਜੀ ਲਾਹੌਰ ਦੇ ਵਿੱਚ ਇੱਕ ਕਰੈਕਟਰ, ਮੈਂ ਉਹਨਾਂ ਦਾ ਨਾਂ ਨਹੀਂ ਲੈਣਾ, ਉਹਨਾਂ ਕੋਲ ਕਬੂਤਰ 7.5 ਲੱਖ ਰੁਪਏ ਦਾ, 7.5 ਲੱਖ ਦਾ ਕਬੂਤਰ। ਇੱਕ ਕਬੂਤਰ ਉਹਨਾਂ ਕੋਲ ਐਸਾ ਸੀਗਾ ਕਿ ਬੰਦੇ ਨੇ ਕਿਹਾ ਯਾਰ ਗੱਡੀ ਦੀ ਚਾਬੀ ਰੱਖ ਲੈ ਲੈ, ਕਬੂਤਰ ਦੇ ਦੇਣਾ, ਉਹਨਾਂ ਨੇ ਨਹੀਂ ਦਿੱਤਾ। ਬਾਜ਼ੀ ਲੱਖਾਂ ਰੁਪਈਆ ਦੀ ਤੇ ਬਾਜ਼ੀ ਲੱਗਦੀ ਕਰੋੜਾਂ ਰੁਪਈਆ ਦੀ। ਉਹਦਾ ਤੂੰ ਇੱਕ ਕਬੂਤਰ ਜਿਹੜਾ ਉਹ ਦਿਲ ਕਰੇ 4 ਗੱਡੀਆਂ ਦੇ ਦੇਵੇ। ਉਸਤਾਦ ਜੀ ਮਿੱਲ ਮਾਲਕ ਲਾਉਂਦੇ ਨੇ ਬਾਦੀਆਂ ਕਬੂਤਰਾਂ ਦੀਆਂ। ਹਾਂ ਸ਼ੌਕ ਹੁੰਦੇ ਆ। ਤੁਹਾਨੂੰ ਮੈਂ ਦੱਸੀ ਸੀ ਨਾ ਇੱਕ ਕਬੂਤਰ। ਅੱਛਾ, ਉਹਨਾਂ ਦੇ ਪਿੱਛੇ ਪੁੱਛੇ ਕੋਈ ਨਹੀਂ ਨਾ, ਹੁਣ ਉਹਨਾਂ ਦਾ ਕੋਈ ਕਾਨੂੰਨ ਨਹੀਂ, ਕਾਨੂੰਨ ਵੀ ਨਹੀਂ ਹੈਗਾ ਕੋਈ।
ਕਾਨੂੰਨ ਹੈ ਨੇ ਵਾਈਲਡ ਲਾਈਫ ਐਕਟ ਜਿੰਨੇ ਵੀ ਨੇ ਇਹਨਾਂ ਤੇ ਲਾਗੂ ਹੁੰਦੇ। ਅੱਛਾ ਉਸਤਾਦ ਜੀ ਇੱਕ ਕਬੂਤਰਾਂ ਦੀ ਨਸਲ ਹੈ ਚੂਹੇ ਚੰਦਨ, ਉਹ ਮੈਂ ਤੁਹਾਨੂੰ ਦੱਸੀ ਸੀ। ਹੈ ਚੂਹੇ ਚੰਦਨ, ਇੱਕ ਚੂਹੇ ਚੰਦਨ ਹੈਗਾ, ਇੱਕ ਜੀ ਮਲੂਕੇ, ਇੱਕ ਹੈਗੇ ਨੇ ਦਮ ਪੁਖਤ ਕੜਿੰਬਾ। ਨਹੀਂ ਉਸਤਾਦ ਜੀ ਨਹੀਂ, ਜਿਹੜੇ ਚੂਹੇ ਚੰਦਨ ਕਬੂਤਰ ਹੈ ਨਾ ਉਸਤਾਦ ਜੀ ਬੜੀ ਨਾਯਾਬ ਨਸਲ ਹੈਗੀ। ਉਹ ਇੰਨੇ ਕੁ ਸਿਆਣੇ ਨੇ ਨਾ, ਉਹਨਾਂ ਦੀਆਂ ਸ਼ਰਤਾਂ ਲੱਗਦੀਆਂ, ਬਾਜ਼ੀਆਂ ਲੱਗਦੀਆਂ ਨੇ ਨਾ, ਉਹ ਤੁਸੀਂ 4 ਜਣਿਆਂ ਨੇ ਬਾਜ਼ੀਆਂ ਲਾਣੀਆਂ ਨੇ ਤੇ ਤੁਸੀਂ 4 ਜਣਿਆਂ ਨੇ ਨਾ ਕਬੂਤਰ ਜ਼ਮੀਨ ਤੇ ਰੱਖਣੇ ਹੈਗੇ ਨੇ। ਇੱਕ ਕਰੈਕਟਰ ਨੇ ਝੰਡੀ ਇੰਜ ਕਰਨੀ ਤੇ ਉਹਨਾਂ ਨੇ ਨੱਸ ਕੇ ਉਹ ਕੰਧ ਨੂੰ ਹੱਥ ਲਾ ਕੇ ਜਿਹੜਾ ਪਹਿਲੇ ਅੰਦਰ ਹੋ ਉਹ ਜਾਏ, ਚੂਹੇ ਪੈਦਲ। ਪੈਦਲ ਹੀ ਆ। ਪੈਦਲ ਹੀ ਜਾਂਦਾ। ਪੈਦਲ ਉਸਤਾਦ ਜੀ ਤਾਂ ਭਾਈ ਨੂੰ ਫੜੋ ਸੁੱਟੋ ਨਾ ਭਾਈ ਆ ਕਬੂਤਰ ਉਹਨਾਂ ਦੇ ਪਰ ਕੱਟੇ ਹੁੰਦੇ ਜਿਨ੍ਹਾਂ ਦੇ ਉਹਨਾਂ ਉਹ ਦੇ। ਨਹੀਂ ਨਹੀਂ ਪਾਰ ਵੀ ਅੱਛਾ ਇਹ ਵੀ ਹੁੰਦਾ ਵਾ ਕਿ ਐਦਾਂ ਹੋ ਸਕਦਾ ਵੀ ਅੱਜ ਕਬੂਤਰਾਂ ਦੀ ਦੌੜ ਤੇ ਚੱਲੀਏ। ਇੱਕ ਕਬੂਤਰ ਤਾਂ ਜੰਪਰੀ ਉਹ ਐਂ ਨਹੀਂ ਤੁਰਦਾ, ਉਹ ਡੱਡੂ ਨੂੰ ਜਾਂਦਾ ਐਂ। ਉਹਨਾਂ ਨੇ ਕਿਹਾ ਤੂੰ ਇੰਜ ਜਾਣਾ, ਕੰਧ ਨੂੰ ਹੱਥ ਲਾ ਕੇ ਵਾਪਸ ਆ। ਠੱਪਿਆਂ ਵਾਲਾ ਕਬੂਤਰ। ਠੱਪਿਆਂ ਵਾਲਾ, ਹਾਂ ਠੱਪਿਆਂ ਵਾਲਾ। ਇੱਕ ਜ਼ਿਕਰ ਹੈ ਕਿ ਵੀ ਸਾਜੀ ਉਹ ਕਿਹੜਾ? ਜਾਂਦਾ ਹਾਂ ਉਹੀ ਹੈ। ਨਹੀਂ ਉਸਤਾਦ ਜੀ ਇੱਕ ਮੁਰਗੀ ਹੈਗੀ ਹੈ ਤਾਜ ਵਾਲੀ ਮੁਰਗੀ, ਕਿਹੜੀ? ਤਾਜ ਵਾਲੀ ਮੁਰਗੀ। ਅੱਛਾ ਉਹ ਤੇ ਇੱਥੇ ਆਮ ਆ ਯਾਰ ਕਾਨੂੰਨ ਲੈ ਵਾਲੀ ਵੀ ਮੁਰਗੀ। ਮੂਲ ਇਹ ਕਿੰਨੇ ਆਹੋ। ਦੇ ਵੀ ਆ। ਤਾਜ ਵਾਲੀ ਮੁਰਗੀ, ਹਰ ਮੁਰਗੀ ਤਾਜ ਵਾਲੀ ਹੁੰਦੀ। ਨਹੀਂ। ਉਹ ਕਲਗੀ ਨੂੰ ਕਹਿੰਦਾ ਤਾਜ। ਨਹੀਂ ਕਲਗੀ ਨਹੀਂ ਉਸਤਾਦ ਜੀ, ਉਹ ਹੈਗੀ ਹੈ ਫੈਂਸੀ ਕੁਕੜੀ। ਅੱਛਾ ਉਹਨੂੰ ਫੈਂਸੀ ਕੁਕੜੀ ਕਹਿੰਦੇ ਨੇ। ਉਹਦੇ ਪੈਰਾਂ ਤੇ ਵੀ ਵਾਲ ਹੁੰਦੇ ਨੇ ਅੱਛਾ ਉਸਤਾਦ ਜੀ, ਹਾਂ ਮੈਂ ਵੇਖਿਆ। ਪੈਰਾਂ ਦੇ ਵੀ ਪਰ ਹੁੰਦੇ ਨੇ ਤੇ ਤਾਜ ਉਹਦੇ ਸਿਰਫ 3 ਹੁੰਦੇ ਨੇ, 3 ਤਾਜ ਹੁੰਦੇ ਨੇ ਉਹਦੇ, ਇੱਕ ਐ ਨੂੰ ਇੱਕ ਸਿੱਧਾ। ਯਾਰ ਆਹ ਮੋਰ ਕਿਉਂ ਰੋਂਦਾ ਆਪਣੇ ਪੈਰਾਂ ਨੂੰ ਵੇਖ ਕੇ? ਉਹਨੂੰ ਕੀ ਮਸਲਾ ਵਾ? ਉਸਤਾਦ ਜੀ ਇਹੀ ਤਾਂ ਮੈਂ ਕਹਿੰਦਾ ਵਾ ਵੀ ਹੁਣ ਦੇਖੋ ਮੈਂ ਵੀ ਆਪਣੇ ਪੈਰਾਂ ਨੂੰ ਦੇਖ ਕੇ ਰੋਂਦਾ ਵਾ। ਉਹ ਗਰਮ ਗਾਰੇ ਚੋਂ ਲੰਘ ਗਿਆ ਸੀ ਸਾਦੀ। ਨਹੀਂ ਉਹਦੇ ਵਸੀਕਲੇ ਨਾਲ ਪੈਰ ਆ ਗਏ ਸੀ। ਉਸਤਾਦ ਜੀ ਅੱਛਾ ਗਾਰਾ ਦੇ ਹੁੰਦਾ, ਗਰਮ ਗਾਰਾ ਕਿਹੜਾ ਵਾ? ਕਹਿੰਦਾ ਗਰਮ ਗਾਰੇ ਚੋਂ ਲੰਘ ਗਿਆ ਸੀ ਕਿਉਂਕਿ ਉਹ ਗਾਰਾ ਤਲਨ ਦਿਆ ਸੀ। ਅੱਲਾ ਮਾਫੀ ਦੇਵੇ। ਦੱਸ ਸਹੀ ਹੈ, ਲੌਜੀਕ ਹੈਗਾ। ਉਹ ਜਦੋਂ ਰੋਂਦਾ ਹੈ ਨਾ, ਉਹਦੇ ਜਿਹੜੇ ਆਂਸੂ ਡਿੱਗਦੇ ਨੇ, ਉਹ ਮੋਰ ਨਹੀਂ, ਉਹ ਰੋਂਦਾ ਕਿਉਂ ਆ? ਤੁਹਾਨੂੰ ਨਹੀਂ ਪਤਾ, ਨਹੀਂ ਚਕੋਰ ਦੇਖ ਕੇ। ਉਹ ਪੈਰਾਂ ਵਾਲੇ ਵੇਖ ਕੇ ਭਾਜੀ। ਉਸਤਾਦ ਜੀ ਓਏ ਉਹ ਆਪਣੇ ਪੈਰਾਂ ਵੱਲ ਵੇਖ ਕੇ ਰੋਂਦਾ ਵਾ। ਤੇ ਉਸਤਾਦ ਉਹ ਫਿਰ ਉਹਦੇ ਅਥਰੂ ਡੇਗਦੇ ਆ, ਉਹ ਮੋਰਨੀ ਚੁੱਕਦੀ ਆ ਤੇ ਫਿਰ ਉਹਨਾਂ ਦੇ ਅੱਲਾ ਨੂੰ ਉਹਨਾਂ ਨੂੰ ਧੀ ਪੁੱਤ ਦਿੰਦਾ। ਇਹ ਗਲਤ ਆ। ਨਹੀਂ ਉਸਤਾਦ ਜੀ ਪੈਰਾਂ ਪੈਰਾਂ ਦੇ ਹੋਰ ਪਾਗਲ ਆ ਤੂੰ? ਦੱਸ। ਨਹੀਂ ਮੋਰ ਨਹੀਂ ਜਿਹੜੇ ਉਹ ਨਹੀਂ ਐਵੇਂ ਕਿਸੇ ਕਹਾਣੀਆਂ ਨੇ ਬਣਦਾ ਮੇਰੇ ਨਹੀਂ ਮੰਨਣ ਜਗਾ ਗੱਲ ਬਣਦੀ ਹੈ ਕੋਈ? ਦੱਸੋ ਯਾਰ ਤੁਸੀਂ ਲੋਕ ਜੀ ਦੱਸ। ਉਹ ਪੈਰਾਂ ਦੇ ਕੇ ਇਸ ਤੋਂ ਰੋਂਦਾ ਵਾ। ਉਹ ਕੀ ਹੋ ਗਿਆ ਜੀ? ਪੈਰ ਕੀ ਕਰਿਆ ਕਰੋ। ਇਹਦਾ ਮੈਨੂੰ ਕੀ ਹੁਣ ਮੋਰ ਨਹੀਂ ਮਤਲਬ ਕਹਿੰਦੀ ਆ ਵੀ ਮੋਰ ਨੂੰ ਕਿ ਸਰਤਾਜ ਚਲੋ ਰੋਵੋ ਮੇਰਾ ਦਿਲ ਕਰਨ ਦਿਆ। ਦੱਸ। ਯਾਰ ਤੁੱਕ ਬਣਦਾ ਵਾ? ਕਿੱਧਰ ਲੈ ਕੋ ਜਾਂਦੇ ਤੁੱਕ ਬਣਦਾ ਭਲਾ? ਗੱਲ ਬਣਦੀ ਭਲਾ? ਹਾਂਜੀ, ਜਿੰਨਾ ਜ਼ਿਆਦਾ ਪਿਆਰ ਹੋਏਗਾ ਨਾ, ਅਗਰ ਸਰਕਾਰ ਜਦੋਂ ਪੈਰਾਂ ਵੱਲ ਵੇਖੀਏ ਕੰਮ ਤੋਂ ਆ ਕੇ ਮੋਰ ਕਹਿੰਦੇ ਹੋਵੇ ਅੱਜ ਮੈਂ ਰੋਣਾ ਹੀ। ਯਾਰ ਕੀ ਬਕਵਾਸ, ਇਹ ਕੀ ਫੈਸਲਾ? ਇਹ ਲੌਜੀਕ ਹੈਗਾ ਨਾ। ਉਹ ਜਿੰਨੀ ਵੀ ਮੁਹੱਬਤ ਹੁੰਦੀ ਹੈ ਨਾ, ਜਿਹੜਾ ਵੀ ਨਰ ਉਹ ਨਹੀਂ ਐਵੇਂ ਗੱਲਾਂ ਹੀ ਅਰੇ ਬੜੀਆਂ। ਯਾਰ ਗੱਲਾਂ ਉਹ ਨਹੀਂ ਯਾਰ, ਉਹ ਜਿੰਨਾ ਜ਼ਿਆਦਾ ਰੋਂਦਾ ਉਨਾ ਹੀ ਉਹਨਾਂ ਦਾ ਪਿਆਰ ਹੁੰਦਾ। ਫਿਰ ਉਨਾ ਹੀ ਨਹੀਂ ਕਿ ਉਹਨਾਂ ਥਰੂ ਭਾਈ ਸਿਰ ਛਿਗਾ ਮੋਰ ਹੁੰਦਾ ਵਾ, ਬਾਕੀ ਨਹੀਂ ਯਾਰ ਵੀ ਹਾਂ ਵਿੱਚੋਂ ਕੀ ਨਿਕਲ ਆਇਆ ਇਹ ਸਿਰ ਸੋਚਦਾ ਹੁੰਦਾ। ਬਾਕੀ ਜਿਹੜਾ ਨਹੀਂ ਆਮ ਪੈਰ ਉਹਦੇ ਮਤਲਬ ਖੂਬਸੂਰਤ ਨਹੀਂ ਗਏ। ਹਾਂਜੀ ਉਹਨੂੰ ਪੈਰ ਸਾਰੀ ਜ਼ਿੰਦਗੀ ਦਾ ਫਿਰਿਆ ਵਾ, ਕੱਚ ਪੁਣਾ ਕੀਤਾ ਵਾ, ਜੁੱਤੀ ਪਾਈ ਨਹੀਂ ਤੇ ਰੋਣਾ ਹੀ ਉਹਨੇ। ਅੱਡੀਆਂ ਵੱਟ ਆਹੋ ਗਈਆਂ। ਗੱਡੀਆਂ ਪਾਰਟੀ ਉਹਨਾਂ ਦਾ ਵੱਡਾ ਕੋਈ ਏਦਾਂ ਫਿਰਿਆ, ਉਹਦੀ ਸਜ਼ਾ ਉਹ ਭੁਗਤਣਦੇ। ਉਸਤਾਦ ਜੀ ਨੇ ਕਾਂ ਦਾ ਮਜ਼ਾਕ ਉਡਾਇਆ ਸੀਗਾ ਕਦੋਂ ਤੂੰ ਕੀ ਕਿਦਾਂ ਨਹੀਂ ਪੈਰਾਂ ਤੇ ਕਾਹਦਾ ਕਾਂ ਦਾ ਮਜ਼ਾਕ ਉਹਨੇ ਉਡਾਇਆ? ਬਦਵਾ ਦਿੱਤੀ ਕਾਂ ਨੇ। ਉਹਨੇ ਕਿ ਯਾਰ ਸਾਰੀ ਜ਼ਿੰਦਗੀ ਰੋਂਦੇ ਰਹੇ। ਮੋਰ ਲੱਗਾ ਜਾਵਾ 10 ਸਾਲ ਟਾਉਨ ਉੱਤੇ ਸਾਰੇ ਤੁਹਾਨੂੰ ਲੋਹੀ ਦੀ ਮਾਰਕੀਟ ਆ, ਜ਼ੰਗ ਪੈ ਕੇ ਪੈਰ ਪਾਟੇ ਉਹ ਹਿਸਾਬ ਨਾਲ। ਤੇ ਯਾਰ ਇਹਨਾਂ ਨੇ ਸ਼ੈਤਾਨ ਦੀ ਹੈਲਪ ਕੀਤੀ ਸੀ, ਕੋਈ ਵੱਡੀ ਕਹਾਣੀ ਹੈਗੀ। ਓਏ ਏਸੀ ਵਾਲਾ ਪਾਣੀ ਡੁੱਲਿਆ ਪੈਰਾਂ ਤੇ ਯਾਰ। ਏਸੀ ਵਾਲਾ ਪਾਣੀ ਨਹੀਂ ਹੁੰਦਾ। ਹਾਂ ਸਾਜੀ ਉਹ ਡੁੱਲਿਆ ਬਹੁਤ ਰੰਗ ਜ਼ੰਗੀਲਾ ਹੋ ਗਿਆ ਸਾਰਾ ਪੈਰ। ਨਹੀਂ ਬੇਸਿਕ ਬੈਟਰੀ ਦਾ ਕਹਿੰਦਾ ਫੇਰ ਯਾਰ ਅਸੀਂ ਕੋਈ ਇੱਕ ਮੋਰ ਆ ਦੁਨੀਆ ਤੇ ਇੱਕ ਸਪੈਸ਼ਲ ਜਿਹਦੀ ਅਸੀਂ ਗੱਲ ਕਰ ਰਹੇ ਸੀ, ਉਸ ਨਸਲ ਦੀ ਗੱਲ ਕਰ ਰਹੇ, ਉਹਨਾਂ ਦਾ ਵੱਡਾ ਕਿਤੇ ਇਦਾਂ ਹੋਇਆ। ਹਾਂਜੀ ਪਿੱਛੇ ਚੱਲਦਾ ਆ ਰਿਹਾ ਸਿਸਟਮ। ਅੱਛਾ ਇਹਦੀ ਇੱਕ ਹੋਰ ਵੀ ਗੱਲ ਆ, ਕਿਹੜੀ? ਇਹਦੀ ਇੱਕ ਹੋਰ ਵੀ ਆ ਗੱਲ ਅੱਛਾ ਜੀ। ਕਿ ਜਦੋਂ ਬਦਲ ਕੇ ਜਿਹੜੇ ਨਹੀਂ ਸ਼ੈਤਾਨ ਦਾ ਦਾਖਲਾ ਮਨਾ ਸੀ ਜੰਨਤ ਜਾਣਾ, ਜਿਨ੍ਹਾਂ ਨੇ ਹਜ਼ਰਤ ਆਦਮ ਅਲੈਹਿਸਲਾਮ ਨੂੰ ਵਰਗਲਾਇਆ ਸੀ ਕਿ ਐਸ ਪੇੜ ਦਾ ਖਾਲਾ ਕਣਕ, ਉਹ ਜਿਹੜਾ ਵਰਗਲਾਇਆ ਸੀ ਉਹਨੂੰ ਜੰਨਤ 'ਚ ਇਹਦੀ ਇਜਾਜ਼ਤ ਨਹੀਂ ਸੀ। ਤੇ ਇਹ ਕਈਆਂ ਨੇ ਇਹ ਵੀ ਬਣਾਇਆ ਵਾ ਕਿ ਇਹਦੇ ਜਿਹੜੇ ਪੈਰ ਜਿਹੜੇ ਸਹੀ ਸੀ ਤੇ ਨਹੀਂ ਸੱਪ ਦੇ ਪੈਰ ਹੁੰਦੇ ਸੀ। ਜਿਹੜੀ ਕਹਾਣੀ ਹੈ ਨਾ, ਸੱਪ ਦੇ ਪੈਰ ਸੀ ਤੇ ਇਹ ਦੋਵੇਂ ਜਾਣੇ ਸੱਪ ਤੇ ਮੋਰ ਟੈਪ ਨਾਲ ਇਹ ਉਹਨੂੰ ਆਪਣੇ ਦੇ ਬਾਗ ਅੰਦਰ ਲੈ ਕੇ ਗਏ ਸੀ ਜੰਨਤ ਦੇ। ਅੱਛਾ
ਸਹੂਲਤ ਆਈ? ਦਿੱਤੀ ਸੀ, ਫਿਰ ਸਹੂਲਤ। ਸੱਪ ਦੇ ਪੈਰ ਲਾ ਕੇ ਲਾੜੇ ਮੋਰ ਨੂੰ ਲਾਤੇ, ਸੱਪ ਨੂੰ ਉਦਾਂ ਹੀ ਰਹਿਣ ਤਾ ਤੇ ਮੋਰ ਦੇ ਜਿਹੜੇ ਪੈਰ ਉਹ ਸੱਪ ਦੇ ਪੈਰ ਆ। ਇਹ ਵੀ ਇੱਕ ਕਹਾਣੀ ਹੈਗੀ, ਪਤਾ ਤੈਨੂੰ? ਨਹੀਂ ਸਹੀ ਮੈਨੂੰ ਇਹ ਵੀ ਕਹਾਣੀ ਹੈਗੀ। ਇਹ ਤੇ ਬਹਿ ਕੇ ਗਏ ਸੀਗੇ, ਇਹਨਾਂ ਨੇ ਮਦਦ ਦਿੱਤੀ ਅੰਦਰ ਨਹੀਂ ਸੀ ਨਾ, ਜੰਨਤ ਚ ਦਾਖਲਾ ਨਹੀਂ ਸੀ, ਉਹਦਾ ਮਨਾ ਸੀ। ਹਾਂਜੀ ਹਾਂਜੀ। ਤੇ ਉਹ ਇਹ ਮੋਰ ਤੇ ਸੱਪ ਲੈ ਕੇ ਗਏ ਸੀ ਉਹਨੂੰ ਆਪਣੇ ਅੰਦਰ ਵਾੜ ਕੇ, ਜਾਨੀ ਉਹਨਾਂ ਦੀ ਭੇਸ ਬਦਲ ਕੇ। ਤੇ ਜਦੋਂ ਉਹਨੇ ਫਿਰ ਰਾਤ ਨੂੰ ਵਰਗਲਾਇਆ ਵੀ ਤੂੰ ਆ ਦਰਖਤ ਦਾ ਖਾਲਾ ਕਣਕ, ਫਿਰ ਉਹ ਜੰਨਤ ਚੋਂ ਉਹਨਾਂ ਨੂੰ ਕੱਢਿਆ ਗਿਆ। ਤੇ ਉਹ ਉਹਨਾਂ ਨੂੰ ਸਜ਼ਾ ਦੇ ਤੌਰ ਤੇ ਕਹਾਣੀ ਹੈ, ਪਤਾ ਨਹੀਂ ਕਹਾਣੀ ਹੋਣੀ ਹੈ ਯਕੀਨਨ, ਤੇ ਕਿ ਸਜ਼ਾ ਦੇ ਤੌਰ ਤੇ ਸੱਪ ਨੂੰ ਸਜ਼ਾ ਦਿੱਤੀ ਕਿ ਇਹ ਪੈਰ ਉਹਦੇ ਸੀ ਸੱਪ ਦੇ, ਇਹ ਮੋਰ ਨੂੰ ਟ੍ਰਾਂਸਫਰ ਤੇ ਉਹਨੂੰ ਮੋਰ ਨੂੰ ਲਾਤੇ ਅੱਲਾ ਨੇ। ਸਾਜੀ ਸੱਪ ਤੇ ਫਿਰ ਇੰਨੀ ਫੁੱਟ ਉੱਚਾ ਹੋਣਾ ਸੀ। ਹਾਂ ਸਾਹ ਨਹੀਂ ਇਹ ਤਾਂ ਐਵੇਂ ਲੌਜਿਕ ਹੀ ਨਹੀਂ ਬਣਦੀ, ਉਹਦੀ ਤੇ ਬਣਾਵਟ ਹੀ ਜ਼ਮੀਨ ਤੇ ਰਿੰਗਣ ਵਾਲੀ ਹੈ ਨਾ। ਹਾਂਜੀ ਸਹੀ ਗੱਲ। ਅਗਰ ਸੱਪ ਦੇ ਪੈਰ ਨੂੰ ਦਰਮਿਆਨ ਚ ਸੱਪ ਨੂੰ ਪੈਰ ਲੱਗੇ, ਸੱਪ ਪਿੱਛੋਂ ਸਾਰਾ ਘਿਸੜ ਜਾਣਾ ਸੀ। ਨਹੀਂ ਉਹ ਕਿਹੜਾ ਇੱਕ ਹੋਣਾ ਵਾ, ਕਿੰਨੇ ਹੀ ਲੱਗੇ ਹੋਣੇ ਨਾ। ਇਹ ਤਾਂ ਯਾਰ ਉਹਨੇ ਜਦੋਂ ਟੁਰਨਾ ਸੀ ਸਾਰੀ ਮੁੱਕਲ ਮਾਰਨੀ ਸੀ ਐ ਕਰਕੇ। ਨਹੀਂ ਇਹ ਐਵੇਂ ਕਹਾਣੀ ਹੈ ਯਾਰ, ਇਹਨੂੰ ਛੱਡ ਦਿਓ। ਲੋਕਾਂ ਨੇ ਕਹਿੰਦੇ ਸੱਪ ਪਿੱਛੋਂ ਚੁੱਕ ਯਾਰ ਪੂਛ ਆਪਣੀ। ਮੈਂ ਲੇਕਿਨ ਤਾਂ ਦੱਸ ਰਿਹਾ ਕਿ ਇਹ ਵੀ ਇੱਕ ਕਹਾਣੀ ਹੈਗੀ ਕਹਾਣੀਆਂ ਹੈ। ਬੜੀਆਂ ਫਿਰ ਉਹ ਆਪਣੇ ਪੈਰਾਂ ਨਾਲ, ਉਹਨਾਂ ਪੈਰਾਂ ਨਾਲ ਵੇਖ ਕੇ ਰੋਂਦਾ ਵਾ ਕਿ ਮੇਰੇ ਕੋਲ ਆ ਗਲਤੀ ਹੋ ਗਈ। ਫਿਰ ਉਹ ਅਥਰੂ ਸਿੱਟਦਾ ਵਾ, ਇਹ ਉਹ ਇਸ ਤਰ੍ਹਾਂ ਨਹੀਂ ਹੈ ਕਹਾਣੀ। ਚੰਦਾ ਉਹ ਚੁਕੋ ਬੜਿਆ ਹਾਂ ਬੜਿਆ ਨਹੀਂ ਉਹ ਜੈਨਵਨ ਆ। ਅੱਛਾ ਸਰ। ਹਾਂ ਚਕੋਰ ਹਾਂ ਜ਼ਾਨਾ ਹੋਣ ਲੱਗ ਪਈਆਂ। ਓਕੇ ਰੱਬ ਰੱਖਾ।